ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਜਤ ਪਹਾਰਾ ਧੀਰਜ ਸੁਨਿਆਰ, ਅਹਰਨ ਮਤ ਵੇਦ ਹਥਿਆਰ। ਭਉ ਖੱਲਾ ਅਗਨ ਤਪ ਤਾਉ, ਭਾਂਡਾ ਭਾਉ ਅੰਮ੍ਰਿਤ ਤਿਤ ਢਾਲ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ, ਜਿਨ ਕੋ ਨਦਰ ਕਰਮ ਤਿਨ ਕਾਰ। ਨਾਨਕ ਨਦਰੀ ਨਦਰ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਸੱਚੇ ਪਾਤਸ਼ਾਹ ਜੀ ਖੁਸ਼ੀ ਦੇ ਘਰ ਵਿੱਚ ਆ ਕੇ ਹੁਣੇ ਅਸੀਮ ਬਖਸ਼ਿਸ਼ ਵਰਤਾ ਕੇ ਸਾਡੇ ਉੱਤੇ ਨਜ਼ਰੇ ਇਨਾਇਤ ਕਰਦੇ ਪਏ ਹਨ। ਹੁਣੇ ਅਸਾਂ ਨੇ ਸਰਵਣ ਕੀਤਾ ਜੀ ਸ਼੍ਰੀ ਜਪਜੀ ਸਾਹਿਬ ਜੀ ਦੀ ਅਗੰਮੀ ਬਾਣੀ ਦੀ ਅਗੰਮੀ ਪੌੜੀ ਦੀ ਵਿਚਾਰ। ਅਸਾਂ ਨੇ 38ਵੀਂ ਪੌੜੀ ਨੂੰ ਸਰਵਣ ਕੀਤਾ। ਮਹਾਰਾਜ ਜੀ ਕਿਰਪਾ ਕਰਦੇ ਹਨ। ਜਤ ਪਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਇਸ ਨੂੰ ਅਸੀਂ ਕਈ ਵਾਰੀ ਪ੍ਰੇਮ ਭਾਵ ਚ ਭੋਲੇਪਨ ਵਿੱਚ ਜਤ ਕਹਿੰਦੇ ਹਾਂ। ਜਤ ਜੱਜੇ ਉੱਤੇ ਜੇ ਅੱਧਕ ਪੈ ਗਿਆ, ਇਹਦਾ ਅਰਥ ਬਣ ਜਾਂਦਾ ਸਰੀਰ ਉੱਤੇ ਪੈਦਾ ਹੋਏ ਸੰਘਣੇ ਰੋਮ, ਉਸ ਨੂੰ ਕਹਿੰਦੇ ਨੇ ਜਤ। ਇਸ ਨੂੰ ਪੜਾਂਗੇ ਪੋਲਾ, ਪੋਲਾਈਟਲੀ ਪੜਾਂਗੇ ਜਤ। ਜਤ ਪਹਾਰਾ ਧੀਰਜ ਸੁਨਿਆਰ। ਇੱਥੇ ਪਹਾਰਾ ਦਾ ਅਰਥ ਹੁੰਦਾ ਹੈ ਜੀ ਦੁਕਾਨ। ਪਹਾਰਾ ਦਾ ਅਰਥ ਹੁੰਦਾ ਹੈ ਸ਼ੌਪ, ਤੇ ਇਸ ਨੂੰ ਪਹਾਰਾ ਪੜਾਂਗੇ। ਜੇ ਪੜਾਂਗੇ ਪਹਾਰਾ, ਪੱਪੇ ਦੇ ਕੰਨੇ ਨੂੰ ਕਲੀਅਰ ਨਹੀਂ ਬੋਲਾਂਗੇ ਤੇ ਫਿਰ ਅਰਥ ਬਣ ਜਾਏਗਾ ਪਹਾੜ। ਦੇਖੋ ਪਹਾਰਾ ਤੇ ਪਹਾਰਾ ਦੋਵਾਂ ਦਾ ਕਿੰਨਾ ਡਿਫਰੈਂਸ ਹੋ ਜਾਂਦਾ ਹੈ ਜੇਕਰ ਅਸੀਂ ਧਿਆਨ ਦੇ ਨਾਲ ਅਦਕ ਨਹੀਂ ਲਾਉਂਦੇ ਜਾਂ ਫਿਰ ਕੰਨਾ ਨਹੀਂ ਲਾਉਂਦੇ। ਜੱਜੇ ਉੱਤੇ ਅਦਕ ਲੱਗ ਗਿਆ, ਅਰਥ ਬਦਲ ਗਿਆ। ਜੇ ਜੱਜੇ ਤੇ ਅਦਕ ਨਹੀਂ ਲਾਇਆ ਤੇ ਅਰਥ ਉਹੀ ਰਹਿੰਦਾ ਜਿਹੜਾ ਅਰਥ ਗੁਰੂ ਮਹਾਰਾਜ ਜੀ ਸਾਹਮਣੇ ਰੱਖਦੇ ਪਏ ਨੇ। ਜਤ ਪਹਾਰਾ ਧੀਰਜ ਸੁਨਿਆਰ। ਅੱਗੇ ਹੈ ਅਹਰਣ। ਅਸੀਂ ਇਸ ਨੂੰ ਕਈ ਵਾਰੀ ਅਹਰਣ ਪੜ੍ਹ ਦਿੰਦੇ ਹਾਂ। ਅਹਰਣ ਹਾਹਾ ਹੈ, ਹਾਏ ਨੂੰ ਪੜਾਂਗੇ ਅਹਰਣ ਮਤ ਵੇਦ ਹਥਿਆਰ। ਹਥੀ ਅਸੀਂ ਲੰਬਾ ਪੜਾਂਗੇ ਹਥਿਆਰ। ਜੇ ਹਥਿਆਰ ਕਹਾਂਗੇ ਥੱਥੇ ਨੂੰ ਸਿਹਾਰੀ ਪੈ ਜਾਏਗੀ, ਫਿਰ ਉਹਦਾ ਅਰਥ ਕੁਝ ਹੋਰ ਬਣ ਜਾਏਗਾ। ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ। ਜਿਸ ਵੇਲੇ ਮਨੁੱਖ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ, ਫਿਰ ਮਨੁੱਖ ਐਸਾ ਜੀਵਨ ਅਖਤਿਆਰ ਕਰ ਲੈਂਦਾ ਹੈ, ਉਸਦਾ ਸਰੀਰ ਜਤੀ ਹੋ ਜਾਂਦਾ ਹੈ। ਜਤੀ ਕਹਿੰਦੇ ਨੇ ਹੁਣ ਜੋ ਉਹਦੀਆਂ ਇੰਦਰੀਆਂ ਨੇ, ਅੱਖ, ਕੰਨ, ਨੱਕ, ਗਲਾ, ਜੋ ਵੀ ਕਰਮ ਇੰਦਰੇ, ਗਿਆਨ ਇੰਦਰੇ ਹਨ, 9 ਦਰਵਾਜ਼ੇ ਹਨ, ਉਹ ਸਾਰੇ ਹੀ ਸ਼ੁੱਧ ਹੋ ਜਾਂਦੇ ਨੇ। ਹੁਣ ਸਰੀਰ ਦੇ ਕੋਈ ਵੀ ਇੰਦਰੀ ਵਿਕਾਰਾਂ ਵਾਲੇ ਪਾਸੇ, ਵਿਸ਼ੇ ਵਾਲੇ ਪਾਸੇ, ਗਲਤ ਕੰਮਾਂ ਵਾਲੇ ਪਾਸੇ ਦੌੜਦੀ ਨਹੀਂ। ਉਸ ਨੂੰ ਜਤ ਕਹਿੰਦੇ ਨੇ। ਜਤ ਹੁੰਦਾ ਹੈ ਜੀ 3 ਤਰ੍ਹਾਂ ਦਾ। ਸਰੀਰ ਦੁਆਰਾ ਜਤ ਪਾਲਣਾ, ਦੂਜੇ ਨੰਬਰ ਤੇ ਬੁੱਧੀ ਦੁਆਰਾ ਜਤ ਪਾਲਣਾ, ਤੀਜੇ ਨੰਬਰ ਤੇ ਮਨ ਦੁਆਰਾ ਜਤ ਪਾਲਣਾ। ਜਿਸ ਵੇਲੇ ਮਨ ਦੁਆਰਾ ਜਤ ਪਾਲਿਆ ਜਾਂਦਾ ਹੈ ਤੇ ਬੁੱਧੀ ਦੁਆਰਾ ਤੇ ਸਰੀਰ ਦੁਆਰਾ ਆਪਣੇ ਆਪ ਹੀ ਪਾਲਿਆ ਜਾਂਦਾ ਹੈ। ਇਸ ਕਰਕੇ ਗੁਰਮਤਿ ਨੇ
ਜਦੋਂ ਵੀ ਗੱਲ ਕੀਤੀ, ਜਦੋਂ ਵੀ ਮਹਾਰਾਜ ਜੀ ਨੇ ਬਚਨ ਕੀਤਾ ਕਿ ਭਾਈ ਜੋ ਜੜ੍ਹਾਂ ਹਨ ਪਾਪਾਂ ਦੀਆਂ, ਮਾੜੇ ਕਰਮਾਂ ਦੀਆਂ ਜਾਂ ਦੁੱਖਾਂ ਦੀਆਂ, ਉਹ ਮਨ ਦੇ ਵਿੱਚ ਹਨ, ਤਨ ਤੇ ਉੱਤੇ ਨਹੀਂ ਹਨ। ਇਸ ਕਰਕੇ ਤੂੰ ਸਿਮਰਨ ਕਰ ਮਨ ਦੁਆਰਾ, ਬੰਦਗੀ ਕਰ ਮਨ ਦੁਆਰਾ। ਕਦੀ ਵੀ ਮਹਾਰਾਜ ਜੀ ਨੇ ਇਹ ਬਚਨ ਨਹੀਂ ਕੀਤਾ ਕਿ ਮਨ ਨੂੰ ਛੱਡ ਕੇ ਤੇ ਤਨ ਦੀ ਭਗਤੀ ਕਰ। ਜੋਗੀ ਜੋ ਸਨ ਉਹ ਤਨ ਤੋਂ ਮਨ ਵੱਲ ਚੱਲਦੇ ਸਨ। ਆਸੇ ਪਾਸੇ ਧੂਣੇ ਤਪਾ ਲੈਣੇ, ਅੱਗਾਂ ਬਾਲ ਲੈਣੀਆਂ, ਵਿੱਚ ਬੈਠ ਜਾਣਾ ਵੀ ਬਾਹਰੋਂ ਸੇਕਾ ਲੱਗੇ ਤੇ ਧਿਆਨ ਵਿਸ਼ੇ ਵਿਕਾਰਾਂ ਵੱਲ ਨਾ ਜਾਵੇ। ਪਾਣੀਆਂ ਦੇ ਵਿੱਚ ਖੜ ਜਾਣਾ ਕਿ ਜੇ ਥੋੜ੍ਹਾ ਜਿਹਾ ਵੀ ਧਿਆਨ ਭਟਕਿਆ, ਨੀਂਦ ਆਈ ਤੇ ਨਾਲ ਹੀ ਡੁੱਬ ਕੇ ਮਰ ਸਕਦੇ ਹਾਂ। ਖੂਹ ਦੇ ਉੱਤੇ ਬਹਿ ਜਾਣਾ, ਇੱਕ ਲੱਤ ਤੇ ਖੜੇ ਹੋ ਜਾਣਾ। ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਇੱਥੇ ਸਰੀਰ ਦੇ ਨਾਲ ਪਾਲਣ ਵਾਲੀ ਧਰਮ ਦੀ ਕਿਰਿਆ ਨਹੀਂ। ਧਰਮ ਕਹਿੰਦੇ ਨੇ ਮਨ ਦੀ ਸਾਧਨਾ ਨੂੰ। ਤੂੰ ਬਲੈਂਕਟ ਵਿੱਚ ਬੈਠ ਕੇ, ਤੂੰ ਰਜਾਈ ਤਲਾਈ ਦੇ ਵਿੱਚ ਬੈਠ ਕੇ, ਕਮਰੇ ਵਿੱਚ ਬੈਠ ਕੇ ਸੁੱਖ ਮਾਣਦਾ ਹੋਇਆ ਵੀ ਸਿਮਰਨ ਕਰ ਸਕਦਾ ਹੈ, ਕਿਉਂਕਿ ਸਿਮਰਨ ਇਹ ਮਨ ਦੀ ਕਿਰਿਆ ਹੈ। ਇਹ ਅੰਤਰ ਧਿਆਨ ਹੋ ਕੇ ਪਰਮੇਸ਼ਵਰ ਦੇ ਨਾਮ ਨੂੰ ਜਪਣ ਦੀ ਕਿਰਿਆ ਹੈ। ਮਹਾਰਾਜ ਜੀ ਕਿਰਪਾ ਕਰਦੇ ਨੇ, ਜਤੀ ਹੋਣ ਦਾ ਅਭਿਆਸ ਨਹੀਂ ਕਰਨਾ, ਅਸੀਂ ਸਿਮਰਨ ਕਰਨ ਦਾ ਅਭਿਆਸ ਕਰਨਾ ਹੈ, ਬੰਦਗੀ ਦਾ ਅਭਿਆਸ ਕਰਨਾ ਹੈ। ਸਰੀਰ ਆਪਣੇ ਆਪ ਹੀ ਜਤੀ ਬਣ ਜਾਂਦਾ ਹੈ, ਭਾਵ ਇਹ ਜਤ ਸਤ ਵਿੱਚ ਪੱਕਾ ਹੋ ਜਾਂਦਾ ਹੈ। ਮਹਾਰਾਜ ਜੀ ਭਜਨ ਕਰਦੇ ਨੇ, ਜਤ ਪਹਾਰਾ ਐ ਭਾਈ, ਤੇਰੀ ਜਿਹੜੀ ਦੁਕਾਨ ਹੈ ਉਹ ਜਤ ਵਾਲੀ ਹੋਵੇ। ਤੂੰ ਇੰਦਰੀਆਂ ਨੂੰ ਹੁਣ ਆਪਣੇ ਕਾਬੂ ਵਿੱਚ ਕਰ ਲਿਆ, ਮਨ ਜੀਤੈ ਜਗ ਜੀਤ। ਹੁਣ ਤੂੰ ਆਪਣੇ ਮਨ ਨੂੰ ਜਿੱਤ ਲਿਆ, ਜਤੀ ਹੋ ਗਿਆ। ਇਹ ਜਤ ਰੂਪ ਤੂੰ ਦੁਕਾਨ ਸਮਝ। ਅੱਗੇ ਕਹਿਣ ਲੱਗੇ, ਹੁਣ ਤੂੰ ਭਗਤੀ ਕਰਦਾ ਪਿਆ ਤੇ ਜਿੰਨਾ ਚਿਰ ਤੇਰੇ ਜੀਵਨ ਵਿੱਚ ਧੀਰਜ ਨਹੀਂ, ਓਨਾ ਚਿਰ ਸਮਝ ਲੈ ਤੂੰ ਧਰਮ ਦੀ ਦੁਨੀਆ ਵਿੱਚ ਪ੍ਰਵੇਸ਼ ਨਹੀਂ ਕੀਤਾ। ਕਿਉਂਕਿ ਬੰਦਾ ਹਰ ਕੰਮ ਵਿੱਚ ਕਾਹਲੀ ਕਰਦਾ, ਹਰ ਕੰਮ ਦੇ ਵਿੱਚ। ਜੇਕਰ ਇਹਨੂੰ ਭੁੱਖ ਲੱਗੀ, ਬੰਦਾ ਕਹਿੰਦਾ ਛੇਤੀ ਛੇਤੀ ਪ੍ਰਸ਼ਾਦਾ ਮਿਲ ਜਾਏ। ਜੇਕਰ ਕੋਈ ਵੀ ਸਰੀਰ ਤੇ ਪਾਉਣ ਵਾਲਾ ਬਸਤਰ ਚਾਹੀਦਾ, ਬੰਦਾ ਕਹਿੰਦਾ ਛੇਤੀ ਛੇਤੀ ਮਿਲ ਜਾਏ, ਰੈਡੀਮੇਡ ਬਸਤਰ ਮਿਲ ਜਾਣ, ਰੈਡੀਮੇਡ ਹੀ ਛਕਣ ਵਾਸਤੇ ਮਿਲ ਜਾਏ, ਰੈਡੀਮੇਡ ਹੀ ਕਾਰ ਮਿਲ ਜਾਏ। ਅਸੀਂ ਹੁਣ ਕੋਈ ਵੀ ਕਾਰ ਆਪ ਥੋੜ੍ਹਾ ਬਣਾਉਂਦੇ ਹਾਂ, ਰੈਡੀਮੇਡ ਹੀ ਅਸੀਂ ਲੈਂਦੇ ਹਾਂ। ਇਸੇ ਤਰ੍ਹਾਂ ਬੰਦਾ ਸੋਚਦਾ ਕਿ ਹੁਣੇ ਮੈਂ ਪਾਠ ਕੀਤਾ, ਮੈਨੂੰ ਹੁਣੇ ਮਿਲ ਜਾਏ। ਮਹਾਰਾਜ ਜੀ ਕਹਿੰਦੇ ਨੇ, ਧਰਮ ਦੀ ਦੁਨੀਆ ਹੈ ਭਾਈ, ਇਹ ਧਰਮ ਦਾ ਮਾਰਗ ਹੈ। ਧਰਮ ਦੇ ਮਾਰਗ ਦੇ ਉੱਤੇ ਸਭ ਤੋਂ ਵੱਡਾ ਗੁਣ ਹੈ ਧੀਰਜ ਦਾ, ਸਬਰ ਸੰਤੋਖ ਦਾ। ਤੂੰ ਆਪਣਾ ਧਰਮ ਦਾ ਕਰਮ ਕਰ, ਤੂੰ ਆਪਣਾ ਸਿਮਰਨ ਕਰ, ਤੂੰ ਬੰਦਗੀ ਕਰ, ਤੂੰ ਅਭਿਆਸ ਕਰ। ਜਿਸ ਵੇਲੇ ਤੂੰ ਬੰਦਗੀ ਕਰੇਂਗਾ, ਅਭਿਆਸ ਕਰੇਂਗਾ, ਤੇ ਉਸੇ ਵੇਲੇ ਤੈਨੂੰ ਪਤਾ ਲੱਗੇਗਾ ਕਿ ਤੂੰ ਕਰਮ ਕਰ ਲਿਆ। ਹੁਣ ਫਲ ਪਰਮੇਸ਼ਵਰ ਦੇ ਹੱਥ ਵਿੱਚ ਹੈ। ਹੁਣ ਫਲ ਤੂੰ ਆਪਣੀ ਮਰਜ਼ੀ ਨਾਲ, ਧੱਕੇ ਨਾਲ ਖੋ ਨਹੀਂ ਸਕਦਾ। ਪਰ ਗੁਰੂ ਦੀ ਕਿਰਪਾ ਦਾ ਜੇਕਰ ਨਿਸ਼ਾਨ ਦੇਖਣਾ ਹੋਵੇ ਤੇ ਉਹ ਨਿਸ਼ਾਨ ਸਾਨੂੰ ਦਿਸਦਾ ਹੈ ਜਿਸ ਵੇਲੇ ਸਾਡੀ ਰਸਨਾ ਤੇ ਗੁਰੂ ਕੀ ਬਾਣੀ ਦਾ ਵਾਸਤਾ ਹੁੰਦਾ ਹੈ। ਇਹ ਬਹੁਤ ਵੱਡੀ ਕਰਾਮਾਤ ਹੁੰਦੀ ਹੈ, ਇਹ ਬਹੁਤ ਵੱਡੀ ਬਖਸ਼ਿਸ਼ ਹੁੰਦੀ ਹੈ। ਪਰ ਇਹ ਦਿਸਦੀ ਉਸ ਵੇਲੇ ਜਿਸ ਵੇਲੇ ਮਨੁੱਖ ਦਾ ਅੰਦਰ ਜਾਗ ਪੈਂਦਾ, ਤੇ ਅੰਦਰ ਨੂੰ ਜਗਾਉਣ ਵਾਸਤੇ ਹੀ ਗੁਰੂ ਕੇ ਸ਼ਬਦ ਦਾ ਅਸੀਂ ਅਭਿਆਸ ਕਰਦੇ ਹਾਂ। ਮਹਾਰਾਜ ਜੀ ਬਚਨ ਕਰਦੇ ਨੇ, ਜਿਸ ਵੇਲੇ ਤੂੰ ਜਤ ਸਤ ਵਿੱਚ ਪੱਕਾ ਹੋ ਗਿਆ, ਸਮਝ ਲੈ ਵੀ ਇਹ ਤੇਰੀ ਦੁਕਾਨ ਬਣ ਗਈ। ਜਿਸ ਵੇਲੇ ਤੇਰੇ ਕੋਲ ਧੀਰਜ ਆ ਗਿਆ, ਸਮਝ ਲੈ ਕਿ ਹੁਣ ਸੁਨਿਆਰਾ ਜੋ ਉਸ ਜਤ ਰੂਪ ਦੁਕਾਨ ਦੇ ਵਿੱਚ ਬਿਰਾਜਮਾਨ ਹੋਵੇਗਾ, ਹੁਣ ਤੂੰ ਸੁਨਿਆਰਾ ਬਣ ਗਿਆ। ਕਿਉਂਕਿ ਧਰਮ ਦਾ ਮਾਰਗ ਸੁਨਿਆਰੇ ਦੇ ਜੀਵਨ ਦੀ ਇੱਕ ਅਹਿਮ ਜੀਵਨ ਸ਼ੈਲੀ ਦੇ ਹਿੱਸੇ ਦੇ ਵਿੱਚੋਂ ਪ੍ਰਗਟ ਹੁੰਦਾ ਹੈ। ਇੱਥੇ ਲੁਹਾਰ ਨਹੀਂ ਆਖਿਆ, ਕਿਉਂਕਿ ਸੋਨਾ ਕੀਮਤੀ ਹੁੰਦਾ ਹੈ, ਗੋਲਡ ਕੀਮਤੀ ਹੁੰਦਾ ਹੈ ਆਇਰਨ ਨਾਲੋਂ, ਲੋਹੇ ਨਾਲੋਂ। ਅੱਗੇ ਭਜਨ ਕੀਤਾ, ਹੁਣ ਦੁਕਾਨ ਭਾਈ ਤੈਨੂੰ ਪ੍ਰਾਪਤ ਹੋ ਗਈ ਹੈ, ਇੰਦਰੀਆਂ ਤੇਰੇ ਕਾਬੂ ਵਿੱਚ ਆ ਗਈਆਂ ਨੇ, ਤੇਰੀ ਮਰਜ਼ੀ ਤੋਂ ਬਿਨਾਂ ਹੁਣੇ ਚੱਲਦੀਆਂ ਨਹੀਂ। ਅੱਗੇ ਕਹਿਣ ਲੱਗੇ, ਹੁਣ ਤੇਰੇ ਕੋਲ ਧੀਰਜ ਆ ਗਿਆ, ਸਮਝ ਲੈ ਕਿ ਇਹ ਸੁਨਿਆਰਾ ਬਣ ਗਿਆ ਤੂੰ।
ਸੁਨਿਆਰਾ ਧੀਰਜ ਹੈ। ਕਿਉਂਕਿ ਜਿਸ ਵੇਲੇ ਕੋਈ ਵੀ ਸੁਨਿਆਰਾ ਤੁਸੀਂ ਦੇਖੋਗੇ ਨਾ, ਗੋਲਡ ਸਮਿਥ ਦੇਖੋਗੇ, ਉਹ ਜਦੋਂ ਵੀ ਸੋਨੇ ਦਾ ਕੰਮ ਕਰਦਾ ਕਾਹਲੀ 'ਚ ਨਹੀਂ ਕਰਦਾ, ਬਹੁਤ ਧਿਆਨ ਨਾਲ, ਬਹੁਤ ਇਕਾਗਰਤਾ ਨਾਲ, ਬਹੁਤ ਪ੍ਰੇਮ ਨਾਲ ਕਰਦਾ। ਕਿਉਂਕਿ ਸੋਨੇ ਦੇ ਕੰਮ ਦੇ ਵਿੱਚ ਬਹੁਤ ਬਾਰੀਕੀ ਹੁੰਦੀ ਹੈ। ਜਿਸ ਤਰ੍ਹਾਂ ਆਪ ਜੀ ਲੋਹਾਰ ਦਾ ਕੰਮ ਦੇਖੋ, ਲੋਹਾਰ ਦੇ ਕੰਮ ਦੇ ਵਿੱਚ ਕੋਈ ਬਰੀਕੀ ਨਹੀਂ ਹੁੰਦੀ, ਬਹੁਤੀ ਨਹੀਂ ਹੁੰਦੀ। ਉਹਨਾਂ ਨੇ ਲੋਹੇ ਨੂੰ ਗਰਮ ਕਰਕੇ ਕੁੱਟਣਾ ਹੁੰਦਾ ਹੈ ਤੇ ਬੇਧਿਆਨੇ ਹੋ ਕੇ ਵੀ ਕੁੱਟ ਲੈਂਦੇ ਨੇ, ਪਰ ਕਦੀ ਵੀ ਸੋਨੇ ਦੀ ਕਢਾਈ ਬੇਧਿਆਨੇ ਹੋ ਕੇ ਨਹੀਂ ਕੀਤੀ ਜਾ ਸਕਦੀ, ਕਿਉਂਕਿ ਕੀਮਤੀ ਬਹੁਤ ਹੈ। ਤੇ ਜੇਕਰ ਥੋੜਾ ਜਿਹਾ ਵੀ ਬੂਰਾ ਇੱਧਰ ਉੱਧਰ ਉੱਡ ਗਿਆ ਜਾਂ ਖਿੱਲਰ ਗਿਆ ਤੇ ਬੰਦੇ ਨੂੰ ਘਾਟਾ ਬੜਾ ਵੱਡਾ ਪੈ ਜਾਂਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ, ਜੀਵਨ ਘੜਨਾ ਇੰਜ ਸਮਝੋ ਜਿਵੇਂ ਸੁਨਿਆਰੇ ਦਾ ਕੰਮ ਕਰਨਾ। ਸੁਨਿਆਰੇ ਨੂੰ ਦੇਖੋ ਕਿੰਨੀ ਬਰੀਕੀ ਨਾਲ, ਕਿੰਨੀ ਇਕਾਗਰਤਾ ਨਾਲ, ਕਿੰਨੇ ਧਿਆਨ ਦੇ ਨਾਲ ਕਾਰਜ ਕਰਦਾ ਹੈ। ਭਾਈ ਇਹ ਧਰਮ ਦਾ ਕਾਰਜ ਸੁਨਿਆਰੇ ਦੇ ਕਾਰਜ ਵਾਂਗੂ ਹੈ, ਬਹੁਤ ਇਕਾਗਰਤਾ ਮੰਗਦਾ ਹੈ। ਤੇ ਕਹਿਣ ਲੱਗੇ, ਹੁਣ ਦੁਕਾਨ ਤੇਰੇ ਕੋਲ ਮਿਲ ਗਈ, ਪ੍ਰਾਪਤ ਹੋ ਗਈ, ਇਹ ਦੁਕਾਨ ਦਾ ਨਾਮ ਕੀ ਹੈ? ਕਹਿਣ ਲੱਗੇ, ਇੰਦਰੀਆਂ ਨੂੰ ਹੁਣ ਤੂੰ ਰੋਕ ਲਿਆ। ਤੇ ਦੁਕਾਨ ਕਿਉਂ ਆਖਿਆ? ਕਿਉਂਕਿ ਦੁਕਾਨ ਦਾ ਇੱਕ ਰੂਪ ਹੁੰਦਾ ਹੈ, ਜਿਹੜਾ ਕਮਰਾ ਜਾਂ ਫਿਰ ਜਿਹੜੀ ਸਪੇਸ ਬੰਦੇ ਦੇ ਆਪਣੇ ਕਾਬੂ ਵਿੱਚ ਹੋਵੇ, ਉਸੇ ਨੂੰ ਦੁਕਾਨ ਕਹਿੰਦੇ ਨੇ। ਮਰਜ਼ੀ ਹੋਈ ਤੇ ਲੋਕ ਖੋਲ ਦਿੱਤਾ, ਮਰਜ਼ੀ ਹੋਈ ਤੇ ਲੋਕ ਕਰ ਦਿੱਤਾ, ਉਸੇ ਨੂੰ ਦੁਕਾਨ ਕਹਿੰਦੇ ਨੇ। ਤੇ ਕਹਿੰਦੇ ਨੇ ਹੁਣ ਤੇਰੀ ਆਪਣੀ ਮਰਜ਼ੀ ਹੈ, ਤੇਰੀਆਂ ਇੰਦਰੀਆਂ ਉੱਤੇ ਦੁਕਾਨ ਤੈਨੂੰ ਪਰਮੇਸ਼ਵਰ ਨੇ ਦਿੱਤੀ। ਧੀਰਜ, ਸਬਰ, ਸੰਤੋਖ ਵਾਲਾ ਗੁਣ ਆ ਗਿਆ, ਇਹ ਸਮਝ ਲੈ ਕਿ ਤੂੰ ਸੁਨਿਆਰਾ ਬਣ ਗਿਆ। ਇਹ ਧੀਰਜ ਨੂੰ ਸੁਨਿਆਰਾ ਸਮਝ, ਕਾਹਲੀ ਨਹੀਂ ਕਰਨੀ ਧਰਮ ਦੇ ਮਾਰਗ ਵਿੱਚ। ਇੱਥੇ ਦੇ ਮਹਾਂਪੁਰਖ 1.25 ਲੱਖ ਸ਼੍ਰੀ ਜਪਜੀ ਸਾਹਿਬ ਦਾ ਪਾਠ ਕਰਦੇ ਨੇ ਤੇ ਕਾਹਲੀ ਫੇਰ ਨਹੀਂ ਕਰਦੇ। ਉਹ ਕਹਿੰਦੇ ਨੇ, ਜੇਕਰ ਮੇਰੇ ਕੁਝ ਕਰਨ ਦੇ ਨਾਲ ਗੁਰੂ ਦੀ ਕਿਰਪਾ ਮਿਲ ਜਾਏ ਤੇ ਇਹ ਬੜੀ ਸੌਖੀ ਖੇਡ ਹੈ। ਬਾਬਾ ਫਰੀਦ ਸਾਹਿਬ ਜੀ ਆਪਣੇ ਸਾਰੇ ਮੁਰੀਦਾਂ ਨੂੰ ਕਹਿੰਦੇ ਨੇ, ਭਾਈ ਜੇਕਰ 100 ਸਾਲ ਦੀ ਤਪੱਸਿਆ ਤੋਂ ਬਾਅਦ ਅੱਲਾ ਮੀਆਂ ਉਹ ਖੁਦਾਇਆ ਇੱਕ ਵਾਰ ਝਲਕ ਦੇ ਦੇਵੇ ਤੇ ਸਮਝ ਲਵੋ ਤੁਹਾਡਾ 100 ਸਾਲ ਕੀਤਾ ਸਫਲਾ ਹੈ। ਸਬਰ ਸੰਤੋਖ ਇੰਨਾ ਚਾਹੀਦਾ। ਪਰ ਸਾਡੇ ਉੱਤੇ ਤੇ ਮਹਾਰਾਜ ਜੀ ਨੇ ਇੰਨੀ ਬਖਸ਼ਿਸ਼ ਕੀਤੀ ਹੈ, ਕੋਈ 2-3 ਮਹੀਨੇ ਵੀ ਅਭਿਆਸ ਕਰ ਲੇ ਪੂਰੀ ਇਕਾਗਰਤਾ ਨਾਲ, ਗੁਰੂ ਤੇ ਭਰੋਸੇ ਤੇ ਸ਼ਰਧਾ ਨਾਲ, ਉਹ ਅਗੰਮੀ ਸ਼ਕਤੀਆਂ ਪ੍ਰਗਟ ਹੋ ਜਾਂਦੀਆਂ। ਮਹਾਰਾਜ ਜੀ ਕਹਿੰਦੇ ਨੇ ਕਿ ਜਿਸ ਵੇਲੇ ਤੇਰੇ ਅੰਦਰ ਧੀਰਜ ਆ ਗਿਆ ਨਾ, ਤੇ ਗੁਰੂ ਅੱਗੇ ਅਰਦਾਸ ਕਰ, ਤੈਨੂੰ ਜਤ ਸਤ ਦੀ ਵੀ ਦਾਤ ਪ੍ਰਾਪਤ ਹੋਵੇ, ਤੈਨੂੰ ਧੀਰਜ ਦੀ ਵੀ ਦਾਤ ਪ੍ਰਾਪਤ ਹੋਵੇ। ਜੇਕਰ ਬੰਦੇ ਨੇ ਸਰਕਾਰੀ ਨੌਕਰੀ ਕਰਨੀ ਹੋਵੇ ਤੇ ਦੇਖੋ ਬੰਦਾ ਕਹਿੰਦਾ ਹੈ 30 ਸਾਲ ਬਾਅਦ ਰਿਟਾਇਰਮੈਂਟ ਮਿਲੇਗੀ, 35 ਸਾਲ ਬਾਅਦ ਰਿਟਾਇਰਮੈਂਟ ਮਿਲੇਗੀ, ਕਈਆਂ ਨੂੰ 38 ਸਾਲ ਬਾਅਦ ਰਿਟਾਇਰਮੈਂਟ ਮਿਲਦੀ ਹੈ। ਬੰਦਾ ਇੰਨਾ ਸਬਰ ਸੰਤੋਖ ਕਰਦਾ ਕਿ 38 ਸਾਲ ਬਾਅਦ ਅਸੀਂ ਪੈਨਸ਼ਨਰ ਹੋਵਾਂਗੇ, 38 ਸਾਲ ਬਾਅਦ ਪੈਨਸ਼ਨ ਮਿਲੇਗੀ। ਬੰਦਾ ਇੰਨਾ ਸਬਰ ਸੰਤੋਖ ਸੰਸਾਰੀ ਕੰਮ ਧੰਦੇ ਕਿੱਤੇ ਵਿੱਚ ਕਰਦਾ, ਪਰ ਧਰਮ ਦੇ ਮਾਰਗ ਦੇ ਉੱਤੇ ਬਹੁਤ ਕਾਹਲਾ, ਧਰਮ ਦੇ ਮਾਰਗ ਉੱਤੇ ਬਹੁਤ ਕਾਹਲੀ ਕਰਦਾ। ਸੱਚੇ ਪਾਤਸ਼ਾਹ ਜੀ ਸਾਨੂੰ ਦੱਸ ਰਹੇ ਨੇ, ਭਾਈ ਕਾਹਲੀ ਨਾ ਕਰੋ, ਕਿਉਂਕਿ ਮੈਲ ਇੰਨੀ ਕੁ ਜਨਮਾਂ ਦੀ ਇਕੱਠੀ ਹੋਈ ਹੈ, ਵੱਖ-ਵੱਖ ਰੂਪਾਂ 'ਚ ਆਈ ਜਾਂਦੀ ਹੈ। ਤੇ ਗੁਰੂ ਸਾਨੂੰ ਸੁਚੇਤ ਕਰਦਾ ਹੈ, ਭਾਈ ਮੈਲ ਖਤਮ ਹੋ ਜਾਏਗੀ, ਧੀਰਜ ਰੱਖੀ, ਕਿਉਂਕਿ ਧੀਰਜ ਵਾਲਾ ਮਾਰਗ ਹੈ, ਸਹਿਜ ਵਾਲਾ ਮਾਰਗ ਹੈ। ਅੱਗੇ ਬਚਨ ਕੀਤਾ, ਅਹਰਣ ਮਤ। ਇੱਥੇ ਅਹਰਣ ਦਾ ਮਤਲਬ ਹੈ ਉਹ ਪੀਸ ਜਿਹੜਾ ਥੱਲੇ ਰੱਖ ਕੇ ਤੇ ਉੱਤੇ ਸੋਨੇ ਦਾ ਪੀਸ ਰੱਖਿਆ ਜਾਂਦਾ ਹੈ। ਜਿਸ ਚੀਜ਼ ਦੇ ਉੱਤੇ ਸੋਨੇ ਦਾ ਪੀਸ ਰੱਖਿਆ ਜਾਂਦਾ ਹੈ, ਫਿਰ ਉਹਦਾ ਕੰਮ ਕੀਤਾ ਜਾਂਦਾ ਹੈ, ਉਸ ਨੂੰ ਆਖਿਆ ਜਾਂਦਾ ਹੈ ਜੀ ਅਹਰਣ। ਅਹਰਣ ਮਤ ਕਹਿਣ ਲੱਗੇ, ਆਪਣੀ ਮਤ ਨੂੰ ਹੁਣ ਅਹਰਣ ਬਣਾ ਲੈ। ਵੇਦ ਹਥਿਆਰ, ਤੇ ਆਪ ਜੀ ਨੂੰ ਪਤਾ ਹੋਏਗਾ ਵੀ ਜੋ ਸੋਨਾ ਹੁੰਦਾ ਹੈ ਨਾ ਜੀ, ਜਦੋਂ ਉਹਨੂੰ ਢਾਲਿਆ ਜਾਂਦਾ ਹੈ, ਗਾਲਿਆ ਜਾਂਦਾ, ਮੈਲਟ ਕੀਤਾ ਜਾਂਦਾ ਹੈ, ਤੇ ਉਹਦੇ ਉੱਤੇ ਹਥੌੜਾ ਮਾਰ ਕੇ ਨਾ ਉਹਨੂੰ ਇੱਕ ਡਲੀ ਜੀ ਬਣਾ ਲਈ ਜਾਂਦੀ ਹੈ। ਕਹਿਣ ਲੱਗੇ ਹੁਣ
ਆਪਣੀ ਮੱਤ ਨੂੰ ਅਹਿਰਣ ਬਣਾ। ਅਹਿਰਣ ਦਾ ਅਰਥ ਕੀ ਹੈ ਜੀ? ਹਸਤੀ ਸਿਰ ਜਿਉ ਅੰਕਸ ਹੈ, ਅਹਿਰਣ ਜਿਉ ਸਿਰ ਦੇ, ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ। ਤਨ ਮਨ ਆਗੇ ਰਾਖ ਕੇ ਉਬੀ ਸੇਵ ਕਰੇ। ਕਹਿਣ ਲੱਗੇ ਕਿ ਜਿਸ ਤਰ੍ਹਾਂ ਅਹਿਰਣ ਆਪਣਾ ਆਪ ਸਮਰਪਿਤ ਕਰ ਦਿੰਦੀ ਆ, ਜੋ ਅਹਿਰਣ ਹੁੰਦੀ ਹੈ ਨਾ ਜੀ, ਉਹ ਉਹਨੂੰ ਥੋੜਾ ਜਿਹਾ ਝਟਕਾ ਵੱਜਦਾ ਆ, ਸੱਟ ਵੱਜਦੀ, ਤੇ ਅਹਿਰਣ ਕਦੀ ਵੀ ਇਹ ਨਹੀਂ ਕਹਿੰਦੀ ਕਿ ਮੈਨੂੰ ਸੱਟ ਕਿਉਂ ਮਾਰੀ, ਕੀ ਤੇਰਾ ਮੇਰੇ ਨਾਲ ਕੋਈ ਵੈਰ ਹੈ, ਕਿ ਤੈਨੂੰ ਮੈਂ ਚੰਗੀ ਨਹੀਂ ਲੱਗਦੀ। ਅਹਿਰਣ ਨੂੰ ਪਤਾ ਹੈ ਕਿ ਹੁਣ ਮੈਂ ਆਪਣਾ ਆਪ ਸਮਰਪਿਤ ਕਰ ਦਿੱਤਾ ਹੈ। ਜਦੋਂ ਅਸੀਂ ਆਪਣਾ ਸਿਰ ਦੇ ਦਈਏ, ਅਸੀਂ ਆਪਣੀ ਮਰਜ਼ੀ ਨਹੀਂ ਕਰ ਸਕਦੇ। ਜਿਸ ਤਰ੍ਹਾਂ ਅਹਿਰਣ ਨੇ ਆਪਣਾ ਸਿਰ ਦੇ ਦਿੱਤਾ, ਮਹਾਰਾਜ ਜੀ ਕਹਿੰਦੇ ਨੇ ਆਪਣੀ ਮੱਤ ਨੂੰ ਵੀ ਇਸੇ ਤਰ੍ਹਾਂ ਗੁਰੂ ਅੱਗੇ ਰੱਖ ਦੇ। ਹੁਣ ਵੇਦ ਦਾ ਅਰਥ ਹੁੰਦਾ ਹੈ ਐਸਾ ਗ੍ਰੰਥ ਜੋ ਇਲਾਹੀ ਹੋਵੇ, ਦਰਗਾਹੀ ਹੋਵੇ, ਜਿਹਦੇ ਵਿੱਚ ਪਰਮੇਸ਼ਵਰ ਦੀ ਸਿਫਤ ਸਲਾਹ ਹੋਵੇ। ਪਰਮੇਸ਼ਵਰ ਦੀ ਸਿਫਤ ਸਲਾਹ ਨੂੰ ਆਪਣੀ ਅਹਿਰਣ ਮੱਤ ਦੇ ਉੱਤੇ ਮਾਰਨ ਵਾਲਾ ਹਥਿਆਰ ਬਣਾ, ਹਥੌੜਾ ਬਣਾ। ਜਿਵੇਂ ਜਿਵੇਂ ਪਰਮੇਸ਼ਵਰ ਦੇ ਨਾਮ ਦੀ ਸਿਫਤ ਸਲਾਹ ਸੱਟ ਮਾਰੇਗੀ ਸਾਡੀ ਇਸ ਮੈਲੀ ਬੁੱਧੀ ਦੇ ਉੱਤੇ, ਮੈਲੀ ਮੱਤ ਦੇ ਉੱਤੇ, ਉਵੇਂ ਉਵੇਂ ਸ਼ੁੱਧ ਹੋਏਗੀ, ਉਵੇਂ ਉਵੇਂ ਇਹ ਪਵਿੱਤਰ ਹੋਏਗੀ, ਉਵੇਂ ਉਵੇਂ ਇਹ ਢਲੇਗੀ। ਅਸੀਂ ਇਹ ਸਾਰੇ ਸ਼ਬਦ ਕੰਠ ਬਾਖੂਬੀ ਕਰ ਲਏ ਨੇ, ਪਰ ਜਿਸ ਵੇਲੇ ਅਸੀਂ ਇੱਕ ਇੱਕ ਸ਼ਬਦ ਨੂੰ ਧਿਆਨ ਨਾਲ ਦੇਖਾਂਗੇ ਫਿਰ ਸਾਨੂੰ ਸਮਝ ਪੈਂਦੀ ਹੈ ਕਿ ਇਹਦੇ ਵਿੱਚ ਸਮੁੰਦਰ ਤੋਂ ਵੱਧ ਗਹਿਰਾਈ ਹੈ। ਹੁਣ ਅਸੀਂ ਇੱਕ ਇੱਕ ਅੱਖਰ ਦੇ ਉੱਤੇ ਕਈ ਸਾਲ ਇਸ ਦੀ ਵਿਆਖਿਆ ਕਰ ਸਕਦੇ ਹਾਂ, ਪਰ ਹੁਣ ਆਉਣ ਵਾਲੇ ਸਮੇਂ ਵਿੱਚ ਬਾਣੀ ਦੇ ਵਿੱਚ ਨਾ ਬਹੁਤ ਸਾਰੇ ਐਸੇ ਸ਼ਬਦ ਹੋਣਗੇ ਜੋ ਕਿ ਇਹਨਾਂ ਸ਼ਬਦਾਂ ਦੀ ਵਿਆਖਿਆ ਹੀ ਕਰਦੇ ਹੋਣਗੇ। ਸ਼੍ਰੀ ਜਪਜੀ ਸਾਹਿਬ ਜੀ ਦੀ ਸਾਰੀ ਵਿਆਖਿਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਮੂਲ ਮੰਤਰ ਸਾਹਿਬ ਜੀ ਦੀ ਵਿਆਖਿਆ ਸਾਰੀ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ, ਤੇ ਸਾਰੀ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਹੈ। ਤੇ ਮਹਾਰਾਜ ਜੀ ਬਚਨ ਕਰਦੇ ਨੇ, ਭਾਈ ਗੁਰੂ ਕੀ ਸਿਫਤ ਸਲਾਹ ਨੂੰ, ਗੁਰੂ ਕੇ ਸ਼ਬਦ ਨੂੰ ਹਥਿਆਰ ਬਣਾਵੇ, ਆਪਣੀ ਮੱਤ ਨੂੰ ਗੁਰੂ ਅੱਗੇ ਸਮਰਪਿਤ ਕਰਕੇ ਗੁਰੂ ਕੇ ਸ਼ਬਦ ਦੁਆਰਾ, ਗੁਰੂ ਦੇ ਬ੍ਰਹਮ ਗਿਆਨ ਦੁਆਰਾ, ਗੁਰੂ ਦੀ ਬਖਸ਼ਿਸ਼ ਦੁਆਰਾ ਇਹ ਤੇ ਸੱਟਾਂ ਮਾਰ, ਇਹ ਤੇ ਚੋਟਾਂ ਮਾਰ। ਕੋਈ ਦੂਜਾ ਤੇਰੇ ਕੋਲ ਆਪਸ਼ਨ ਹੈ ਨਹੀਂ। ਅਸੀਂ ਇੰਜ ਨਹੀਂ ਨਾ ਕਹਿ ਸਕਦੇ ਗੁਰੂ ਨੂੰ ਛੱਡ ਕੇ ਕਾਲੀ ਮਾਤਾ ਕੋਲ ਚੱਲ ਜਾਾਂਗੇ ਤੇ ਕਾਲੀ ਮਾਤਾ ਛੇਤੀ ਕਿਰਪਾ ਕਰ ਦੇ, ਕਿਉਂਕਿ ਸਿੱਖ ਤੇ ਗੁਰੂ ਤੋਂ ਇਲਾਵਾ ਦੂਜੇ ਪਾਸੇ ਜਾਂਦਾ ਹੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਰੇ ਹੀ ਸਤਿਕਾਰਯੋਗ ਨੇ, ਪਰ ਜਿਸ ਵੇਲੇ ਗੁਰੂ ਦੀ ਗੱਲ ਆਉਂਦੀ ਹੈ ਸਿੱਖ ਗੁਰੂ ਤੋਂ ਬਿਨਾਂ ਦੂਜੇ ਪਾਸੇ ਜਾਂਦਾ ਨਹੀਂ। ਜੇ ਪਤਾ ਹੈ ਗੁਰੂ ਤੋਂ ਬਿਨਾਂ ਸਾਡੇ ਕੋਲ ਦੂਜੀ ਤਾਕਤ ਹੀ ਕੋਈ ਨਹੀਂ, ਤੇ ਫਿਰ ਗੁਰੂ ਦੇ ਕੋਲ ਜਾ ਕੇ ਗੁਰੂ ਨੂੰ ਹੁਕਮ ਪੁੱਛੋ, ਤੇ ਜਿਸ ਵੇਲੇ ਹੁਕਮ ਅਸੀਂ ਸੁਣਾਂਗੇ, ਮੰਨਾਂਗੇ, ਤੇ ਫਿਰ ਗੁਰੂ ਮਹਾਰਾਜ ਦੀ ਬਖਸ਼ਿਸ਼ ਕਰਕੇ ਸਾਡੀ ਇਸ ਮੈਲੀ ਬੁੱਧੀ ਦੇ ਉੱਤੇ ਆਪਣੀ ਸਿਫਤ ਸਲਾਹ ਦੀ ਸੱਟ ਮਾਰ ਕੇ ਤੇ ਸਾਡੀ ਇਸ ਬੁੱਧੀ ਨੂੰ ਪਵਿੱਤਰ ਕਰਨਗੇ। ਭੋ ਖੱਲਾ ਅਗਰ ਤਪਤਾਓ, ਭਾਂਡਾ ਭਾਓ, ਅੰਮ੍ਰਿਤ ਤਿਤ ਢਾਲ। ਦਾਸ ਬੇਨਤੀ ਕਰੇ ਜੀ, ਜੇ ਅਸੀਂ ਖਲਾ ਕਵਾਂਗੇ ਨਾ, ਖਲਾ ਹੁੰਦਾ ਹੈ ਮੂਰਖ। ਇਸ ਦਾ ਅਰਥ ਭਉ ਖੱਲਾ, ਖੱਲਾ ਦਾ ਅਰਥ ਹੁੰਦਾ ਹੈ ਜਿਹੜੀ ਨਾ ਛੋਟੀ ਜਿਹੀ ਪਾਈਪ ਹੁੰਦੀ ਹੈ ਜਿਸ ਨੂੰ ਸੁਨਿਆਰੇ ਵੀਰ ਵਰਤਦੇ ਨੇ, ਫੂਕ ਮਾਰਦੇ ਨੇ, ਉਹਦੇ ਵਿੱਚੋਂ ਏਅਰ ਪਾਸ ਕਰਦੇ ਨੇ, ਉਸ ਨੂੰ ਆਖਿਆ ਜਾਂਦਾ ਹੈ ਧੌਂਕਣੀ। ਜਿਸ ਵੇਲੇ ਤੇਰੇ ਜੀਵਨ ਦੇ ਵਿੱਚ ਜਿੰਨੀਆਂ ਵੀ ਇੰਦਰੀਆਂ ਨੇ ਗੁਪਤ ਪ੍ਰਗਟ, ਇਹ ਸਾਰੀਆਂ ਤੇਰੇ ਵਸ ਵਿੱਚ ਆ ਗਈਆਂ, ਤੇਰੇ ਜੀਵਨ ਵਿੱਚ ਧੀਰਜ ਆ ਗਿਆ, ਫਿਰ ਤੂੰ ਆਪਣੀ ਮੱਤ ਗੁਰੂ ਅੱਗੇ ਸਮਰਪਿਤ ਕਰ ਦਿੱਤੀ। ਗੁਰੂ ਦੀ ਸਿਫਤ ਸਲਾਹ ਇਹਦੇ ਉੱਤੇ ਸੱਟਾਂ ਮਾਰਨ ਵਾਲਾ ਹਥੌੜਾ ਬਣ ਗਿਆ, ਹਥਿਆਰ ਬਣ ਗਿਆ। ਬ੍ਰਹਮ ਗਿਆਨ ਦੀ ਹੁਣ ਸ਼ਕਤੀ ਤੇਰੀ ਬੁੱਧੀ ਦੇ ਉੱਤੇ ਹੁਣ ਟਿਕਦੀ ਪਈ ਹੈ। ਹੁਣ ਕਹਿੰਦੇ ਹੁਣ ਕੀ ਹੋਏਗਾ? ਭਉ ਖੱਲਾ, ਤੇਰੇ ਅੰਦਰ ਡਰ ਪੈਦਾ ਹੋਏਗਾ। ਉਹ ਡਰ ਕੈਸਾ ਹੈ? ਕਿਤੇ ਰੱਬ ਦਾ ਨਾਮ ਵਿਸਰ ਨਾ ਜਾਏ, ਕਿਤੇ ਕੋਈ ਮਾੜਾ ਕਰਮ ਨਾ ਹੋ ਜਾਏ, ਕਿਉਂਕਿ ਰੱਬ ਮੈਨੂੰ ਚਾਰੇ ਪਾਸਿਓਂ ਦੇਖਦਾ ਹੈ। ਇਸ ਢੰਗ ਦੇ ਨਾਲ ਸੁਨਿਆਰੇ ਵੀਰ ਦੇ ਕੋਲ ਜੋ ਜੋ ਸਮਾਨ ਹੁੰਦਾ ਹੈ, ਹੁਣ ਭਾਈ ਤੈਨੂੰ ਉਹ ਗੁਣ ਆਪਣੇ ਜੀਵਨ ਵਿੱਚ ਧਾਰਨ ਕਰਨੇ ਪੈਣੇ ਨੇ। ਡਰ ਦੀ ਖੱਲਾ ਹੋਵੇ, ਡਰ ਦੀ ਧੌਂਕਣੀ ਹੋਵੇ,
ਅਗਨ ਤਪ ਤਾਓ। ਤੇ ਕਹਿਣ ਲੱਗੇ ਹੁਣ ਗੁਰੂ ਕੇ ਸ਼ਬਦ ਨੂੰ ਤੂੰ ਜਪ ਜਪ ਕੇ ਆਪਣੇ ਅੰਦਰ ਇੱਕ ਸ਼ਕਤੀ ਨੂੰ ਪ੍ਰਗਟ ਹੁੰਦਿਆਂ ਦੇਖੇਗਾ। ਬੜੀ ਬਾਕਮਾਲ ਬਾਤ ਹੈ। ਜਿਸ ਵੇਲੇ ਸਾਡੇ ਅੰਤਰੀਵ ਜੀਵਨ ਦੇ ਵਿੱਚ ਅਸੀਂ ਸ਼ਬਦ ਜਪਦੇ ਆ ਨਾ ਜੀ, ਸਾਰੇ ਅੰਦਰੋਂ ਇੱਕ ਬ੍ਰਹਮ ਅਗਨ ਪ੍ਰਗਟ ਹੁੰਦੀ ਹੈ। ਪਰ ਹੈਰਾਨਗੀ ਦੀ ਗੱਲ ਹੁੰਦੀ ਉਹ ਠੰਡੀ ਹੈ। ਬਾਹਰ ਦੀ ਕੋਈ ਵੀ ਅੱਗ, ਬਾਹਰ ਦੀ ਜੋ ਅਗਨੀ ਹੈ ਉਹ ਕਦੀ ਵੀ ਠੰਡੀ ਨਹੀਂ ਹੋਏਗੀ, ਪਰ ਅੰਦਰੋਂ ਜਿਹੜੀ ਅੱਗ ਪ੍ਰਗਟ ਹੁੰਦੀ ਹੈ ਉਸ ਨੂੰ ਬ੍ਰਹਮ ਅਗਨ ਕਹਿੰਦੇ ਨੇ। ਤੇ ਉਹ ਜਿਸ ਵੇਲੇ ਅੱਗ ਪ੍ਰਗਟ ਹੁੰਦੀ ਹੈ ਤੇ ਉਸੇ ਵੇਲੇ ਜਿੰਨੇ ਵੀ ਸਾਡੇ ਪਾਪ ਨੇ ਸਾਰੇ ਸੜ ਕੇ ਸਵਾਹ ਹੋ ਜਾਂਦੇ ਨੇ, ਪੁਰਾਣੇ ਜਨਮਾਂ ਤੋਂ ਲੈ ਕੇ ਹੁਣ ਤੱਕ। ਤੇ ਉਹ ਅੱਗ ਜਿਸ ਵੇਲੇ ਪ੍ਰਗਟ ਹੁੰਦੀ ਹੈ ਉਸ ਵੇਲੇ ਸਮਝ ਲਵੋ ਕਿ ਸਾਡੀ ਜਿਹੜੀ ਘਾਲਣਾ ਹੈ, ਜੋ ਅਸੀਂ ਗੁਰੂ ਕੇ ਸ਼ਬਦ ਨੂੰ ਜਪ ਜਪ ਕੇ ਫਲ ਪ੍ਰਾਪਤ ਕੀਤਾ, ਉਹ ਸਾਡੀ ਘਾਲਣਾ ਸੰਪੂਰਨ ਹੋ ਗਈ। ਉਹ ਅੱਗ ਜਿਸ ਵੇਲੇ ਪ੍ਰਗਟ ਹੁੰਦੀ ਹੈ ਨਾ ਜੀ, ਅਸੀਂ ਅੰਤਰਮੁਖੀ ਦੇਖਦੇ ਹਾਂ ਤੇ ਇੰਜ ਮਹਿਸੂਸ ਹੁੰਦਾ ਹੈ ਜਿਵੇਂ ਹਜ਼ਾਰਾਂ ਏਕੜ ਜ਼ਮੀਨ ਦੇ ਉੱਤੇ ਅੱਗ ਲੱਗ ਗਈ ਹੈ। ਇੰਜ ਮਹਿਸੂਸ ਹੁੰਦਾ ਹੈ। ਇੰਜ ਨਹੀਂ ਮਹਿਸੂਸ ਹੁੰਦਾ ਕਿ ਜਿਵੇਂ ਇੱਕ ਦੋ ਥਾਲੀਆਂ ਇਕੱਠੀਆਂ ਕੀਤੀਆਂ ਤੇ ਉਹ 'ਚ ਅੱਗ ਲਾ ਦਿਓ ਤੇ ਉਸ ਢੰਗ ਨਾਲ ਅੱਗ ਲੱਗਦੀ ਹੈ, ਕਿਉਂਕਿ ਸਾਡੇ ਅੰਦਰ ਬਹੁਤ ਵਿਸ਼ਾਲ ਹੈ, ਬਹੁਤ ਵੱਡਾ ਨੈਟਵਰਕ ਹੈ ਸਾਡੇ ਅੰਦਰ। ਅਸੀਂ ਬਾਹਰੋਂ ਦੇਖਦੇ ਹਾਂ ਤਰ੍ਹਾਂ ਤਰ੍ਹਾਂ ਦੇ ਟਾਵਰ ਲੱਗੇ ਹੋਏ ਨੇ, ਪਰ ਜੋ ਬੰਦੇ ਦੇ ਅੰਦਰ ਪਰਮੇਸ਼ਵਰ ਨੇ ਸੁਰਤ ਇੱਕ ਮਹਾਨ ਦਾਤ ਦਿੱਤੀ ਹੈ, ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਨਾਲ ਕਨੈਕਟ ਪਰਮੇਸ਼ਵਰ ਨੇ ਪਹਿਲਾਂ ਹੀ ਇਹਦਾ ਕਨੈਕਸ਼ਨ ਦਿੱਤਾ ਹੋਇਆ ਹੈ। ਜਿੱਥੇ ਮਰਜ਼ੀ ਕਨੈਕਟ ਹੋ ਸਕਦਾ ਹੈ, ਰੱਬ ਦੇ ਨਾਲ ਕਨੈਕਟ ਹੋ ਸਕਦਾ ਹੈ। ਇਸ ਕਰਕੇ ਸਭ ਤੋਂ ਵੱਡਾ ਨੈਟਵਰਕ ਬੰਦੇ ਦੇ ਅੰਦਰ ਪੈਦਾ ਕੀਤਾ ਹੈ। ਤੇ ਜਿਸ ਵੇਲੇ ਉਹ ਅੱਗ ਪ੍ਰਗਟ ਹੁੰਦੀ ਹੈ ਤੇ ਇੰਜ ਮਹਿਸੂਸ ਹੁੰਦਾ ਹੈ ਕਿ ਜਿਵੇਂ ਸਾਰੀ ਸ੍ਰਿਸ਼ਟੀ ਦੇ ਉੱਤੇ ਅੱਗ ਲੱਗ ਗਈ ਹੈ, ਪਰ ਅੱਗ ਬੜੀ ਠੰਡੀ ਹੈ। ਅੱਗ ਨੂੰ ਦੇਖੀਏ ਤੇ ਹੋਰ ਠੰਡਕ ਅੰਦਰੋਂ ਪੈਦਾ ਹੁੰਦੀ ਹੈ। ਤੇ ਉਹ ਬ੍ਰਹਮ ਅਗਨ ਸਾਰਿਆਂ ਕੋਲ ਹੈ। ਜਿਹੜੇ ਪੁੱਜੇ ਹੋਏ ਫਕੀਰ ਹੁੰਦੇ ਨੇ ਉਹ ਆਪਣੇ ਅੰਤਲੇ ਸਵਾਸਾਂ ਦੇ ਵਿੱਚ ਆਪਣੀ ਨਾਭੀ ਦੇ ਵਿੱਚੋਂ ਇਹ ਅੱਗ ਪ੍ਰਗਟ ਕਰਦੇ ਨੇ, ਆਪਣੀ ਮਰਜ਼ੀ ਦੇ ਨਾਲ ਆਪਣੇ ਪੂਰੇ ਸਰੀਰ ਨੂੰ ਸਮੇਟ ਲੈਂਦੇ ਨੇ। ਉਸ ਅਗਨੀ ਦੁਆਰਾ ਜੋ ਮਰਜ਼ੀ ਕੀਤਾ ਜਾ ਸਕਦਾ, ਪਾਪਾਂ ਨੂੰ ਸਾੜਿਆ ਜਾ ਸਕਦਾ, ਆਪਣੇ ਸਰੀਰ ਨੂੰ ਉਹਦੇ ਵਿੱਚ ਭਸਮ ਕੀਤਾ ਜਾ ਸਕਦਾ ਹੈ। ਆਪ ਜੀ ਨੂੰ ਪਤਾ ਹੋਏਗਾ ਪੌਰਾਣਿਕ ਮਿੱਥ ਵਿੱਚ ਆਪ ਜੀ ਦੇਖੋਗੇ ਜਿਸ ਵੇਲੇ ਮਾਤਾ ਸਤੀ ਇਹ ਦੇਖਦੇ ਨੇ ਕਿ ਮੇਰੇ ਘਰ ਵਾਲੇ ਦਾ, ਮੇਰੇ ਪਤੀ ਦੇਵ ਸ਼ਿਵਜੀ ਭਗਵਾਨ ਦਾ ਨਿਰਾਦਰ ਕੀਤਾ ਜੀ, ਅਪਮਾਨ ਕੀਤਾ ਹੈ। ਕਿੰਨੇ? ਰਾਜੇ ਦਕਸ਼, ਭਾਵ ਕਿ ਮੇਰੇ ਪਿਤਾ ਨੇ। ਜੋ ਮਾਤਾ ਸਤੀ ਸੀ ਉਹਦੇ ਪਿਤਾ ਦਾ ਨਾਮ ਸੀ ਦਕਸ਼, ਦਕਸ਼ ਪ੍ਰਜਾਪਤੀ ਕਹਿੰਦੇ ਸੀ ਉਹਨੂੰ। ਤੇ ਉਸਨੇ ਜਦੋਂ ਆਖਿਆ ਕਿ ਤੇਰੇ ਘਰ ਵਾਲੇ ਦਾ ਅਸਤਿਤਵ ਕੀ, ਜੰਗਲਾਂ ਵਿੱਚ ਰਹਿੰਦਾ ਹੈ, ਭੰਗ ਪੀਂਦਾ ਹੈ, ਮੈਲਾ ਕੁਚੈਲਾ ਰਹਿੰਦਾ ਹੈ, ਪਸ਼ੂਆਂ ਨਾਲ ਪ੍ਰੇਮ ਕਰਦਾ ਹੈ, ਪ੍ਰੇਤਾਂ ਦੇ ਨਾਲ ਰਹਿੰਦਾ ਹੈ, ਉਹਦੀ ਜੀਵਨ ਸ਼ੈਲੀ ਜੰਗਲੀ ਬੰਦਿਆਂ ਵਾਂਗੂ ਆ। ਉਹਨੂੰ ਮਹਿਸੂਸ ਹੋਇਆ ਕਿ ਸਾਰਿਆਂ ਵਿੱਚ ਮੇਰੇ ਘਰ ਵਾਲੇ ਦੀ ਇਨਸਲਟ ਕੀਤੀ ਤੇ ਬੜਾ ਵੱਡਾ ਮੈਸੇਜ ਕਨਵੇ ਕੀਤਾ ਮਾਤਾ ਸਤੀ ਜੀ ਨੇ। ਉਸ ਵੇਲੇ ਆਖਿਆ ਜਿਹੜੀ ਇਸਤਰੀ ਆਪਣੇ ਘਰ ਵਾਲੇ ਦੀ ਨਿੰਦਿਆ ਸੁਣ ਲਵੇ ਉਸ ਇਸਤਰੀ ਨੂੰ ਮਰ ਜਾਣਾ ਚਾਹੀਦਾ। ਤੇ ਅੱਜ ਕੱਲ੍ਹ ਤੇ ਚੜ੍ਹਦੀ ਕਲਾ, ਅੱਜ ਕੱਲ੍ਹ ਤੇ ਬੀਬੀਆਂ ਆਪ ਹੀ ਕਿਰਪਾ ਵਰਤਾ ਦਿੰਦੀਆਂ ਨੇ। ਉਹ ਕਹਿੰਦੀਆਂ ਨੇ ਕੋਈ ਦੂਜਾ ਬੇਇੱਜ਼ਤੀ ਕਿਉਂ ਕਰੇ, ਬੇਇੱਜ਼ਤੀ ਅਸੀਂ ਕਰ ਦਿੰਦੀਆਂ। ਦਾਸ ਗੱਲ ਕਰਦਾ ਪਿਆ ਹੈ ਬਹੁ ਗਿਣਤੀ ਦੀ। ਸਾਰੀਆਂ ਬੀਬੀਆਂ ਨਾ ਇਹ ਸੋਚਣ ਕਿ ਦਾਸ ਉਹਨਾਂ ਨੂੰ ਕਹਿ ਰਿਹਾ। ਮਾਤਾ ਸਤੀ ਜੀ ਕਹਿੰਦੇ ਨੇ ਕਿ ਜਿਹੜੀ ਇਸਤਰੀ ਦੇ ਸਾਹਮਣੇ ਉਹਦੇ ਪਤੀ ਦੀ ਨਿੰਦਿਆ ਹੋ ਗਈ ਉਸ ਇਸਤਰੀ ਨੂੰ ਮਰ ਜਾਣਾ ਚਾਹੀਦਾ ਹੈ। ਤੇ ਜੇਕਰ ਇੱਕ ਇਸਤਰੀ ਆਪਣੇ ਮਨ ਦੇ ਵਿੱਚ ਨਹੀਂ ਭਾਵਨਾ ਲੈ ਕੇ ਬੈਠੀ ਹੈ ਤੇ ਬੰਦੇ ਨੂੰ ਵੀ ਚਾਹੀਦਾ ਹੈ ਕਿ ਉਹ ਵੀ ਭਾਵਨਾ ਲੈ ਕੇ ਬੈਠੇ। ਇਹ ਥੋੜਾ ਕਿ ਬੰਦਾ ਗਾਲਾਂ ਕੱਢੇ ਇਸਤਰੀ ਨੂੰ ਤੇ ਬਾਅਦ 'ਚ ਇਹ ਸਾਖੀ ਸੁਣਾ ਦੇ, ਤੈਨੂੰ ਪਤਾ ਮਾਤਾ ਸਤੀ ਨੇ ਆਪਣਾ ਸਰੀਰ ਤਿਆਗ ਦਿੱਤਾ ਸੀ। ਤੇ ਘਰ ਵਾਲਾ ਕੁੱਟਦਾ ਹੋਵੇ ਤੇ ਨਾਲ ਹੀ ਸਾਖੀ ਸੁਣਾਵੇ ਕੁੱਟਣ ਤੋਂ ਬਾਅਦ ਕਿ ਸੁਣ ਪਹਿਲਾਂ ਤੂੰ ਮਾਤਾ ਸਤੀ ਦੀ ਸਾਖੀ, ਉਹਨੇ ਆਪਣਾ ਸਰੀਰ ਤਿਆਗਤਾ ਸੀ, ਤੂੰ ਮੈਨੂੰ ਕੁਝ ਨਾ ਬੋਲੀ। ਜੇਕਰ ਇਸਤਰੀ ਉੱਤੇ ਇਹ ਬਾਤ ਲਾਗੂ ਹੁੰਦੀ ਹੈ ਤੇ ਪੁਰਸ਼ ਉੱਤੇ ਵੀ ਪੂਰੀ ਲਾਗੂ ਹੁੰਦੀ ਹੈ। ਜੇਕਰ ਇਸਤਰੀ ਵਾਸਤੇ 3 ਭੱਬੇ ਨੇ ਤੇ ਪੁਰਸ਼ ਵਾਸਤੇ ਵੀ 3 ਭੱਬੇ ਨੇ।
ਪੁਰਸ਼ ਨੂੰ ਮਹਾਰਾਜ ਜੀ ਨੇ ਮੁਨੱਫੀ ਨਹੀਂ ਕੀਤਾ, ਸੈਪਰੇਟ ਨਹੀਂ ਕੀਤਾ ਕਿ ਕੋਈ ਗੱਲ ਨਹੀਂ, ਬੰਦਾ ਜਿਹੋ ਜਿਹਾ ਮਰਜ਼ੀ ਹੋਵੇ ਤੇ ਇਸਤਰੀ ਹੀ ਗੱਲ ਮੰਨੇ। ਮਹਾਰਾਜ ਜੀ ਬਚਨ ਕਰਦੇ ਨੇ ਕਿ ਜਿਸ ਵੇਲੇ ਮਨੁੱਖ ਦੇ ਜੀਵਨ ਦੇ ਵਿੱਚ ਇਹ ਬ੍ਰਹਮ ਅਗਨ ਪੈਦਾ ਹੁੰਦੀ ਹੈ ਤੇ ਫਿਰ ਉਸ ਵੇਲੇ ਇੰਜ ਮਹਿਸੂਸ ਕਰੋ ਕਿ ਆਪਣੇ ਜਪ ਤਪ ਦਾ, ਗੁਰੂ ਕੇ ਸ਼ਬਦ ਦੀ ਬਖਸ਼ਿਸ਼ ਦਾ ਫਲ ਮਿਲ ਗਿਆ। ਤੇ ਮਾਤਾ ਸਤੀ ਨੇ ਆਪਣੇ ਅੰਦਰੋਂ ਹੀ ਅੱਗ ਪ੍ਰਗਟ ਕੀਤੀ ਤੇ ਆਪਣੇ ਆਪ ਨੂੰ ਭਸਮਾਭੂਤ ਕਰ ਲਿਆ, ਭਸਮ ਕਰ ਲਿਆ। ਇਸੇ ਤਰ੍ਹਾਂ ਹੀ ਪੁਰਾਣੇ ਸਮੇਂ 'ਚ ਜੋਗੀ ਆਪਣੇ ਸਰੀਰ ਨੂੰ ਸਮੇਟ ਲੈਂਦੇ ਸਨ ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹ ਅੱਗ ਤੇਰੇ ਅੰਦਰ ਟਿਕਾਈ ਹੋਈ ਹੈ, ਬਸ ਤੂੰ ਆਪਣੀ ਅੰਦਰ ਦੀ ਸ਼ਕਤੀ ਤੋਂ ਅਣਜਾਣ ਹੈ, ਇਸ ਕਰਕੇ ਤੈਨੂੰ ਲੱਗਦਾ ਹੈ ਕਿ ਤੇਰਾ ਗੁਰੂ ਜੋ ਕਹਿੰਦਾ ਪਿਆ ਇਹ ਤੇ ਬ੍ਰਹਮ ਗਿਆਨੀਆਂ ਦੀ ਗੱਲ ਹੈ। ਨਹੀਂ, ਇਹ ਬ੍ਰਹਮ ਗਿਆਨੀਆਂ ਦੀ ਗੱਲ ਨਹੀਂ, ਇਹ ਸਾਰਿਆਂ ਦੀ ਗੱਲ ਹੈ। ਭਾਵੇਂ ਕਿਸੇ ਨੇ ਅੰਮ੍ਰਿਤ ਛਕਿਆ ਹੈ ਤੇ ਭਾਵੇਂ ਨਹੀਂ ਛਕਿਆ, ਭਾਵੇਂ ਕੋਈ ਗੁਰੂ ਵਾਲਾ ਹੈ ਤੇ ਭਾਵੇਂ ਨਹੀਂ ਹੈ। ਗੁਰੂ ਵਾਲਾ ਹੋਣਾ ਤੇ ਇੱਕ ਗੁਰੂ ਦੀ ਗੋਦ ਵਿੱਚ ਬਿਰਾਜਣ ਵਾਲੀ ਗੱਲ ਹੈ, ਗੁਰੂ ਦੀ ਬੁੱਕਲ ਵਿੱਚ ਬੈਠਣ ਵਾਲੀ ਗੱਲ ਹੈ, ਗੁਰੂ ਦੀ ਗਲਵੱਕੜੀ ਮੰਨਣ ਵਾਲੀ ਗੱਲ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਤੂੰ ਗੁਰੂ ਵਾਲਾ ਹੋ ਕੇ ਜਿਸ ਵੇਲੇ ਬੰਦਗੀ ਕਰੇਗਾ ਫਿਰ ਅੰਦਰੋਂ ਬ੍ਰਹਮ ਅਗਨ ਪੈਦਾ ਹੋਏਗੀ। ਹੈ ਇਹ ਸ਼ਕਤੀ ਸਾਰਿਆਂ ਵਿੱਚ, ਜਿਨ੍ਹਾਂ ਨੇ ਕੇਸ ਰੱਖੇ ਨੇ ਉਹਨਾਂ ਵਿੱਚ ਵੀ, ਜਿਨ੍ਹਾਂ ਨੇ ਕੇਸ ਕਤਲ ਕੀਤੇ ਨੇ ਉਹਨਾਂ ਵਿੱਚ ਵੀ। ਗੁਰਸਿੱਖ ਆਪਣੀ ਅੰਦਰ ਦੀ ਸ਼ਕਤੀ ਨੂੰ ਅਨੁਭਵ ਕਰਦਾ ਹੈ। ਉਹ ਗੁਰਸਿੱਖ ਮਹਾਰਾਜ ਜੀ ਨੇ ਬਾਣੀ ਵਿੱਚ ਬਚਨ ਕੀਤਾ, ਕਰੋੜਾਂ ਵਿੱਚੋਂ ਕੋਈ ਇੱਕ ਆਧੀ ਹੁੰਦਾ ਹੈ। ਸਾਰਿਆਂ ਕੋਲ ਇਹ ਅੰਦਰ ਦੀ ਖੇਡ ਨਹੀਂ ਹੁੰਦੀ। ਅੰਤਰੀਵ ਜੀਵਨ ਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ। ਇਹ ਗੁਰੂ ਮਹਾਰਾਜ ਜੀ ਦੀ ਬੜੀ ਬਖਸ਼ਿਸ਼ ਵਰਤੀ ਹੋਵੇ ਤੇ ਫੇਰ ਹੀ ਪਤਾ ਲੱਗਦਾ ਹੈ, ਨਹੀਂ ਤਾਂ ਸਾਰਾ ਸੰਸਾਰ ਬਾਹਰ ਮੁਖੀ ਹੀ ਜਿਉਂਦਾ ਪਿਆ। ਗੁਰੂ ਦੇ ਸ਼ਬਦ ਤੋਂ ਅਣਜਾਣ ਹੋ ਕੇ ਜਿਉਂਦੇ ਪਏ ਹਾਂ। ਮਹਾਰਾਜ ਜੀ ਕਹਿ ਰਹੇ ਨੇ ਹੁਣ ਤੇਰੇ ਕੋਲ ਧੌਂਕਣੀ ਹੋ ਗਈ, ਤੈਨੂੰ ਰੱਬ ਚਾਰੇ ਪਾਸੇ ਦਿਸ ਰਿਹਾ, ਉਹ ਮੈਨੂੰ ਦੇਖ ਰਿਹਾ, ਉਹ ਮੈਨੂੰ ਸੁਣਦਾ ਪਿਆ। ਤੇ ਜੇਕਰ ਸੁਣਦਾ ਪਿਆ ਮੈਂ ਕੋਈ ਮਾੜਾ ਬੋਲਣਾ, ਕਿਸੇ ਨੂੰ ਬੋਲਾਂ, ਕਿਸੇ ਦਾ ਦਿਲ ਨਾ ਦੁੱਖ ਜਾਏ, ਦਿਲਾਂ ਵਿੱਚ ਤੇ ਉਹ ਰਹਿੰਦਾ। ਤੇ ਮੈਂ ਅੱਖਾਂ ਦੇ ਨਾਲ ਕਿਸੇ ਦੇ ਪ੍ਰਤੀ ਮੈਲੀ ਨੀਅਤ ਨਾ ਰੱਖਾਂ, ਉਹ ਮੈਨੂੰ ਦੇਖ ਰਿਹਾ। ਇਸ ਤਰ੍ਹਾਂ ਧੌਂਕਣੀ ਮਿਲਦੀ ਹੈ, ਧੌਂਕਣੀ ਪੈਦਾ ਹੁੰਦੀ ਹੈ। ਸੁਨਿਆਰੇ ਦੇ ਕੋਲ ਜੋ ਹਰਦਮ ਰਹਿੰਦੀ ਹੈ ਉਸ ਧੌਂਕਣੀ ਨੂੰ ਕਹਿੰਦੇ ਨੇ ਡਰ ਵਾਲੀ ਧੌਂਕਣੀ। ਇਹ ਨਿਰਮਲ ਭਾਵ ਹੁੰਦਾ ਹੈ। ਇਸ ਡਰ ਦੇ ਵਿੱਚ ਬੰਦਾ ਕੰਬਦਾ ਨਹੀਂ, ਇਸ ਡਰ ਵਿੱਚ ਬੰਦਾ ਇਕਾਗਰ ਹੋ ਜਾਂਦਾ, ਟਿਕ ਜਾਂਦਾ ਹੈ। ਅਗਨ ਤਪ ਤਾਓ, ਬ੍ਰਹਮ ਅਗਨ ਦਾ ਅੰਦਰੋਂ ਤਾਪ ਪ੍ਰਗਟ ਹੁੰਦਾ ਹੈ ਤੇ ਉਸ ਵੇਲੇ ਮਨੁੱਖ ਨੂੰ ਪਤਾ ਲੱਗਦਾ ਹੈ ਕਿ ਅੰਦਰ ਦੀ ਘਾਲਣਾ, ਅੰਦਰ ਦੀ ਕਮਾਈ ਪ੍ਰਗਟ ਹੋ ਗਈ ਹੈ। ਅੱਗੇ ਵਚਨ ਕੀਤਾ ਭਾਂਡਾ ਭਾਉ। ਜੋ ਭਾਂਡਾ ਹੈ, ਸੁਨਿਆਰੇ ਦੇ ਕੋਲ ਇੱਕ ਭਾਂਡਾ ਹੁੰਦਾ ਹੈ, ਉਸ ਨੂੰ ਆਖਿਆ ਜਾਂਦਾ ਹੈ ਕੁਠਾਲੀ। ਕੁਠਾਲੀ ਦਾ ਅਰਥ ਹੁੰਦਾ ਹੈ ਕਿਸੇ ਵੀ ਚੀਜ਼ ਨੂੰ ਢਾਲਣ ਵਾਲੀ ਇੱਕ ਛੋਟੀ ਜਿਹੀ ਇੱਕ ਕੌਲੀ ਟਾਈਪ ਹੁੰਦੀ ਹੈ ਜੀ, ਜਿਸ ਨੂੰ ਕੁਠਾਲੀ ਕਹਿੰਦੇ ਨੇ। ਭਾਂਡਾ ਭਾਉ। ਹੁਣ ਡਰ ਤੋਂ ਬਾਅਦ ਪ੍ਰੇਮ ਪੈਦਾ ਹੁੰਦਾ ਹੈ। ਕਹਿੰਦੇ ਨੇ ਭਾਂਡਾ ਚਾਹੀਦਾ ਹੈ ਪ੍ਰੇਮ ਵਾਲਾ, ਪ੍ਰੇਮ ਰੂਪੀ ਭਾਂਡਾ। ਬੰਦਗੀ ਦੌਰਾਨ ਇਹ ਸਾਰੇ ਗੁਣ ਆਪਣੇ ਆਪ ਪ੍ਰਗਟ ਹੁੰਦੇ ਨੇ। ਇਹ ਪ੍ਰਗਟ ਕਰਨ ਬਾਰੇ ਸੋਚਿਆ ਨਹੀਂ ਜਾਂਦਾ। ਬਾਣੀ 'ਚ ਅਸੀਂ ਪੰਕਤੀ ਪੜ੍ਹਦੇ ਹਾਂ, ਜਿਨ ਮਨ ਭਾਉ ਤਿਨਾ ਮਨ ਭਾਉ ਆਸਾ ਕੀ ਵਾਰ। ਡਰ ਹੋਵੇ ਪ੍ਰੇਮ ਵਾਲਾ, ਜਿਸ ਵੇਲੇ ਡਰ ਹੁੰਦਾ ਹੈ ਤੇ ਫੇਰ ਹੀ ਪ੍ਰੇਮ ਪੈਦਾ ਹੁੰਦਾ ਹੈ। ਨੇਮ ਤੇ ਪ੍ਰੇਮ ਇਹ ਦੋਵੇਂ ਇਕੱਠੇ ਹੀ ਰਹਿੰਦੇ ਨੇ। ਮਹਾਰਾਜ ਜੀ ਕਹਿੰਦੇ ਨੇ ਜਿਸ ਵੇਲੇ ਪ੍ਰੇਮ ਦਾ ਭਾਂਡਾ ਆ ਗਿਆ ਫਿਰ ਅੰਮ੍ਰਿਤ ਤਿਤ ਢਾਲ। ਇਸ ਨੂੰ ਅੰਮ੍ਰਿਤ ਨਹੀਂ ਕਹਿਣਾ। ਜੇ ਅੰਮ੍ਰਿਤ ਕਵਾਂਗੇ ਫਿਰ ਅੰਮ੍ਰਿਤ ਦਾ ਅਰਥ ਕੁਝ ਹੋਰ ਬਣ ਜਾਂਦਾ ਹੈ। ਇਹ ਹੈ ਅੰਮ੍ਰਿਤ। ਮ੍ਰਿਤ ਕਵਾਂਗੇ ਅੰਮ੍ਰਿਤ। ਜੇ ਅੰਮ੍ਰਿਤ ਕਵਾਂਗੇ ਮ੍ਰਤ ਤੇ ਮੰਮਾ ਤੇ ਰਾਰਾ ਪੂਰਾ ਪੈ ਜਾਏਗਾ। ਇਸ ਕਰਕੇ ਕਲੀਅਰ ਬੋਲਾਂਗੇ ਅੰਮ੍ਰਿਤ। ਅੰਮ੍ਰਿਤ ਤਿਤ ਢਾਲ। ਤੇ ਅੰਮ੍ਰਿਤ ਪਰਮੇਸ਼ਵਰ ਦਾ ਨਾਮ ਜੋ ਕਿ ਸਾਡੇ ਅੰਦਰ ਪਰਮੇਸ਼ਵਰ ਜੀ ਨੇ ਜਨਮ ਦੇ ਨਾਲ ਰੱਖਿਆ। ਕਹਿਣ ਲੱਗਣ ਪ੍ਰੇਮ ਦੀ ਕੌਲੀ ਹੋਵੇ, ਪ੍ਰੇਮ ਦੀ ਕੁਠਾਲੀ ਹੋਵੇ, ਪ੍ਰੇਮ ਦਾ ਭਾਂਡਾ ਹੋਵੇ ਤੇ ਹੁਣ ਉਹਦੇ ਵਿੱਚ ਪਰਮੇਸ਼ਵਰ ਦਾ ਨਾਮ ਜਪ ਜਪ ਕੇ ਢਾਲ ਕੇ ਵਿੱਚ ਟਿਕਾਇਆ ਜਾ ਸਕਦਾ ਹੈ।
ਅੰਮ੍ਰਿਤ ਨੂੰ ਢਾਲ ਕੇ ਇਸ ਭਾਂਡੇ ਦੇ ਵਿੱਚ ਟਿਕਾਇਆ ਜਾ ਸਕਦਾ ਹੈ। ਤੇ ਜਿਸ ਵੇਲੇ ਟਿਕਾਇਆ ਇੰਨੀ ਬਖਸ਼ਿਸ਼ ਹੋ ਗਈ ਤੇ ਫਿਰ ਕੀ ਹੁੰਦਾ ਹੈ ਜੀ? ਆਓ ਸ਼ਰਵਣ ਕਰੀਏ। ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਮਹਾਰਾਜ ਜੀ ਕਿਰਪਾ ਕਰਦੇ ਨੇ। ਘੜੀਐ ਸ਼ਬਦ ਸੱਚੀ ਟਕਸਾਲ। ਟਕਸਾਲ ਦੇ ਵਿੱਚ ਅਕਸਰ ਸਿੱਕੇ ਘੜੇ ਜਾਂਦੇ ਨੇ। ਸਿੱਕੇ ਘੜਨ ਵੇਲੇ ਦੀ ਕਿਰਿਆ ਦੇ ਵਿੱਚ ਜਿਸ ਵੇਲੇ ਸਿੱਕਾ ਘੜਿਆ ਜਾਂਦਾ ਹੈ ਫਿਰ ਉਸ ਨੂੰ ਟਣਕਾਇਆ ਜਾਂਦਾ ਹੈ। ਸਿੱਕੇ ਨੂੰ ਟਣਕਾਉਣ ਤੋਂ ਬਾਅਦ ਉਹਦੀ ਆਵਾਜ਼ ਸੁਣੀ ਜਾਂਦੀ ਹੈ। ਜਿਸ ਸਿੱਕੇ ਦੀ ਆਵਾਜ਼ ਦੀ ਜੋ ਟਣਕਾਰ ਹੈ ਜੇਕਰ ਸਹੀ ਨਾ ਲੱਗੇ ਉਹਨਾਂ ਨੂੰ ਵੱਖਰਾ ਕੀਤਾ ਜਾਂਦਾ ਹੈ। ਜਿਹੜੇ ਸਿੱਕੇ ਵੇਖਣ ਵਿੱਚ ਵੀ ਸੁੰਦਰ ਲੱਗਣ, ਸੋਹਣੇ ਲੱਗਣ, ਜਿਨ੍ਹਾਂ ਦੀ ਬਣਤਰ ਵੀ ਸੋਹਣੀ ਹੋਵੇ, ਜਿਨ੍ਹਾਂ ਦੀ ਆਵਾਜ਼ ਵੀ ਪੂਰੀ ਖਰੀ ਹੋਵੇ, ਸੋਹਣੀ ਹੋਵੇ, ਤੇ ਕਹਿੰਦੇ ਨੇ ਉਹ ਸਿੱਕੇ ਵੱਖਰੇ ਕੀਤੇ ਜਾਂਦੇ ਨੇ। ਤੇ ਫਿਰ ਉਹਨਾਂ ਸਿੱਕਿਆਂ ਦਾ ਆਉਣ ਵਾਲੇ ਸਮੇਂ 'ਚ ਮੁੱਲ ਪੈਂਦਾ ਹੈ। ਗੁਰੂ ਕੀ ਹਜ਼ੂਰੀ ਵਿੱਚ ਪਹੁੰਚ ਕੇ ਗੁਰੂ ਕੇ ਸ਼ਬਦ ਨੂੰ ਜਪਣ ਦੀ ਕਿਰਿਆ ਨੂੰ ਕਹਿੰਦੇ ਨੇ ਕਿ ਜਿਸ ਤਰ੍ਹਾਂ ਟਕਸਾਲ ਵਿੱਚ ਸਿੱਕੇ ਘੜੇ ਜਾਂਦੇ ਨੇ, ਇਸੇ ਤਰ੍ਹਾਂ ਗੁਰੂ ਕੇ ਸ਼ਬਦ ਦੀ ਟਕਸਾਲ ਦੇ ਵਿੱਚ, ਗੁਰੂ ਦੇ ਬ੍ਰਹਮ ਗਿਆਨ ਦੀ ਟਕਸਾਲ ਦੇ ਵਿੱਚ ਮਨੁੱਖੀ ਜੀਵਨ ਘੜਿਆ ਜਾਂਦਾ ਹੈ, ਮਨੁੱਖੀ ਮਨ ਘੜਿਆ ਜਾਂਦਾ। ਜਿਸ ਤਰ੍ਹਾਂ ਮਹਾਰਾਜ ਜੀ ਨੇ ਬਾਣੀ ਦੇ ਵਿੱਚ ਬਚਨ ਕੀਤਾ, ਜੇਕਰ ਖੋਟਾ ਸਿੱਕਾ ਹੋਵੇ ਤੇ ਸੰਸਾਰ ਦੀ ਦੁਕਾਨ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ, ਤੇ ਜਿਨ੍ਹਾਂ ਦਾ ਜੀਵਨ ਖੋਟਾ ਹੈ, ਵਿਸ਼ੇ ਵਿਕਾਰਾਂ ਵਾਲਾ ਹੈ, ਰੱਬ ਦੇ ਘਰ ਦੇ ਵਿੱਚ ਪ੍ਰਵਾਨ ਨਹੀਂ ਹੁੰਦੇ। ਇਸ ਕਰਕੇ ਪਰਮੇਸ਼ਵਰ ਖਰਿਆਂ ਨੂੰ ਆਪਣੇ ਖਜ਼ਾਨੇ ਵਿੱਚ ਟਿਕਾ ਲੈਂਦਾ ਹੈ, ਸੱਚਖੰਡ ਵਿੱਚ ਜਗ੍ਹਾ ਦਿੰਦਾ ਹੈ, ਤੇ ਬਾਕੀਆਂ ਨੂੰ ਉਹ ਨਰਕਾਂ ਦੇ ਵਿੱਚ ਸੁੱਟ ਦਿੰਦਾ ਹੈ। ਨਰਕ ਦਾ ਅਰਥ ਸਿਰਫ ਇਹੀ ਹੁੰਦਾ ਹੈ ਜਿਸ ਥਾਂ ਦੇ ਉੱਤੇ ਪਵਿੱਤਰ ਜੀਵਨ ਸ਼ੈਲੀ ਨਾ ਹੋਵੇ, ਜਿਸ ਥਾਂ ਦੇ ਉੱਤੇ ਸਜ਼ਾ ਹੋਵੇ, ਜੀਵਨ ਹੀ ਸਜ਼ਾ ਹੋਵੇ, ਜਨਮ ਹੀ ਸਜ਼ਾ ਹੋਵੇ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਪਏ ਨੇ, ਫਿਰ ਗੁਰੂ ਕੇ ਸ਼ਬਦ ਦੀ ਸੱਚੀ ਟਕਸਾਲ ਦੇ ਵਿੱਚ, ਸੱਚੀ ਟਕਸਾਲ ਜਿਹੜੀ ਕਦੀ ਵੀ ਪੈਦਾ ਨਹੀਂ ਹੋਈ, ਜਿਹੜੀ ਕਦੀ ਵੀ ਮਰੇਗੀ, ਬ੍ਰਹਮ ਪ੍ਰਕਾਸ਼ ਰੂਪੀ ਟਕਸਾਲ ਦੇ ਵਿੱਚ ਫਿਰ ਮਨੁੱਖੀ ਜੀਵਨ ਘੜਿਆ ਜਾਂਦਾ ਹੈ। ਪਰ ਕਹਿਣ ਲੱਗੇ ਇੱਥੇ ਜੇ ਅਸੀਂ ਕਹਾਂਗੇ ਨਾ, ਆਪ ਜੀ ਅਰਥ ਪੜ੍ਹੋਗੇ ਜੇ ਟੀਕਿਆਂ ਵਿੱਚ, ਤੇ ਉੱਥੇ ਲਿਖਿਆ ਜਾਂਦਾ ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ। ਗੁਰੂ ਦੇ ਸ਼ਬਦ ਨੂੰ ਕੋਈ ਘੜ ਸਕਦਾ ਹੈ? ਆਪ ਜੀ ਜਿਸ ਵੇਲੇ ਸਾਰੀ ਟਰਾਂਸਲੇਸ਼ਨ ਦੇਖੋਗੇ ਨਾ, ਮੋਸਟਲੀ ਦਾਸ ਨੇ ਟਰਾਂਸਲੇਸ਼ਨ ਦੇਖੀ, ਇਸ ਪੰਕਤੀ ਦੀ ਗਲਤ ਹੀ ਲਿਖੀ ਹੁੰਦੀ। ਮੋਸਟਲੀ ਤਕਰੀਬਨ 58 ਤੋਂ 59 ਟੀਕੇ ਦਾਸ ਨੇ ਦਰਸ਼ਨ ਕੀਤੇ ਨੇ। 59 ਟੀਕਿਆਂ ਦੇ ਵਿੱਚ ਵਿਆਖਿਆ ਇਹੀ ਹੈ, ਘੜੀਐ ਸ਼ਬਦ ਸੱਚੀ ਟਕਸਾਲ। ਸੱਚੀ ਟਕਸਾਲ ਵਿੱਚ ਗੁਰੂ ਦਾ ਸ਼ਬਦ ਘੜਿਆ ਜਾਂਦਾ ਹੈ, ਜਦ ਕਿ ਗੁਰੂ ਦੇ ਸ਼ਬਦ ਨੂੰ ਘੜਨ ਵਾਲੀ ਤਾਕਤ ਕੋਈ ਦੁਨੀਆ ਵਿੱਚ ਪੈਦਾ ਨਹੀਂ ਹੋਈ। ਸੱਚੀ ਟਕਸਾਲ ਵਿੱਚ ਗੁਰੂ ਕੇ ਸ਼ਬਦ ਦੁਆਰਾ ਮਨੁੱਖੀ ਜੀਵਨ ਘੜਿਆ ਜਾਂਦਾ ਹੈ, ਮਨੁੱਖੀ ਜੀਵਨ ਖਰਾ ਕੀਤਾ ਜਾਂਦਾ ਹੈ, ਮਨੁੱਖੀ ਜੀਵਨ ਪਵਿੱਤਰ ਹੁੰਦਾ ਹੈ। ਮਨੁੱਖੀ ਜੀਵਨ ਦੇ ਜਿਹੜੇ ਗੁਣ ਆਪਾਂ ਉੱਪਰ ਸਾਰੇ ਸੁਣੇ ਨੇ ਕਿ ਡਰ ਪ੍ਰਗਟ ਹੁੰਦਾ ਹੈ, ਨਿਰਮਲ ਭਾਵ ਪ੍ਰਗਟ ਹੁੰਦਾ ਹੈ, ਬ੍ਰਹਮ ਅਗਨ ਪੈਦਾ ਹੁੰਦੀ ਹੈ, ਧੌਂਕਣੀ ਮਿਲਦੀ ਹੈ, ਫਿਰ ਪ੍ਰੇਮ ਦਾ ਭਾਂਡਾ ਮਿਲਦਾ ਹੈ, ਜਤ ਦੀ ਦੁਕਾਨ ਮਿਲਦੀ ਹੈ, ਧੀਰਜ ਸੁਨਿਆਰ ਮਿਲਦਾ ਹੈ, ਮਤ ਐਰਨ ਬਣ ਜਾਂਦੀ ਹੈ, ਤੇ ਜੋ ਗੁਰੂ ਦਾ ਸ਼ਬਦ ਹੈ, ਗਿਆਨ ਹੈ, ਬ੍ਰਹਮ ਗਿਆਨ, ਉਹ ਹਥਿਆਰ ਬਣ ਜਾਂਦਾ ਹੈ। ਇਹ ਅਸੀਂ ਕੱਲੀ ਕੱਲੀ ਚੀਜ਼ ਜਿਸ ਵੇਲੇ ਅੰਤਰੀਵ ਜੀਵਨ ਵਿੱਚ ਦੇਖਦੇ ਹਾਂ, ਤੇ ਦੇਖੋ ਇਹ ਸਾਰਾ ਜੋ ਵੀ ਆਪ ਜੀ ਪ੍ਰਕਰਨ ਦੇਖ ਰਹੇ ਹੋ, ਇਹ ਸੁਨਿਆਰੇ ਦੀ ਜੀਵਨ ਸ਼ੈਲੀ ਦੇ ਵਿੱਚੋਂ ਲੰਘਣ ਵਾਲਾ ਪ੍ਰਕਰਨ ਹੈ। ਜਿਸ ਤਰ੍ਹਾਂ ਸੋਨੇ ਨੂੰ ਸ਼ੁੱਧ ਕਰਨ ਲੱਗਿਆ ਅੱਗ ਵਿੱਚੋਂ ਕੱਢਿਆ ਜਾਂਦਾ ਹੈ, ਇਸੇ ਤਰ੍ਹਾਂ ਬ੍ਰਹਮ ਗਿਆਨ ਦੀ ਅੱਗ ਵਿੱਚੋਂ ਨਿਕਲੇ ਬਿਨਾਂ ਕਦੀ ਵੀ ਜੀਵਨ ਸ਼ੁੱਧ ਨਹੀਂ ਹੁੰਦਾ। ਬ੍ਰਹਮ ਗਿਆਨ ਦੀ ਬ੍ਰਹਮ ਅਗਨੀ ਜਿੰਨਾ ਚਿਰ ਜੀਵਨ ਵਿੱਚ ਪ੍ਰਗਟ ਨਹੀਂ ਹੁੰਦੀ, ਤੇ ਮਨੁੱਖੀ ਮਨ ਕਦੀ ਸ਼ੁੱਧ ਨਹੀਂ ਹੁੰਦਾ, ਮਨੁੱਖੀ ਜੀਵਨ ਕਦੀ ਸ਼ੁੱਧ ਨਹੀਂ ਹੁੰਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਸ ਵੇਲੇ ਗੁਰੂ ਕੇ ਸ਼ਬਦ ਦੀ ਟਕਸਾਲ ਦੇ ਵਿੱਚ ਤੇਰਾ ਜੀਵਨ ਘੜਿਆ ਗਿਆ,
ਫਿਰ ਕੀ ਹੋਏਗਾ? ਜਿਨ ਕਉ ਨਦਰ ਕਰਮ ਤਿਨ ਕਾਰ। ਕਹਿਣ ਲੱਗੇ ਇਹ ਸਾਰੇ ਗੁਣ ਉਹਨਾਂ ਦੇ ਅੰਦਰੋਂ ਪ੍ਰਗਟ ਹੋਏ, ਇਹ ਸਾਰੀਆਂ ਕਿਰਪਾ ਉਹਨਾਂ ਦੇ ਉੱਤੇ ਪ੍ਰਗਟ ਹੋਈਆਂ ਜਿਨ੍ਹਾਂ ਦੇ ਉੱਤੇ ਗੁਰੂ ਕੇ ਸ਼ਬਦ ਦੀ ਮਿਹਰ ਹੋਈ, ਜਿਨ੍ਹਾਂ ਉੱਤੇ ਗੁਰੂ ਦੀ ਪੂਰਨ ਕਿਰਪਾ ਦ੍ਰਿਸ਼ਟੀ ਹੋਈ। ਫੇਰ ਹੀ ਜੀਵਨ ਦੇ ਵਿੱਚ ਧੀਰਜ ਆਉਂਦਾ, ਫੇਰ ਹੀ ਜੀਵਨ ਦੇ ਵਿੱਚ ਬੰਦਾ ਪਵਿੱਤਰ ਜੀਵਨ ਹਾਸਲ ਕਰਨ ਵਾਲੀਆਂ ਜਤ ਸਤ ਵਰਗੀਆਂ ਮਹਾਨ ਸ਼ੁਭ ਗੁਣਾਂ ਵਾਲੀਆਂ ਤਾਕਤਾਂ ਆਪਣੇ ਅੰਦਰ ਅਨੁਭਵ ਕਰਦਾ ਹੈ। ਫੇਰ ਹੀ ਪ੍ਰੇਮ ਪ੍ਰਗਟ ਹੁੰਦਾ ਹੈ, ਫੇਰ ਹੀ ਮਨੁੱਖ ਆਪਣਾ ਆਪ ਗੁਰੂ ਅੱਗੇ ਸਮਰਪਿਤ ਕਰ ਦਿੰਦਾ ਹੈ, ਫੇਰ ਹੀ ਬ੍ਰਹਮ ਅਗਨ ਪ੍ਰਗਟ ਹੁੰਦੀ ਹੈ, ਫੇਰ ਹੀ ਡਰ ਪੈਦਾ ਹੁੰਦਾ, ਫੇਰ ਹੀ ਪ੍ਰੇਮ ਪੈਦਾ ਹੁੰਦਾ, ਫੇਰ ਹੀ ਅੰਮ੍ਰਿਤ ਤਿਤ ਢਾਲ, ਫੇਰ ਹੀ ਗੁਰੂ ਕੇ ਸ਼ਬਦ ਨੂੰ ਜਪ ਜਪ ਕੇ ਫਿਰ ਹਿਰਦੇ ਰੂਪੀ ਭਾਂਡੇ ਦੇ ਵਿੱਚ ਗੁਰੂ ਦਾ ਸ਼ਬਦ ਢਲ ਜਾਂਦਾ ਹੈ, ਭਾਵ ਕਿ ਟਿਕ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਨੇ ਜੇ ਕੋਈ ਨਾਮ ਜਪਦਾ ਪਿਆ ਤੇ ਸ਼ੁਕਰਾਨਾ ਕਰੇ ਕੋਟਾਨ ਕੋਟ। ਇਸ ਕਲਯੁਗ ਦੇ ਘੋਰ ਸਮੇਂ ਦੇ ਵਿੱਚ ਸਭ ਤੋਂ ਔਖਾ ਪਰਮੇਸ਼ਵਰ ਦਾ ਨਾਮ ਜਪਣਾ ਹੈ। ਪੁਰਾਣੇ ਯੁਗਾਂ ਦੇ ਵਿੱਚ ਨਾਮ ਜਪਣਾ ਕੋਈ ਔਖਾ ਨਹੀਂ ਸੀ, ਉਮਰਾਂ ਵੱਡੀਆਂ ਸਨ, ਸ਼ੁਭ ਗੁਣ ਸੁਤੇ ਸਿੱਧ ਹਰ ਜੀਵਨ ਦੇ ਵਿੱਚੋਂ ਪ੍ਰਗਟ ਹੋ ਜਾਂਦੇ ਸਨ। ਕਹਿੰਦੇ ਸਨ ਕਿ ਜੇਕਰ ਕਲਯੁਗ ਦੇ ਵਿੱਚ ਕੋਈ ਗੁਰੂ ਦਾ ਸ਼ਬਦ ਜਪਦਾ ਪਿਆ, ਸਮਝ ਲਵੇ ਕਿ ਗੁਰੂ ਮਹਾਰਾਜ ਜੀ ਅਤੀ ਪ੍ਰਸੰਨਤਾ ਦੇ ਘਰ ਵਿੱਚ ਨੇ। ਜਿਨ ਕਉ ਨਦਰ, ਇਸ ਨੂੰ ਜਿੰਨ ਨਹੀਂ ਕਹਿਣਾ। ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਜਿੰਨ ਕਉ ਨਦਰ। ਹੁਣ ਜਿੰਨ ਦਾ ਅਰਥ ਤੇ ਭੂਤ ਹੁੰਦਾ ਨਾ, ਭੂਤ ਦਾ ਜਿਹੜਾ ਹਾਈ ਲੈਵਲ ਹੁੰਦਾ ਉਸਨੂੰ ਜਿੰਨ ਕਹਿੰਦੇ ਆ। ਕੱਲੀ ਅੰਦਰ ਨਾਨਕਾ ਜਿੰਨਾ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿੰਨਾ ਦਾ ਸਿਕਤਾਰ। ਇਹਦਾ ਅਰਥ ਹੈ ਜਿਨ, ਇਸ ਨੂੰ ਪੋਲਾ ਪੜਾਂਗੇ। ਜਿਨ ਕਉ, ਇਸ ਨੂੰ ਕੋ ਨਹੀਂ ਕਹਿਣਾ। ਜਿਨ ਕਉ, ਜਿਨ੍ਹਾਂ ਦੇ ਉੱਤੇ, ਜਿਨ ਕਉ ਨਦਰ, ਜਿਨ੍ਹਾਂ ਉੱਤੇ ਪਰਮੇਸ਼ਵਰ ਦੀ ਨਜ਼ਰੇ ਇਨਾਇਤ ਹੋਈ। ਕਰਮ ਤਿਨ ਕਾਰ, ਕਹਿੰਦੇ ਉਹ ਹੀ ਇਸ ਸਾਰੇ ਪ੍ਰਕਰਨ ਨੂੰ, ਸਾਰੇ ਸ਼ੁਭ ਗੁਣਾਂ ਨੂੰ ਆਪਣੇ ਜੀਵਨ ਦੇ ਵਿੱਚ ਪ੍ਰਗਟ ਹੁੰਦਾ ਦੇਖਦੇ ਨੇ। ਉਹਨਾਂ ਦੇ ਜੀਵਨ ਦੇ ਵਿੱਚ ਇਹ ਸਾਰੇ ਸ਼ੁਭ ਗੁਣ, ਸਾਰੇ ਵਿਰਚੁਅਸ ਪ੍ਰਗਟ ਹੁੰਦੇ ਨੇ। ਨਾਨਕ, ਇੱਥੇ ਥੋੜਾ ਜਿਹਾ ਰੁਕ ਜਾਣਾ ਹੈ। ਨਾਨਕ ਨਦਰੀ ਨਦਰ ਨਿਹਾਲ, ਤੇ ਜਿਸ ਮਨੁੱਖ ਦੇ ਉੱਤੇ ਇਹ ਸਾਰੀ ਬਖਸ਼ਿਸ਼ ਵਰਤ ਜਾਂਦੀ ਹੈ ਉਹ ਮਨੁੱਖ ਪਰਮੇਸ਼ਵਰ ਦੀ ਕਿਰਪਾ ਦ੍ਰਿਸ਼ਟੀ ਦੇ ਨਾਲ ਨਿਹਾਲ ਹੋ ਜਾਂਦਾ ਹੈ, ਭਾਵ ਪਰਮੇਸ਼ਵਰ ਦੀ ਕਿਰਪਾ ਦਾ ਪਾਤਰ ਬਣ ਕੇ ਪਰਮੇਸ਼ਵਰ ਦਾ ਰੂਪ ਹੋ ਜਾਂਦਾ ਹੈ ਜੀ। ਦਾਸ ਬੇਨਤੀ ਕਰੇ, ਹੁਣ ਆਪਾਂ ਸ਼੍ਰੀ ਜਪਜੀ ਸਾਹਿਬ ਜੀ ਦੇ ਸ਼ਲੋਕ ਨੂੰ ਵਿਚਾਰਨ ਤੋਂ ਪਹਿਲਾਂ ਜੋ ਅਸੀਂ ਸ਼੍ਰੀ ਜਪਜੀ ਸਾਹਿਬ ਜੀ ਦੇ ਵਿੱਚ ਅਰਬੀ ਅਤੇ ਫਾਰਸੀ ਦੇ ਸ਼ਬਦ ਅਸੀਂ ਸਾਰੇ ਸੁਣੇ ਨੇ ਨਾ, ਉਹ ਅਸੀਂ ਕੱਲ੍ਹ ਨੂੰ ਵਿਚਾਰਾਂਗੇ। ਤਕਰੀਬਨ 57 ਤੋਂ ਵੱਧ, ਕਈਆਂ ਨੇ 55 ਲਿਖੇ, ਕਈਆਂ ਨੇ 57, ਜਿਨ੍ਹਾਂ ਨੇ ਗਹਿਨ ਖੋਜ ਕੀਤੀ। 57 58 ਸ਼ਬਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸਭ ਤੋਂ ਪਹਿਲੀ ਬਾਣੀ ਹੈ, ਪ੍ਰਾਰੰਭਤਾ ਵਾਲੀ ਬਾਣੀ ਸ਼੍ਰੀ ਜਪਜੀ ਸਾਹਿਬ ਦੇ ਵਿੱਚੋਂ ਸਾਨੂੰ ਪ੍ਰਗਟ ਹੁੰਦੇ ਨੇ, ਸਾਨੂੰ ਦਰਸ਼ਨ ਹੁੰਦੇ ਨੇ। ਉਹ ਅਸੀਂ ਕੱਲ੍ਹ ਨੂੰ ਵਿਚਾਰਾਂਗੇ ਤਾਂ ਜੋ ਸਾਨੂੰ ਪਤਾ ਲੱਗੇ ਕਿ ਇਹ ਅਰਬੀ ਦਾ ਸ਼ਬਦ ਹੈ, ਇਹ ਫਾਰਸੀ ਦਾ ਸ਼ਬਦ ਹੈ। ਤੇ ਅਸੀਂ ਉਹ ਸ਼ਬਦ ਆਮ ਵੀ ਵਰਤਦੇ ਹਾਂ, ਜਿਸ ਤਰ੍ਹਾਂ ਅਸੀਂ ਸ਼ਬਦ ਵਰਤਦੇ ਹਾਂ ਹੁਕਮ, ਜਿਸ ਤਰ੍ਹਾਂ ਰਜਾਈ, ਜਿਸ ਤਰ੍ਹਾਂ ਹੋਰ ਬਹੁਤ ਸਾਰੇ ਸ਼ਬਦ ਨੇ, ਜਿਸ ਤਰ੍ਹਾਂ ਸਾਹੋ, ਇਹ ਸਾਰੇ ਅਰਬੀ ਫਾਰਸੀ ਦੇ ਸ਼ਬਦ ਨੇ। ਤੇ ਕੱਲ੍ਹ ਇਸ ਕਰਕੇ ਬੇਨਤੀ ਕਰਨੀ ਹੈ ਕਿਉਂਕਿ ਇਹ ਸਾਡੇ ਆਪਣੇ ਆਪ ਨੂੰ, ਆਪਣੇ ਮਨ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼੍ਰੀ ਜਪਜੀ ਸਾਹਿਬ ਜੀ ਦੇ ਵਿੱਚ ਅਰਬੀ ਫਾਰਸੀ ਦੇ ਇਹ ਸ਼ਬਦ ਪ੍ਰਗਟ ਹੁੰਦੇ ਨੇ। ਇਹ ਸ਼ਬਦ ਸਾਡੇ ਸਨਮੁਖ ਗੁਰੂ ਮਹਾਰਾਜ ਜੀ ਨੇ ਰੱਖੇ ਨੇ। ਅਸੀਂ ਆਮ ਤੌਰ 'ਤੇ ਅਰਬੀ ਅਤੇ ਫਾਰਸੀ ਨੂੰ ਅਸੀਂ ਬੋਲਦੇ ਹਾਂ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਇਹ ਅਰਬੀ ਦਾ ਹੈ ਕਿ ਇਹ ਫਾਰਸੀ ਦਾ ਹੈ। ਅਤੇ ਜੇ ਅਸੀਂ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਵਿਆਖਿਆ ਆਪਸ ਵਿੱਚ ਸਾਂਝੀ ਕੀਤੀ ਗੁਰੂ ਦੀ ਕਿਰਪਾ ਦੇ ਨਾਲ, ਤੇ ਜੇਕਰ ਦਾਸ ਅਰਬੀ ਅਤੇ ਫਾਰਸੀ ਦੇ ਬਾਬਤ ਇਸ ਚੀਜ਼ ਨੂੰ ਲੁਕਾ ਕੇ ਰੱਖੇਗਾ ਤੇ ਫਿਰ ਗੁਰੂ ਦਾ ਦੋਸ਼ੀ ਬਣਦਾ ਹੈ ਜੀ, ਮਸਤਕ ਤੇ ਦਾਗ ਲੱਗੇਗਾ। ਇਸ ਕਰਕੇ ਦਾਸ ਸਮੂਹ ਸੰਗਤ ਨੂੰ ਬੇਨਤੀ ਕਰੇਗਾ, ਸਗੋਂ ਇਹਨਾਂ ਸ਼ਬਦਾਂ ਦਾ ਪ੍ਰਿੰਟ ਆਊਟ ਕਢਾ ਕੇ ਰੱਖੋ,
ਆਪਣੇ ਬੱਚਿਆਂ ਨੂੰ ਦੱਸੋ, ਆਪਣੇ ਬੱਚਿਆਂ ਨੂੰ ਦੱਸੋ, ਆਪਣੇ ਮਨਾਂ ਨੂੰ ਦੱਸੋ ਕਿ ਜੋ ਸਾਨੂੰ ਅਜੇ ਤੱਕ ਪਤਾ ਨਹੀਂ ਲੱਗਾ, ਅਸਲ ਵਿੱਚ ਗੁਰੂ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਬੜੀ ਕੀਤੀ ਹੈ। ਵੇਖੋ ਸਾਨੂੰ ਹਰ ਚੀਜ਼ ਦੀ ਨੌਲੇਜ ਹੋ ਗਈ ਹੈ, ਹਰ ਚੀਜ਼ ਦੀ। ਤੇ ਸ਼੍ਰੀ ਜਪਜੀ ਸਾਹਿਬ ਜੀ ਦੇ ਵਿੱਚ ਅਰਬੀ ਫਾਰਸੀ ਦੇ ਕਿਹੜੇ ਕਿਹੜੇ ਸ਼ਬਦ ਨੇ ਵੇਖੋ ਸਾਨੂੰ ਪਤਾ ਹੀ ਨਹੀਂ। ਤੇ ਇਹ ਕਿਸੇ ਪ੍ਰਚਾਰਕ ਦਾ ਫਰਜ਼ ਨਹੀਂ ਹੈ ਕਿ ਪ੍ਰਚਾਰਕ ਹੀ ਇਸ ਚੀਜ਼ ਨੂੰ ਪੜ੍ਹੇ, ਇਹ ਸਾਡੇ ਸਾਰਿਆਂ ਦਾ ਫਰਜ਼ ਹੈ। ਜਦ ਕਿ ਸਾਡੇ ਪ੍ਰਚਾਰਕਾਂ ਦੇ ਜੀਵਨ ਦੀ ਅੰਦਰੂਨੀ ਜੀਵਨ ਸ਼ੈਲੀ ਤੇ ਬਾਹਰ ਦੀ ਜੀਵਨ ਸ਼ੈਲੀ, ਇਹਨਾਂ ਦੋਵਾਂ ਦੇ ਵਿੱਚ ਅਵੇਸਲਾਪਨ ਹੀ ਚੱਲਦਾ ਪਿਆ, ਦਾਸ ਵੀ ਵਿੱਚ ਹੀ ਸ਼ਾਮਲ ਹੈ। ਇਸ ਕਰਕੇ ਸਾਨੂੰ ਸੁਚੇਤ ਹੋਣਾ ਚਾਹੀਦਾ, ਬਾਹਰ ਮੁਖੀ ਅਭਿਆਸ ਵੀ ਤੇ ਅੰਤਰਮੁਖੀ ਅਭਿਆਸ ਵੀ। ਅੱਗੇ ਸ਼ਲੋਕ ਸ਼੍ਰੀ ਜਪਜੀ ਸਾਹਿਬ ਜੀ ਦਾ ਆਓ ਸ਼ਰਵਣ ਕਰੀਏ। ਮਹਾਰਾਜ ਜੀ ਕੀ ਬਚਨ ਕਰਦੇ ਨੇ, ਦਾਸ ਪੰਛੀ ਚਾਤ ਦੀ ਅਰਜ਼ ਕਰੇਗਾ ਜੀ, ਫਿਰ ਸਾਰੀ ਬਾਣੀ ਵੀ ਆਪਾਂ ਆਪਸ ਵਿੱਚ ਵਿਚਾਰਨੀ ਹੈ। ਆਓ ਸ਼ਲੋਕ ਸ਼ਰਵਣ ਕਰੀਏ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜੋ ਹਵਾ ਹੈ ਉਹ ਮਨੁੱਖ ਦੇ ਜੀਵਨ ਦਾ ਆਧਾਰ ਹੈ। ਜੇ ਹਵਾ ਨਹੀਂ ਹੋਏਗੀ ਤੇ ਇਹ ਸਰੀਰ ਇੱਕਦਮ ਢਹਿ ਢੇਰੀ ਹੋ ਜਾਏਗਾ। ਜਿਸ ਤਰ੍ਹਾਂ ਅਸੀਂ ਸਾਹ ਬਿਨਾਂ ਜੀ ਨਹੀਂ ਨਾ ਸਕਦੇ, ਤੇ ਗੁਰਸਿੱਖ ਵੀ ਵਾਹਿਗੁਰੂ ਵਾਹਿਗੁਰੂ ਸ਼ਬਦ ਤੋਂ ਬਿਨਾਂ ਜੀਣਾ ਨਹੀਂ ਚਾਹੀਦਾ। ਜਿਸ ਤਰ੍ਹਾਂ ਅਸੀਂ ਸਾਹ ਲੈਂਦੇ ਹਾਂ ਤੇ ਕੋਈ ਬੰਦਾ ਸਾਡਾ ਨੱਕ ਘੁੱਟ ਦੇਵੇ, ਗਲਾ ਘੁੱਟ ਦੇਵੇ, ਤੇ ਅਸੀਂ ਸਾਹ ਲੈਣ ਵਾਸਤੇ ਅਸੀਂ ਤੜਫਦੇ ਹਾਂ। ਅਸੀਂ ਸਾਹ ਲੈਣ ਵਾਸਤੇ ਦੂਜੇ ਨੂੰ ਇਹ ਵੀ ਕਹਿ ਦਿੰਦੇ ਹਾਂ ਕਿ ਭਾਈ ਤੈਨੂੰ ਜੋ ਚਾਹੀਦਾ ਤੂੰ ਲੈ ਲੈ, ਮੇਰਾ ਸਾਹ ਘੁੱਟਿਆ ਜਾਂਦਾ ਪਿਆ ਆ, ਮੈਨੂੰ ਆਪਣੇ ਪ੍ਰਾਣ ਸਭ ਤੋਂ ਵੱਧ ਜ਼ਰੂਰੀ ਆ, ਕੀਮਤੀ ਲੱਗਦੇ ਆ, ਤੂੰ ਪੈਸਾ ਲੈ ਲੈ, ਪੈਸਾ ਇੰਨਾ ਕੀਮਤੀ ਨਹੀਂ ਜਿੰਨੇ ਕੀਮਤੀ ਮੇਰੇ ਸਾਹ ਨੇ। ਮਹਾਰਾਜ ਜੀ ਕਹਿੰਦੇ ਨੇ ਤੈਨੂੰ ਆਪਣੇ ਸਾਹਾਂ ਦੀ ਕੀਮਤ ਦੀ ਸਮਝ ਤੇ ਲੱਗੀ ਕਿ ਸਾਹ ਬੜੇ ਜ਼ਰੂਰੀ ਨੇ। ਸਾਹ ਨਹੀਂ ਹੁੰਦਾ ਪਿਆ ਆਕਸੀਜਨ ਸਿਲੰਡਰ ਲਾ ਲਾ, ਪਰ ਤੈਨੂੰ ਇਹ ਨਹੀਂ ਪਤਾ ਗੁਰੂ ਤੇਰੇ ਜੀਵਨ ਵਿੱਚ ਬਹੁਤ ਜ਼ਰੂਰੀ। ਸਵਾਸ ਆਉਂਦੇ ਨੇ, ਸਰੀਰ ਜਿਉਂਦਾ ਹੈ ਜੇਕਰ ਗੁਰੂ ਦਾ ਸਿਮਰਨ ਚੱਲਦਾ ਹੈ, ਸ਼੍ਰੀ ਜਪਜੀ ਸਾਹਿਬ ਜੀ ਦਾ, ਸ਼੍ਰੀ ਚੌਪਈ ਸਾਹਿਬ ਜੀ ਦਾ ਜਾਪ ਚੱਲਦਾ ਹੈ, ਤੇ ਤੇਰਾ ਆਤਮਿਕ ਜੀਵਨ ਜਿਉਂਦਾ ਹੈ, ਤੂੰ ਆਤਮਿਕ ਤੌਰ ਤੇ ਜਿਉਂਦਾ ਪਿਆ। ਵੈਸੇ ਦੇਖਿਆ ਜਾਵੇ ਤਕਰੀਬਨ ਗੁਰੂ ਮਹਾਰਾਜ ਜੀ ਦਾ ਬਚਨ ਹੈ, ਸਾਰੀ ਸ੍ਰਿਸ਼ਟੀ ਹੀ ਮਰੀ ਪਈ ਹੈ ਅੰਦਰੂਨੀ ਜੀਵਨ ਦੇ ਤੌਰ ਤੇ। ਤੇ ਦਾਸ ਇਸ ਕਰਕੇ ਬੇਨਤੀ ਕਰਦਾ ਪਿਆ ਕਿਉਂਕਿ ਦਾਸ ਨੂੰ ਹੁਕਮ ਹੈ ਗੁਰੂ ਵੱਲੋਂ ਕਿ ਭਾਈ ਤੂੰ ਬੇਨਤੀ ਕਰ ਸਕਦਾ ਹੈ, ਕਿਉਂਕਿ ਗੁਰੂ ਮਹਾਰਾਜ ਜੀ ਨੇ ਹੁਕਮ ਕੀਤਾ ਕਿ ਪਰਮੇਸ਼ਵਰ ਦੇ ਨਾਮ ਦੇ ਸਿਮਰਨ ਤੋਂ ਬਿਨਾਂ ਜਿਹੜੇ ਵੀ ਸੰਸਾਰ 'ਚ ਜਿਉਂਦੇ ਨੇ ਸਾਰੇ ਮਰੇ ਪਏ ਨੇ। ਤੇ ਜੇਕਰ ਜ਼ਫਰਨਾਮੇ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਔਰੰਗਜ਼ੇਬ ਨੂੰ ਕਹਿੰਦੇ ਨੇ, ਖਮੂ ਮਰਦ ਬਾਇਦ ਸਵਦ ਸੁਖਨਵਰ ਨਾ ਸ਼ਿਕਮੇ ਦਿਗਰ ਦਰਦ ਹਾਨੇ ਦਿਗਰ, ਤੂੰ ਕਾਹਦਾ ਬੰਦਾ ਹੋਇਆ। ਜਿਹੜਾ ਬੰਦਾ ਹੁੰਦਾ, ਜਿਹੜਾ ਮਰਦ ਹੁੰਦਾ ਅੰਦਰੋਂ ਤੇ ਬਾਹਰੋਂ ਇੱਕ ਹੁੰਦਾ। ਢਿੱਡ ਵਿੱਚ ਜੋ ਹੋਵੇ ਉਹ ਜ਼ੁਬਾਨ ਤੋਂ ਬੋਲਦਾ, ਜੋ ਜ਼ੁਬਾਨ ਤੋਂ ਬੋਲੇ ਢਿੱਡ 'ਚ ਹੁੰਦਾ। ਤੂੰ ਢਿੱਡ ਦੇ ਵਿੱਚ ਕਪਟ ਰੱਖਿਆ, ਜ਼ੁਬਾਨ ਤੋਂ ਸਹੁੰ ਖਾਧੀ, ਤੇਰੇ ਵਰਗੇ ਬੰਦੇ ਨੂੰ ਬੰਦਾ ਕਹਿਣਾ, ਮੈਂ ਬੰਦੇ ਸ਼ਬਦ ਦਾ ਅਪਮਾਨ, ਮਰਦ ਸ਼ਬਦ ਦਾ ਅਪਮਾਨ ਸਮਝਦਾ। ਇਹਦਾ ਅਰਥ ਇਹ ਨਹੀਂ ਕਿ ਉਸ ਬੰਦੇ ਦੀ ਨਿੰਦਿਆ ਹੋਗੀ। ਹੁਣ ਇਸ ਵੇਲੇ ਅੰਮ੍ਰਿਤ ਵੇਲਾ ਹੋਇਆ ਤੇ ਹੁਣ ਦਾਸ ਆਖੇ ਕਿ ਅੰਮ੍ਰਿਤ ਵੇਲਾ ਹੋਇਆ ਤੇ ਹਨੇਰਾ ਪਸਰਿਆ ਪਿਆ, ਤੇ ਹੁਣ ਆਪ ਜੀ ਕਹੋ ਕਿ ਤੁਸੀਂ ਕਿਉਂ ਕਹਿ ਦਿੱਤਾ ਜੀ ਹਨੇਰਾ। ਦਾਸ ਨੇ ਆਖਣਾ ਭਾਈ ਦਿਸ ਰਿਹਾ ਹੈ ਹੀ ਹਨੇਰਾ, ਤੇ ਹਨੇਰੇ ਨੂੰ ਹਨੇਰਾ ਹੀ ਕਹਿਣਾ, ਭਾਵੇਂ ਅੰਮ੍ਰਿਤ ਵੇਲਾ ਹੋਇਆ ਪਰ ਸੂਰਜ ਅਜੇ ਚਮਕਿਆ ਨਹੀਂ, ਸੂਰਜ ਅਜੇ ਪ੍ਰਕਾਸ਼ਮਾਨ ਨਹੀਂ ਹੋਇਆ। ਇਸ ਕਰਕੇ ਸਮੁੰਦਰ ਨੂੰ ਸਮੁੰਦਰ ਕਹਿਣਾ ਤੇ ਇੱਕ ਨਿੱਕੇ ਜਿਹੇ ਨਾਲੇ ਨੂੰ ਨਾਲਾ ਕਹਿਣਾ, ਇਹ ਨਿੰਦਿਆ ਨਹੀਂ ਹੁੰਦੀ। ਹੁਣ ਅਸੀਂ ਕਹਾਂਗੇ ਕਿ ਨਾਲੇ ਨੂੰ ਤੁਸੀਂ ਸਮੁੰਦਰ ਕਿਉਂ ਨਹੀਂ ਕਿਹਾ, ਉਹ ਸਮੁੰਦਰ ਹੈ ਹੀ ਨਹੀਂ। ਗੁਰੂ ਮਹਾਰਾਜ ਜੀ ਨੇ ਬਚਨ ਕੀਤਾ, ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ। ਨਿੰਦਾ ਦਾ ਅਰਥ ਕੀ ਹੁੰਦਾ ਹੈ ਜੀ? ਨਿੰਦਾ ਦਾ ਅਰਥ ਹੁੰਦਾ ਹੈ, ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਦੇ ਬਾਬਤ ਕੋਈ ਅਪਸ਼ਬਦ ਬੋਲੇ ਜੋ ਬ੍ਰਹਮ ਗਿਆਨਤਾ ਦੇ ਪੱਧਰ ਤੋਂ ਨੀਵਾਂ ਹੋਵੇ, ਉਸ ਨੂੰ ਕਹਿੰਦੇ ਨੇ ਨਿੰਦਿਆ।
ਪਰ ਹੁਣ ਅਸੀਂ ਔਰੰਗਜ਼ੇਬ ਦੀ ਅਸੀਂ ਸਿਫਤਾਂ ਦੇ ਪੁੱਲ ਬੰਨ ਦਈਏ ਜੀ, ਜਹਾਂਗੀਰ ਨੂੰ ਅਸੀਂ ਹੁਣ ਵਾਹ ਕਹੀਏ। ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ, ਹੁਣ ਅਸੀਂ ਅਕਬਰ ਵਾਸਤੇ ਸ਼ਬਦ ਵਰਤ ਸਕਦੇ ਹਾਂ, ਜਹਾਂਗੀਰ ਵਾਸਤੇ ਸ਼ਬਦ ਵਰਤ ਸਕਦੇ ਹਾਂ, ਸਿਕੰਦਰ ਵਾਸਤੇ ਸ਼ਬਦ ਵਰਤ ਸਕਦੇ ਹਾਂ। ਜਦੋਂ ਅਸੀਂ ਕਹਾਂਗੇ ਸਿਕੰਦਰ ਨੂੰ ਸਮਝ ਲੱਗ ਗਈ, ਕਹਿੰਦਾ ਮੇਰੇ ਦੋਵੇਂ ਹੱਥ ਬਾਹਰ ਰੱਖੋ। ਸਿਕੰਦਰ ਬੜਾ ਹੰਕਾਰੀ ਸੀ, ਸਿਕੰਦਰ ਬੜਾ ਲਾਲਚੀ ਸੀ, ਸਿਕੰਦਰ ਬੜਾ ਵੱਡਾ ਕਾਤਲ ਸੀ। ਤੇ ਕੋਈ ਇਹ ਕਹੇ ਜੀ ਇਹ ਤੁਸੀਂ ਨਿੰਦਿਆ ਕਰ ਛੱਡੀ, ਨਿੰਦਿਆ ਨਹੀਂ, ਉਹ ਹੈ ਹੀ ਐਸਾ ਸੀ। ਇਸ ਕਰਕੇ ਕੰਡੇ ਨੂੰ ਕੰਡਾ ਕਹਿਣਾ। ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਨੇ, ਮਹਾਨ ਵਕਤਾ, ਮਹਾਨ ਕਥਾਵਾਚਕ, ਮਹਾਨ ਪ੍ਰਚਾਰਕ ਹੋਏ ਨੇ। ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਨੇ ਕੰਡੇ ਨੂੰ ਕੰਡਾ ਕਹਿਣਾ ਕੰਡੇ ਦੀ ਨਖੇਦੀ ਨਹੀਂ, ਉਹ ਹੈ ਹੀ ਕੰਡਾ। ਤੇ ਫੁੱਲ ਨੂੰ ਫੁੱਲ ਕਹਿਣਾ ਉਹਦੀ ਨਖੇਦੀ ਜਾਂ ਉਹਦੀ ਸਿਫਤ ਨਹੀਂ, ਉਹ ਹੈ ਹੀ ਫੁੱਲ। ਹੁਣ ਫੁੱਲ ਨੂੰ ਕੋਈ ਕੰਡਾ ਕਹੇ ਤੇ ਇਹ ਉਹਦੀ ਨਿੰਦਿਆ ਹੈ, ਤੇ ਕੰਡੇ ਨੂੰ ਕੋਈ ਫੁੱਲ ਕਹੇ ਇਹ ਉਹਦੀ ਉਸਤਤ ਹੈ। ਤੇ ਕੰਡੇ ਨੂੰ ਕੋਈ ਫੁੱਲ ਕਹਿੰਦਾ ਹੈ? ਕੋਈ ਵੀ ਨਹੀਂ ਕਹਿੰਦਾ। ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਸਾਰਿਆਂ ਨੂੰ ਪਤਾ ਕੰਡਾ ਹੈ, ਬਚ ਕੇ ਲੰਘੋ। ਫੁੱਲ ਹੈ, ਘਰ ਵਿੱਚ ਲਿਆਓ, ਗੁਰੂ ਮਹਾਰਾਜ ਜੀ ਦੇ ਅੱਗੇ ਅਸੀਂ ਐਜ਼ ਏ ਸਤਿਕਾਰ ਅਸੀਂ ਭੇਟਾ ਕਰਦੇ ਹਾਂ। ਸੋ ਕਹਿਣ ਦਾ ਅਰਥ ਇਹ ਹੈ, ਨਿੰਦਿਆ ਤੇ ਉਸਤਤ ਦੇ ਵਿੱਚ ਦੋਵਾਂ 'ਚ ਇੰਨਾ ਹੀ ਫਰਕ ਹੁੰਦਾ, ਜੋ ਝੂਠੀ ਹੋਵੇ। ਜਿਹੋ ਜਿਹਾ ਬੰਦਾ ਹੈ ਉਹੋ ਜਿਹੀ ਅਸੀਂ ਅੱਗੇ ਸਿਫਤ ਨਾ ਰੱਖੀਏ, ਉਸ ਨੂੰ ਨਿੰਦਿਆ ਉਸਤਤ ਕਹਿੰਦੇ ਨੇ। ਤੇ ਜਿਹੜਾ ਬੰਦਾ ਗੁਰੂ ਨਿੰਦਕ ਹੋਵੇ, ਗੁਰੂ ਵਿਰੋਧੀ ਹੋਵੇ, ਦੱਸੋ ਉਹਨੂੰ ਅਸੀਂ ਕਿਵੇਂ ਬ੍ਰਹਮ ਗਿਆਨੀ ਕਹਿ ਦਿਆਂਗੇ? ਹਾਂਜੀ, ਜਿਹੜਾ ਗੁਰੂ ਦੇ ਸ਼ਬਦ ਦੇ ਉੱਤੇ ਚੋਟ ਕਰਦਾ ਹੈ, ਇੱਕ ਪ੍ਰਚਾਰਕ ਦਾ ਫਰਜ਼ ਬਣਦਾ ਹੈ, ਇੱਕ ਕਥਾਵਾਚਕ ਦਾ, ਇੱਕ ਗੁਰਸਿੱਖ ਦਾ ਫਰਜ਼ ਬਣਦਾ ਹੈ ਕਿ ਗੁਰੂ ਮਹਾਰਾਜ ਨੂੰ ਪੁੱਛ ਕੇ ਫਿਰ ਉਹਦੇ ਨਾਲ ਗੱਲ ਕਰੇ। ਭਾਵ ਜੇ ਗੱਲ ਨਹੀਂ ਤੇ ਸੰਗਤ ਕਿਤੇ ਕੁਰਾਹੇ ਨਾ ਪੈ ਜਾਏ, ਗਲਤ ਰਾਹੇ ਨਾ ਪੈ ਜਾਏ, ਅਸ਼ਰਦਕ ਨਾ ਹੋ ਜਾਏ, ਭਗਤੀ ਤੋਂ ਵਿਹੂਣੀ ਨਾ ਹੋ ਜਾਏ, ਉਹਦੇ ਪ੍ਰਤੀ ਗੱਲ ਕਰਨੀ ਫੱਬਦੀ ਹੈ। ਜੋ ਇਹ ਪੰਕਤੀ ਹੈ ਨਾ ਜੀ, ਨਿੰਦਾ ਭਲੀ ਕਿਸੈ ਕੀ ਨਾਹੀ। ਹੁਣ ਵੇਖੋ, ਨਿੰਦਾ ਤੇ ਭਲੀ, ਹੁਣ ਇਹ ਦੋਵੇਂ ਸ਼ਬਦ ਕਦੇ ਇਕੱਠੇ ਹੁੰਦੇ ਨੇ? ਇਹਦਾ ਅਰਥ ਇਹ ਹੈ ਕਿ ਨਿੰਦਿਆ ਤੂੰ ਕਰਦਾ ਪਿਆ ਹੈ ਕਿਸੇ ਭਲੀ ਰੂਹ ਦੀ, ਇਹ ਗਲਤ ਹੈ। ਨਿੰਦਾ ਭਲੀ ਕਿਸੇ ਕੀ ਨਾਹੀ, ਕਿਸੇ ਵੀ ਭਲੇ ਬੰਦੇ ਦੀ ਨਿੰਦਿਆ ਨਾ ਕਰੀ, ਮਨਮੁਖ ਮੁਗਧ ਕਰਨ, ਇਹ ਬੜੀ ਗਲਤ ਗੱਲ ਹੈ। ਪਰ ਰਾਤ ਨੂੰ ਰਾਤ ਹੀ ਆਖਾਂਗੇ, ਰਾਤ ਨੂੰ ਦਿਨ ਥੋੜਾ ਆਖਾਂਗੇ, ਲੋਕੀ ਪਾਗਲ ਕਹਿਣਗੇ। ਖੈਰ, ਰਹੋ ਵਿਚਾਰ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਵਨ ਗੁਰੂ, ਜਿਸ ਤਰ੍ਹਾਂ ਤੂੰ ਸਾਹਾਂ ਬਿਨਾਂ ਨਹੀਂ ਰਹਿ ਸਕਦਾ, ਜੋ ਗੁਰੂ ਦਾ ਪਿਆਰਾ ਹੈ ਉਹ ਗੁਰੂ ਦੀ ਸਿਫਤ ਸਲਾਹ ਬਿਨਾਂ, ਗੁਰੂ ਦੇ ਸਿਮਰਨ ਬਿਨਾਂ ਰਹਿ ਨਹੀਂ ਸਕਦਾ। ਪਾਣੀ ਪਿਤਾ, ਜਿਸ ਤਰ੍ਹਾਂ ਸਾਰੀ ਸ੍ਰਿਸ਼ਟੀ ਦਾ ਪਿਤਾ ਪਾਣੀ ਹੈ। ਅਸੀਂ ਸੌਖੇ ਢੰਗ ਨਾਲ ਸਮਝ ਲਈਏ, ਜੇ ਅੱਗੇ ਮਾਤਾ ਧਰਤ ਮਹੱਤ ਕਿਹਾ ਹੈ, ਆਪ ਜੀ ਨੂੰ ਪਤਾ ਹੋਏਗਾ ਮਹੱਤ ਦਾ ਅਰਥ ਹੁੰਦਾ ਹੈ ਵੱਡੀ। ਧਰਤੀ ਬਹੁਤ ਵੱਡੀ ਮਾਤਾ ਹੈ। ਹੁਣ ਧਰਤੀ ਮਾਤਾ ਹੈ, ਜਿਸ ਵੇਲੇ ਆਕਾਸ਼ ਦੇ ਵਿੱਚੋਂ ਬੂੰਦਾਬਾਂਦੀ ਹੁੰਦੀ ਹੈ, ਮੀਂਹ ਪੈਂਦਾ ਤੇ ਇਸ ਮਾਂ ਦੀ ਕੁੱਖ ਦੇ ਵਿੱਚ ਜਿਸ ਵੇਲੇ ਜਲ ਦੇ ਛੱਟੇ ਪੈਂਦੇ ਨੇ ਤੇ ਇਹਦੇ ਅੰਦਰੋਂ ਬਨਸਪਤੀ ਪੈਦਾ ਹੁੰਦੀ ਹੈ। ਤੇ ਜੇਕਰ ਆਕਾਸ਼ ਦੇ ਵਿੱਚੋਂ ਬੂੰਦਾਬਾਂਦੀ ਨਾ ਹੋਵੇ, ਮੀਂਹ ਨਾ ਪਵੇ, ਤੇ ਉਹ ਧਰਤੀਆਂ ਬੰਜਰ ਹੋ ਜਾਂਦੀਆਂ ਨੇ। ਉਹ ਧਰਤੀਆਂ ਦੇ ਵਿੱਚੋਂ ਨਿਕਲਦਾ ਕੁਝ ਨਹੀਂ, ਧਰਤੀਆਂ ਦੇ ਵਿੱਚ ਤਰੇੜਾਂ ਪੈ ਜਾਂਦੀਆਂ ਨੇ। ਤੇ ਮਹਾਰਾਜ ਜੀ ਕਹਿ ਰਹੇ ਨੇ, ਜੋ ਪਾਣੀ ਹੈ, ਦੇਖ ਤੇਰੇ ਸਰੀਰ ਦੇ ਵਿੱਚ ਵੀ ਸਭ ਤੋਂ ਵੱਧ ਪਾਣੀ ਹੈ। ਜਿਸ ਤਰ੍ਹਾਂ ਕਿ ਪਿਤਾ ਸਾਂਭ ਸੰਭਾਲ ਕਰਦਾ ਹੈ, ਇਸੇ ਤਰ੍ਹਾਂ ਪਰਮੇਸ਼ਵਰ ਨੇ ਪਾਣੀ ਦਾ ਰੂਪ ਅਖਤਿਆਰ ਕੀਤਾ। ਤੇਰੇ ਸਰੀਰ ਨੂੰ ਪਾਣੀ ਸਭ ਤੋਂ ਵੱਧ ਚਾਹੀਦਾ ਹੈ, ਤੇ ਨਾਲ ਦੀ ਨਾਲ ਤੈਨੂੰ ਸਵਾਸ ਚਾਹੀਦੇ ਨੇ। ਤੂੰ ਪਾਣੀ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ, ਹਵਾ ਬਿਨਾਂ ਜਿਉਂਦਾ ਨਹੀਂ ਰਹਿ ਸਕਦਾ, ਤੇ ਧਰਤੀ ਬਿਨਾਂ ਜਿਉਂਦਾ ਵੀ ਨਹੀਂ ਰਹਿ ਸਕਦਾ। ਇਸੇ ਤਰ੍ਹਾਂ ਗੁਰਸਿੱਖ ਵਾਸਤੇ ਜੋ ਪਵਨ ਹੈ ਉਹ ਗੁਰੂ ਰੂਪ ਹੈ, ਜੋ ਪਾਣੀ ਹੈ ਪਿਤਾ ਰੂਪ ਹੈ। ਅਸੀਂ ਬਾਣੀ ਵਿੱਚੋਂ ਵਚਨ ਪੜ੍ਹਦੇ ਹਾਂ ਨਾ, ਗੁਰਦੇਵ ਮਾਤਾ ਗੁਰਦੇਵ ਪਿਤਾ। ਤੇ ਕਹਿਣ ਲੱਗੇ, ਜਿਸ ਤਰ੍ਹਾਂ ਧਰਤੀ ਹਰੇਕ ਦੇ ਔਗਣ ਢੱਕ ਲੈਂਦੀ ਹੈ, ਮਲ ਮੂਤਰ ਵੀ ਆਪਣੇ ਅੰਦਰ ਸਮੋ ਲੈਂਦੀ ਹੈ, ਗਟਰ ਪਾਏ ਹੋਏ ਨੇ,
ਪਹਿਲਾਂ ਤਾਂ ਧਰਤੀ ਪਵਿੱਤਰ ਹੀ ਸੀ, ਫਿਰ ਜਿੱਥੇ ਜਿੱਥੇ ਬੰਦੇ ਦਾ ਵਾਸਾ ਹੋਇਆ ਬੰਦੇ ਨੇ ਉੱਥੇ ਉੱਥੇ ਗੰਦ ਪਾ ਦਿੱਤਾ, ਉੱਥੇ ਉੱਥੇ ਖਲਾਰਾ ਪਾ ਦਿੱਤਾ, ਉੱਥੇ ਉੱਥੇ ਧਰਤੀ ਨੂੰ ਦੂਸ਼ਿਤ ਕਰ ਦਿੱਤਾ। ਧਰਤੀ ਦੇ ਵਿੱਚ ਗਟਰ ਪੈਦਾ ਕੀਤੇ ਗਏ, ਗਟਰਾਂ ਦਾ ਨਿਰਮਾਣ ਕੀਤਾ ਗਿਆ। ਧਰਤੀ ਗੁੱਸੇ ਨਹੀਂ ਹੁੰਦੀ, ਤੇ ਧਰਤੀ ਦੇ ਉੱਤੇ ਸੋਹਣੇ ਸੋਹਣੇ ਫੁੱਲਾਂ ਦੇ ਬਗੀਚੇ ਲਾਏ ਗਏ, ਧਰਤੀ ਖੁਸ਼ ਨਹੀਂ ਹੁੰਦੀ। ਧਰਤੀ ਦਾ ਹਿਰਦਾ ਮਾਂ ਦੀ ਤਰ੍ਹਾਂ ਵਿਸ਼ਾਲ ਹੈ। ਇੱਥੇ ਸ਼ਬਦ ਮਾਂ ਵਰਤਿਆ, ਮਾਂ। ਗੁਰੂ ਵੀ ਇੱਕ ਮਾਂ ਦੀ ਤਰ੍ਹਾਂ ਹੈ, ਪਰ ਇਹ ਮਾਂ ਐਸੀ ਹੈ ਜੋ ਕਿ ਰੱਬ ਦੇ ਘਰ ਤੱਕ ਲੈ ਜਾਂਦੀ ਹੈ। ਸੰਸਾਰੀ ਮਾਂ ਦੀ ਕਦੀ ਵੀ ਸਾਨੂੰ ਬੇਕਦਰੀ ਨਹੀਂ ਕਰਨੀ ਚਾਹੀਦੀ। ਜਿਸ ਨੇ ਸੰਸਾਰੀ ਮਾਂ ਦੀ ਬੇਕਦਰੀ ਕਰ ਲਈ ਜੀ, ਉਹ ਗੁਰੂ ਮਾਂ ਦੀ ਬੇਕਦਰੀ ਕਰੇਗਾ ਹੀ ਕਰੇਗਾ। ਉਹ ਗੁਰੂ ਮਾਂ ਦੀ ਕਦਰ ਨਹੀਂ ਸਮਝ ਸਕਦਾ। ਤੇ ਵੇਖੋ ਇੱਥੇ ਸ਼ਬਦ ਜੋ ਇੱਕ ਪੰਕਤੀ ਵਿੱਚ ਬਿਆਨ ਕੀਤੇ ਨੇ, ਇੱਕ ਤੇ ਪਵਨ ਗੁਰੂ, ਫਿਰ ਦੂਜੇ ਨੰਬਰ ਤੇ ਪਾਣੀ ਪਿਤਾ, ਫਿਰ ਤੀਜੇ ਨੰਬਰ ਤੇ ਮਾਤਾ ਧਰਤ ਮਹੱਤ। ਇਹ ਤਿੰਨੇ ਹੀ ਰਿਸ਼ਤੇ ਬਹੁਤ ਬਾਕਮਾਲ ਨੇ, ਬਹੁਤ ਖਾਸ ਨੇ। ਮਾਤਾ ਪਿਤਾ ਨੇ ਜਿੱਥੇ ਸਾਡੇ ਵਾਸਤੇ ਖੜ ਜਾਣਾ, ਸਟੈਂਡ ਲੈ ਲੈਣਾ, ਸੰਸਾਰ ਦਾ ਕੋਈ ਰਿਸ਼ਤਾ ਮਾਤਾ ਪਿਤਾ ਦੀ ਬਰਾਬਰੀ ਨਹੀਂ ਕਰ ਸਕਦਾ। ਭਾਵੇਂ ਬੱਚਾ ਚੰਗਾ ਤੇ ਭਾਵੇਂ ਮਾੜਾ, ਮਾਤਾ ਪਿਤਾ ਨੇ ਕਹਿਣਾ ਨਹੀਂ ਨਹੀਂ, ਇਹ ਸੰਗਤ ਗਲਤ 'ਚ ਪੈ ਗਿਆ, ਮੇਰਾ ਮੁੰਡਾ ਮਾੜਾ ਥੋੜ੍ਹਾ, ਮੇਰੀ ਕੁੜੀ ਮਾੜੀ ਥੋੜ੍ਹਾ। ਤੇ ਮਾਂ ਪਿਓ ਦੀ ਜਿਹੜੀ ਗਲਵਕੜੀ ਹੈ ਉਹ ਅਵਗੁਣਾਂ ਨੂੰ ਅੰਡਿਠ ਕਰਕੇ ਤੇ ਨਿੱਘੀ ਗਲਵਕੜੀ ਹੁੰਦੀ ਹੈ। ਇਸੇ ਤਰ੍ਹਾਂ ਕਹਿੰਦੇ ਨੇ ਗੁਰੂ ਵੀ ਇਸੇ ਤਰ੍ਹਾਂ ਹੈ। ਤੇਰੀ ਜੀਵਨ ਸ਼ੈਲੀ ਵਿੱਚ, ਤੇਰੀ ਨਿਗਾਹ ਦੇ ਵਿੱਚ ਇੰਨਾ ਜ਼ਰੂਰੀ ਸਾਹ ਲੈਣਾ ਨਹੀਂ ਹੋਣਾ ਚਾਹੀਦਾ ਜਿੰਨਾ ਗੁਰੂ ਦਾ ਸਿਮਰਨ ਤੇਰੇ ਜੀਵਨ ਦੇ ਵਿੱਚ ਖਾਸ ਹੋਣਾ ਚਾਹੀਦਾ, ਜਿੰਨਾ ਅਹਿਮ ਹੋਣਾ ਚਾਹੀਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਦੇਖ ਪਰਮੇਸ਼ਵਰ ਨੇ ਤੇਰੇ ਵਾਸਤੇ ਕੀ ਤਿਆਰ ਨਹੀਂ ਕੀਤਾ। ਧਰਤੀ ਪੈਦਾ ਕੀਤੀ ਤੇ ਧਰਤੀ ਨੂੰ ਮਾਂ ਦੇ ਨਾਲ ਤਸ਼ਬੀਹ ਦਿੱਤੀ ਗਈ। ਜੇ ਧਰਤੀ ਮਾਂ ਹੈ, ਦੇਖ ਜਿਸ ਨੇ ਤੈਨੂੰ ਜਨਮ ਦਿੱਤਾ ਉਹ ਵੀ ਤੇਰੀ ਮਾਂ ਹੈ। ਧਰਤੀ ਦਾ ਵੀ ਸਤਿਕਾਰ ਕਰ, ਉਸ ਮਾਂ ਦਾ ਵੀ ਸਤਿਕਾਰ ਕਰ। ਫਿਰ ਪਰਤ ਕੇ ਤੂੰ ਆਪਣੇ ਗੁਰੂ ਦੇ ਸ਼ਬਦ ਦੇ ਵਿੱਚੋਂ ਮਾਂ ਦੇ ਉਹ ਸ਼ੁਭ ਗੁਣਾਂ ਨੂੰ ਪ੍ਰਗਟ ਹੁੰਦੇ ਦੇਖੇਗਾ, ਤੇ ਫਿਰ ਗੁਰੂ ਦੇ ਅੱਗੇ ਆਪਣਾ ਆਪ ਸਮਰਪਿਤ ਕਰ ਦੇ, ਫਿਰ ਤੇਰਾ ਜੀਵਨ ਸਫਲਾ ਹੋਵੇਗਾ। ਦਾਸ ਬੇਨਤੀ ਕਰੇ ਜੀ, ਫਿਰ ਕਿਸੇ ਦਿਨ ਸਮਾਂ ਮਿਲਿਆ ਤੇ ਆਪਾਂ ਇਸ ਸ਼ਲੋਕ ਦੀ ਆਪਾਂ ਵਿਸਥਾਰ ਦੇ ਨਾਲ ਵਿਆਖਿਆ ਕਰਾਂਗੇ। ਉਹ ਮਹਾਰਾਜ ਜੀ ਕਹਿੰਦੇ ਨੇ, ਦਿਵਸ ਰਾਤ ਦੋਏ ਦਾਈ ਦਾਇਆ। ਵੇਖ ਪਰਮੇਸ਼ਵਰ ਨੇ ਕੱਲੀ ਹਵਾ ਨਹੀਂ ਪੈਦਾ ਕੀਤੀ, ਕੱਲਾ ਪਾਣੀ ਨਹੀਂ ਪੈਦਾ ਕੀਤਾ, ਇਕੱਲੀ ਧਰਤੀ ਨਹੀਂ ਪੈਦਾ ਕੀਤੀ। ਤੇ ਆਪ ਜੀ ਨੂੰ ਜਿਸ ਵੇਲੇ ਇਹ ਸ਼ਬਦ ਦਿਸੇ ਨਾ, ਪਾਣੀ ਪਿਤਾ, ਤੇ ਉਸੇ ਵੇਲੇ ਦੇਖਿਓ ਬੰਦੇ ਦੇ ਸਰੀਰ ਵਿੱਚ ਵੀ ਪਾਣੀ ਹੈ, ਧਰਤੀ ਵਿੱਚ ਪਾਣੀ, ਤੇ ਜਿੰਨੀ ਬਨਸਪਤੀ ਪੈਦਾ ਹੋ ਰਹੀ ਉਹਦੇ ਵਿੱਚ ਪਾਣੀ, ਜਿਹੜਾ ਅਸੀਂ ਸਾਹ ਲੈਂਦੇ ਪਏ ਆ ਉਹਦੇ ਵਿੱਚ ਵੀ ਮੋਇਸਚਰ ਹੁੰਦਾ, ਉਹਦੇ ਵਿੱਚ ਵੀ ਪਾਣੀ ਹੁੰਦਾ। ਪਾਣੀ ਤੋਂ ਬਿਨਾ, ਧਰਤੀ ਤੋਂ ਬਿਨਾ, ਸਾਹ ਤੋਂ ਬਿਨਾ ਜੀਵਨ ਸ਼ੈਲੀ ਨਹੀਂ ਚੱਲ ਸਕਦੀ, ਜ਼ਿੰਦਗੀ ਨਹੀਂ ਚੱਲ ਸਕਦੀ। ਲਾਈਫ ਡੈਸਟਰੋਏ ਹੋਏਗੀ, ਲਾਈਫ ਬਰਬਾਦ ਹੋ ਜਾਏਗੀ। ਇਸੇ ਤਰ੍ਹਾਂ ਜਿਹਦੇ ਜੀਵਨ ਵਿੱਚ ਗੁਰੂ ਨਹੀਂ, ਉਹਦੀ ਜ਼ਿੰਦਗੀ ਵੀ ਬਰਬਾਦ ਹੀ ਸਮਝੋ। ਅਸਲੀ ਜ਼ਿੰਦਗੀ ਤੇ ਅਦ੍ਰਿਸ਼ਟ ਦੁਨੀਆ ਦਾ ਪ੍ਰਗਟ ਹੋਣਾ, ਅਦ੍ਰਿਸ਼ਟ ਸ਼ਕਤੀਆਂ ਦਾ ਇੱਕ ਜਲਾਓ ਪ੍ਰਗਟ ਹੋਣਾ ਗੁਰੂ ਦੇ ਸ਼ਬਦ ਰੂਪ ਵਿੱਚ, ਉਹ ਹੁੰਦਾ ਹੈ। ਅੱਗੇ ਮਹਾਰਾਜ ਜੀ ਨੇ ਵਚਨ ਕੀਤਾ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ। ਅਮੀਰ ਲੋਕ ਦਾਈ ਰੱਖਦੇ ਨੇ ਜੋ ਬੱਚਿਆਂ ਨੂੰ ਸਾਂਭੇ, ਨੈਣੀ ਕਹਿ ਦਿਓ ਜੀ, ਨੈਣੀ ਰੱਖਦੇ ਨੇ। ਸਪੈਸ਼ਲ ਕੋਰਸ ਵੀ ਚੱਲਦੇ ਪਏ ਨੇ ਇੱਥੇ ਇੰਡੀਆ 'ਚ ਕਰ ਕਰਕੇ, ਤੇ ਬਾਹਰਲੇ ਦੇਸ਼ ਜਾਂਦੇ ਨੇ ਤੇ ਕਹਿੰਦੇ ਨੇ ਉੱਥੇ ਜਾ ਕੇ ਦੀ ਵੈਲਿਊ ਹੈ। ਰੱਬ ਦੇ ਘਰ ਵਿੱਚ ਕਿਸੇ ਕੋਰਸ ਦੀ ਵੈਲਿਊ ਨਹੀਂ ਹੈ। ਰੱਬ ਦੇ ਘਰ ਦੇ ਵਿੱਚ ਸਿਰਫ ਉਹਦੇ ਸ਼ਬਦ ਦੇ ਨਾਲ ਪਾਏ ਹੋਏ ਪ੍ਰੇਮ ਦੀ ਵੈਲਿਊ, ਹੋਰ ਬਾਕੀ ਕੋਈ ਵੈਲਿਊ ਨਹੀਂ ਰਹਿ ਜਾਂਦੀ। ਕਹਿਣ ਲੱਗੇ, ਦੇਖ ਸੰਸਾਰੀ ਲੋਕ ਦਾਈ ਰੱਖਦੇ ਨੇ, ਦਾਇਆ ਰੱਖਦੇ ਨੇ, ਭਾਵ ਕਈ ਥਾਂ ਦੇ ਉੱਤੇ ਬੀਬੀਆਂ ਨਹੀਂ ਰੱਖਦੇ, ਕਈ ਥਾਂ ਦੇ ਉੱਤੇ ਪੁਰਸ਼ ਰੱਖਦੇ ਨੇ ਬੱਚਿਆਂ ਨੂੰ ਸਾਂਭਣ ਵਾਸਤੇ, ਕੇਅਰ ਟੇਕਰ। ਮਹਾਰਾਜ ਜੀ ਕਹਿੰਦੇ ਨੇ, ਦੇਖ ਪਰਮਾਤਮਾ ਦੀ ਦ੍ਰਿਸ਼ਟੀ ਕਿਤਨੀ ਸਵੱਲੀ ਹੈ, ਕਿਤਨੀ ਇੱਕੋ ਜਿਹੀ ਸਮਦ੍ਰਿਸ਼ਟ ਹੈ। ਰੱਬ ਨੇ ਦਿਨ ਪੈਦਾ ਕੀਤਾ, ਇਹ ਦਾਇਆ ਹੈ। ਰਾਤ ਪੈਦਾ ਕੀਤੀ, ਇਹ ਦਾਈ ਹੈ।
ਸੰਸਾਰੀ ਅਮੀਰ ਬੰਦਾ ਤੇ ਇਹ ਕਹੇਗਾ ਕਿ ਮੇਰੀ ਜੋ ਦਾਈ ਹੈ ਜਾਂ ਦਾਇਆ ਹੈ ਇਹਦਾ ਕੱਦ ਇਤਨਾ ਕੁ ਹੈ। ਮਹਾਰਾਜ ਜੀ ਕਹਿੰਦੇ ਨੇ ਦੇਖ ਰਾਤ ਦਾ ਕੱਦ ਕਿੰਨਾ ਵੱਡਾ ਹੈ, ਦਿਨ ਦਾ ਕੱਦ ਕਿੰਨਾ ਵੱਡਾ ਹੈ। ਇਸ ਕਰਕੇ ਪ੍ਰਮਾਤਮਾ ਅਮੀਰ ਨੂੰ ਬਹੁਤਾ ਪਿਆਰ ਨਹੀਂ ਕਰਦਾ ਤੇ ਗਰੀਬ ਨੂੰ ਧੱਕੇ ਨਹੀਂ ਮਾਰਦਾ। ਕਹਿਣ ਲੱਗੇ ਇਸ ਕਰਕੇ ਦਿਨ ਤੇ ਰਾਤ ਇਹ ਮਨੁੱਖ ਨੂੰ ਖਿਡਾਉਣ ਵਾਸਤੇ ਰੱਖੇ ਨੇ ਤੇ ਸਾਰਾ ਸੰਸਾਰ ਖੇਲਾ ਸਗਲ ਜਗਤ, ਸਾਰਾ ਸੰਸਾਰ ਖੇਡਦਾ ਪਿਆ। ਰਾਤ ਨੂੰ ਸੌਂ ਜਾਂਦਾ, ਦਿਨੇ ਕਮਾਉਂਦਾ ਰਹਿੰਦਾ। ਜੋ ਦਿਨੇ ਕਮਾਉਂਦਾ ਰਹਿੰਦਾ ਉਹ ਖਾ ਪੀ ਕੇ ਸਭ ਭੁੱਲ ਭੱਲ ਕੇ ਰਾਤ ਨੂੰ ਸੌਂ ਜਾਂਦਾ। ਜਦੋਂ ਬੰਦਾ ਸੌਂ ਜਾਂਦਾ ਉਹਦੇ ਵਾਸਤੇ ਤੇ ਸਾਰੇ ਆਸੇ ਪਾਸੇ ਕੁਝ ਵੀ ਨਹੀਂ ਰਹਿ ਜਾਂਦਾ, ਬੰਦਾ ਮਰਿਆ ਸਮਝੋ। ਇਸ ਨੂੰ ਨੀਮ ਮੌਤ ਕਹਿੰਦੇ ਨੇ, ਨੀਮ ਬੇਹੋਸ਼ੀ ਕਹਿੰਦੇ ਨੇ। ਬੰਦਾ ਅੱਧਾ ਮਰ ਚੁੱਕਾ ਹੈ ਜਿਸ ਨੂੰ ਅਸੀਂ ਨੀਂਦ ਕਹਿੰਦੇ ਹਾਂ। ਪਰ ਜਿਸ ਵੇਲੇ ਸਿਮਰਨ ਗੁਰੂ ਮਹਾਰਾਜ ਜੀ ਬਖਸ਼ ਦਿੰਦੇ ਨੇ, ਫਿਰ ਬੰਦਾ ਸੁੱਤਾ ਵੀ ਹੋਵੇ ਤਾਂ ਵੀ ਸੁੱਤਾ ਨਹੀਂ ਹੁੰਦਾ, ਤਾਂ ਵੀ ਜਾਗਦਾ ਹੀ ਹੁੰਦਾ। ਕਿਉਂਕਿ ਜੀਵਨ 'ਚ ਕਦੀ ਕਮੀ ਹੁੰਦੀ ਨਹੀਂ, ਘਾਟ ਹੁੰਦੀ ਨਹੀਂ। ਮਹਾਰਾਜ ਜੀ ਕਹਿੰਦੇ ਨੇ ਰਾਤ ਭਾਈ ਸੌਣ ਵਾਸਤੇ ਹੈ, ਦਿਨ ਜਾਗਣ ਵਾਸਤੇ ਹੈ। ਜਿਸ ਵੇਲੇ ਸਿਮਰਨ ਅਭਿਆਸ ਕਰਦੇ ਆ ਨਾ ਜੀ ਆਪਾਂ, 10 ਪ੍ਰੈਕਟੀਕਲ ਜੀਵਨ ਦੀ ਬਾਤ ਆਪ ਜੀ ਦੇ ਸਨਮੁਖ ਰੱਖੇ। ਆਪ ਜੀ ਰਾਤ ਨੂੰ 9 ਵਜੇ ਆਰਾਮ ਵਿੱਚ ਆਉਂਦੇ ਹੋ, 10 ਵਜੇ ਨਾਲ ਜਾਗ ਖੁੱਲ ਜਾਂਦੀ ਹੈ। ਤੁਸੀਂ 12 ਵਜੇ ਰਾਤ ਨੂੰ ਸੌਂਦੇ ਹੋ, 1 ਵਜੇ ਨਾਲ ਜਾਗ ਖੁੱਲ ਜਾਂਦੀ ਆ। ਤੁਸੀਂ 1 ਵਜੇ ਸੌਂਦੇ ਹੋ, 2 ਵਜੇ ਨਾਲ ਜਾਗ ਖੁੱਲ ਜਾਂਦੀ ਆ। ਜਾਗ ਖੁੱਲ ਕਿਵੇਂ ਜਾਂਦੀ ਹੈ? ਕਿਉਂਕਿ ਜਿਹੜੀ ਐਨਰਜੀ ਨੇ ਸਰੀਰ ਨੂੰ ਚਾਰਜ ਕਰਨਾ ਸੀ ਉਹ ਗੁਰੂ ਦੇ ਸ਼ਬਦ ਦੇ ਨਾਲ ਹਰ ਦਮ ਸਾਹਾਂ ਵਿੱਚ ਵਸ ਜਾਂਦੀ ਹੈ। ਫਿਰ ਜੇ ਬੰਦਾ ਧੱਕੇ ਨਾਲ ਵੀ ਸੋਚੇ ਨਾ ਕਿ ਸੌਂ ਲਈਏ ਥੋੜ੍ਹਾ ਜਿਹਾ, ਤੇ ਅੱਧੇ 1 ਘੰਟੇ ਤੋਂ ਵੱਧ ਨੀਂਦ ਨਹੀਂ ਹੁੰਦੀ। ਤੇ ਇੰਜ ਮਹਿਸੂਸ ਹੁੰਦਾ ਹੈ ਕਿ 10-15 ਘੰਟੇ ਸੌਂ ਲਿਆ ਸੀ। ਇੰਨਾ ਸਰੀਰ ਚਾਰਜ ਹੋ ਜਾਂਦਾ ਹੈ। ਪਰ ਉਹ ਜੋ ਖੇਡ ਵਰਤਦੀ ਹੈ ਉਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਵਰਤਦੀ ਹੈ। ਇਹ ਕਿਸੇ ਦੇ ਜ਼ੋਰ ਨਾਲ ਜਾਂ ਫਿਰ ਕਿਸੇ ਦੇ ਅਭਿਆਸ ਨਾਲ ਨਹੀਂ ਵਰਤਦੀ ਹੈ। ਤਾਂ ਗੁਰੂ ਮਹਾਰਾਜ ਜੀ ਆਪ ਹੀ ਰੂਪ ਬਦਲਦੇ ਨੇ। ਜੋ ਦਾਸ ਨੇ ਮਹਿਸੂਸ ਕੀਤਾ ਹੈ ਉਹ ਆਪ ਹੀ ਕੰਨਾਂ ਦੇ ਵਿੱਚ ਸ਼ਬਦ ਬਣ ਕੇ ਸਾਡੇ ਕੰਨਾਂ ਦੇ ਵਿੱਚ ਟਿਕ ਜਾਂਦਾ ਹੈ, ਆਪ ਹੀ ਸੁਰਤ ਵਿੱਚ ਟਿਕਦਾ ਹੈ। ਗੁਰੂ ਆਪ ਹੀ ਰਸਨਾ ਤੇ ਵਸਦਾ ਹੈ, ਆਪ ਹੀ ਹਿਰਦੇ ਵਿੱਚ ਵਸਦਾ ਹੈ। ਸ਼ਬਦ ਵੀ ਆਪ, ਸੁਰਤ ਵੀ ਆਪ ਹੀ ਬਣਦਾ ਹੈ। ਫਿਰ ਇੱਕ ਪਾਠ ਸ਼੍ਰੀ ਜਪਜੀ ਸਾਹਿਬ ਜੀ ਦਾ ਉਹ ਵੀ ਆਪ ਕਰਵਾਉਂਦਾ ਤੇ 100 ਪਾਠ ਵੀ ਆਪ ਕਰਾ ਲੈਂਦਾ। ਫਿਰ ਉਹ ਸ਼ਬਦ ਦੇ ਅਭਿਆਸ ਦੌਰਾਨ ਅਰਦਾਸ ਵੀ ਆਪ ਹੀ ਕਰਦਾ ਹੈ। ਅਰਦਾਸ ਕਰਨ ਤੋਂ ਬਾਅਦ ਫਿਰ ਅਨੁਭਵ ਹੁੰਦਾ ਹੈ ਕਿ ਸਾਲ ਹੋ ਗਏ ਰੋਜ਼ 100 ਪਾਠ ਕਰਦੇ ਆ, ਇੰਜ ਲੱਗਦਾ ਇੱਕ ਵੀ ਨਹੀਂ ਹੋਇਆ। ਇਹ ਵੀ ਅਹਿਸਾਸ, ਇਹ ਵੀ ਅਨੁਭਵ ਆਪ ਹੀ ਕਰਾਉਂਦਾ। ਫਿਰ ਅੰਦਰ ਟਿਕ ਨਹੀਂ ਰਿਹਾ, ਇਹ ਵੀ ਅਹਿਸਾਸ ਉਹ ਕਰਾਉਂਦਾ। ਅੰਦਰ ਟਿਕਣਾ ਸ਼ੁਰੂ ਹੋ ਗਿਆ, ਇਹ ਵੀ ਬਖਸ਼ਿਸ਼ ਉਹੀ ਵਰਤਾਉਂਦਾ। ਅੰਦਰੋਂ ਇੱਕਦਮ ਮਹਾਨ ਪ੍ਰਕਾਸ਼ ਪ੍ਰਗਟ ਹੁੰਦਾ ਹੈ। ਉਹ ਪ੍ਰਕਾਸ਼ ਰੂਪ ਵਿੱਚ ਵੀ ਆਪ ਹੀ ਪ੍ਰਗਟ ਹੁੰਦਾ ਹੈ। ਤੇ ਫਿਰ ਉਸ ਪ੍ਰਕਾਸ਼ ਦੇ ਵਿੱਚ ਰੂਹ ਆਪਣੇ ਆਪ ਖਿੱਚੀ ਜਾਂਦੀ, ਫਿਰ ਉੱਪਰਲੇ ਮੰਡਲਾਂ ਤੇ ਚਲੀ ਜਾਂਦੀ। ਉਹ ਵੀ ਆਪ ਹੀ ਕਰਦਾ ਹੈ। ਮੰਡਲ ਵੀ ਆਪ ਬਣਦਾ ਹੈ, ਰੂਹ ਵੀ ਆਪ ਬਣਦਾ ਹੈ, ਪ੍ਰਕਾਸ਼ ਵੀ ਆਪ ਬਣਦਾ ਹੈ। ਸਮਾਂ ਆਉਂਦਾ ਹੈ, ਬਾਅਦ 'ਚ ਪਤਾ ਲੱਗਦਾ ਕੁਝ ਵੀ ਆਪ ਨਹੀਂ ਕੀਤਾ, ਸਭ ਕੁਝ ਉਹਨੇ ਹੀ ਕੀਤਾ। ਭੁਲੇਖਾ ਹੁੰਦਾ, ਦੂਰ ਹੋ ਜਾਂਦਾ। ਸੱਚ ਇਹ ਹੈ, ਭੁਲੇਖਾ ਹੀ ਹੁੰਦਾ। ਮਾਧਵੇ ਕਿਆ ਕਹੀਏ ਬ੍ਰਹਮ ਐਸਾ, ਜੈਸਾ ਮਾਨੀਆ ਹੋਏ ਨਾ ਤੈਸਾ। ਮਹਾਰਾਜ ਜੀ ਕਹਿੰਦੇ ਨੇ ਪਰ ਇਹਦੇ ਵਾਸਤੇ ਇਹਦਾ ਮਤਲਬ ਇਹ ਨਹੀਂ ਕਿ ਤੂੰ ਘੋੜੇ ਵੇਚ ਕੇ ਸੁੱਤਾ ਰਵੇਂ। ਕਰਨਾ ਤੇ ਪੈਣਾ ਸੱਜਣਾ, ਕਰਨਾ ਪੈਣਾ ਹੈ। ਤੇ ਮਹਾਂਪੁਰਖਾਂ ਦੀ ਜਦੋਂ ਵੀ ਬਾਤ ਆਏਗੀ ਨਾ, ਆਪ ਜੀ ਬਾਣੀ ਵਿੱਚੋਂ ਪੜ੍ਹੋਗੇ ਕਿ ਮਹਾਂਪੁਰਸ਼ਾਂ ਦੀ ਸੰਗਤ ਕਰੋ, ਮਹਾਂਪੁਰਸ਼ਾਂ ਦੇ ਬਚਨ ਸੁਣੋ, ਜਾਂ ਫਿਰ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਮਹਾਂਪੁਰਖਾਂ ਦਾ ਰਾਹ ਦੇਖੋ ਤੇ ਫਿਰ ਸਾਨੂੰ ਪਤਾ ਲੱਗਦਾ ਮਹਾਂਪੁਰਖਾਂ ਦਾ ਰਾਹ ਕੀ ਵੇਖਣਾ, ਘਾਲਣਾ ਬੜੀ ਘਾਲਦੇ ਨੇ। ਸੰਤ ਬਾਬਾ ਗੁਰਬਚਨ ਸਿੰਘ ਜੀ ਬਾਬਾ ਸੁੰਦਰ ਸਿੰਘ ਜੀ ਨੂੰ ਮਿਲਦੇ ਨੇ। ਬਾਬਾ ਸੁੰਦਰ ਸਿੰਘ ਜੀ ਬਚਨ ਕਰਦੇ ਨੇ, ਭਾਈ ਅਭਿਆਸ ਕਿੰਨਾ ਤੁਹਾਡਾ? ਬਾਬਾ ਗੁਰਬਚਨ ਸਿੰਘ ਜੀ ਅੱਗੋਂ ਕਹਿੰਦੇ ਨੇ ਜੀ ਕੋਈ ਅਭਿਆਸ ਨਹੀਂ, ਹੁਕਮ ਕਰੋ ਕਿੰਨਾ ਕੁ ਚਾਹੀਦਾ। ਬਾਬਾ ਸੁੰਦਰ ਸਿੰਘ ਜੀ ਪਿੰਡਾਂ ਵਾਲੇ ਮਹਾਂਪੁਰਖ ਕਹਿੰਦੇ ਘੱਟੋ ਘੱਟ 101 ਪਾਠ ਜਪਜੀ ਸਾਹਿਬ ਦਾ ਚਾਹੀਦਾ, ਘੱਟੋ ਘੱਟ, ਤੇ ਵੱਧ ਤੋਂ ਵੱਧ 200 ਚਾਹੀਦਾ।
ਹੁਣ ਇਹ ਬਚਨ ਸੁਣ ਲੈਣੇ, ਇਹ ਬਚਨ ਕਰ ਲੈਣੇ, ਕਿੰਨੀ ਵੱਡੀ ਗੱਲ ਆ। ਘੱਟੋ ਘੱਟ 100 ਤੇ ਵੱਧ ਤੋਂ ਵੱਧ 200 ਤੇ ਚਾਹੀਦਾ ਹੀ ਨਾ, ਤੇ ਵੱਧ ਤੋਂ ਵੱਧ ਦੀ ਤੇ ਸੀਮਾ ਹੀ ਕੋਈ ਨਹੀਂ, ਘੱਟੋ ਘੱਟ 100 ਤੇ ਚਾਹੀਦਾ। ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਫਿਰ ਉਹ ਬਚਨ ਕਮਾਇਆ। ਇਹ ਵੀ ਬਚਨ ਕੀਤਾ ਗੁਰਬਚਨ ਸਿੰਘ, ਉਹਦੀ ਕਿਰਪਾ ਦੇ ਨਾਲ ਹੀ ਪ੍ਰਾਪਤੀ ਹੁੰਦੀ ਹੈ, ਤੇਰੇ ਪਾਠਾਂ ਨਾਲ ਪ੍ਰਾਪਤੀ ਨਹੀਂ ਹੋਣੀ। ਪਰ ਪਾਠ ਤੋਂ ਬਿਨਾ ਪ੍ਰਾਪਤੀ ਹੋ ਹੀ ਨਹੀਂ ਸਕਦੀ। ਪਾਠ ਹੋਣੇ ਵੀ, ਜਾਪ ਹੋਣਾ ਵੀ ਉਹਦੀ ਕਿਰਪਾ ਦੀ ਇੱਕ ਨਿਸ਼ਾਨੀ ਹੈ। ਅਭਿਆਸ ਨਹੀਂ ਬੰਦ ਕਰਨਾ, ਅਭਿਆਸ ਨਹੀਂ ਰੋਕਣਾ, ਧੀਰਜ ਪੂਰਾ ਰੱਖਣਾ, ਜਤ ਸਤ ਪੂਰਾ ਰੱਖਣਾ। ਜੋ ਅਸੀਂ ਹੁਣੇ ਪੌੜੀ ਅਸੀਂ ਵਾਚ ਕੇ ਆਏ ਹਾਂ, ਇਹ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਪ੍ਰਗਟ ਹੋਈ ਮਹਾਨ ਅਵਸਥਾਵਾਂ ਦਾ ਜ਼ਿਕਰ ਹੈ। ਮਹਾਰਾਜ ਜੀ ਬਚਨ ਕਰ ਰਹੇ ਨੇ, ਭਾਈ ਰਾਤ ਇੰਜ ਮਹਿਸੂਸ ਹੋਏਗੀ ਕਿ ਇਹ ਸੌਣ ਵਾਸਤੇ ਹੈ ਤੇ ਦਿਨ ਜਾਗਣ ਵਾਸਤੇ ਹੈ। ਤੇ ਰਾਤ ਨੂੰ ਜਦੋਂ ਅਸੀਂ ਸੌਂਦੇ ਹਾਂ, ਕੁਝ ਕੁ ਸਮਾਂ ਧਰਮੀ ਬੰਦਿਆਂ ਦੀ ਦਾਸ ਬੇਨਤੀ ਕਰਦਾ ਪਿਆ ਹੈ, ਜਿਨ੍ਹਾਂ ਦਾ ਖਾਣਾ ਪੀਣਾ ਸੰਜਮ ਵਿੱਚ ਹੋ ਗਿਆ, ਜਿਨ੍ਹਾਂ ਦਾ ਜੀਵਨ ਸਾਰੇ ਦਾ ਸਾਰਾ ਸੰਜਮ ਵਿੱਚ ਹੋ ਗਿਆ। ਜਦੋਂ ਬੰਦਾ ਵਿਸ਼ੇ ਵਿਕਾਰ ਭੋਗਦਾ ਹੈ, ਉਹ ਨਾਲ ਹੀ ਸਾਰਾ ਬੈਲੈਂਸ ਵਿਗਾੜ ਲੈਂਦਾ ਹੈ, ਆਪਣੇ ਅੰਦਰੂਨੀ ਜੀਵਨ ਦਾ ਵੀ ਤੇ ਆਪਣੇ ਸਰੀਰ ਦਾ ਵੀ। ਵਿਸ਼ੇ ਵਿਕਾਰ ਜਿਹੜਾ ਬੰਦਾ ਭੋਗਦਾ ਹੈ, ਚਲੋ ਬੱਚੇ ਵਾਸਤੇ ਇਹ ਕਿਰਿਆ ਪਰਮੇਸ਼ਵਰ ਨੇ ਆਪ ਪੈਦਾ ਕੀਤੀ ਆ, ਆਪ ਨਿਯਮ ਪੈਦਾ ਕੀਤਾ। ਸੰਤਾਨ ਦੀ ਪ੍ਰਾਪਤੀ ਵਾਸਤੇ ਕਰਨਾ ਇਹ ਪਰਮੇਸ਼ਵਰ ਦਾ ਹੁਕਮ ਹੁੰਦਾ ਹੈ। ਪਰ ਜਾਨਵਰਾਂ ਦੀ ਤਰ੍ਹਾਂ ਜਾਂ ਫਿਰ ਪਸ਼ੂਆਂ ਦੀ ਤਰ੍ਹਾਂ ਜੀਵਨ ਬਤੀਤ ਕਰਨਾ, ਫਿਰ ਜੀਵਨ ਦੇ ਵਿੱਚ ਵਿਗਾੜ ਬਹੁਤ ਵੱਡਾ ਪੈਦਾ ਹੁੰਦਾ ਹੈ। ਉਹ ਹਜ਼ਾਰਾਂ ਦਿਨਾਂ ਤੱਕ ਸੂਤ ਨਹੀਂ ਹੁੰਦਾ। ਤੇ ਵਿਸ਼ੇ ਵਿਕਾਰ ਦਾ ਅਸਲੀ ਸਵਰੂਪ ਉਦੋਂ ਪਤਾ ਲੱਗਦਾ ਹੈ ਜਦੋਂ ਮਨੁੱਖ ਅਭਿਆਸ ਵਿੱਚ ਜੁੜ ਜਾਂਦਾ ਹੈ, ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਦਿਨ ਬਣਾਇਆ ਭਾਈ ਤੂੰ ਕਾਰਜ ਕਰ, ਰਾਤ ਬਣਾਈ ਤੂੰ ਆਰਾਮ ਕਰ। ਪਰ ਕਾਰਜ ਕਰਦੇ, ਆਰਾਮ ਕਰਦੇ ਤੇਰਾ ਜੀਵਨ ਪਵਿੱਤਰ ਹੋਵੇ, ਕਾਰਜ ਕਰਦੇ ਵੀ ਸਿਮਰਨ ਚੱਲਦਾ ਰਵੇ ਤੇ ਸੁੱਤੇ ਪਏ ਵੀ ਸਿਮਰਨ ਚੱਲਦਾ ਰਵੇ। ਇਹ ਤੇਰੇ ਗੁਰੂ ਦੀ ਤੇਰੇ ਉੱਤੇ ਨਜ਼ਰੇ ਇਨਾਇਤ ਬਖਸ਼ਿਸ਼ ਆ। ਤੇ ਕਹਿੰਦੇ ਨੇ ਇਹ ਦਿਨ ਦਾਇਆ ਆ ਤੇ ਰਾਤ ਦਾਈ ਆ, ਇਹ ਸਾਰੇ ਸੰਸਾਰ ਨੂੰ ਖਿਡਾ ਰਹੀ ਆ। ਫਿਰ ਗੁਰੂ ਦੀ ਕਿਰਪਾ ਹੁੰਦੀ ਆ, ਮਨੁੱਖ ਰਾਤ ਵਿੱਚੋਂ ਵੀ ਨਿਕਲ ਜਾਂਦਾ। ਮਨੁੱਖ ਵਾਸਤੇ ਕੋਈ ਰਾਤ ਨਹੀਂ। ਗੁਰਸਿੱਖ ਦੀ ਗੱਲ ਕਰਦੇ, ਗੁਰਸਿੱਖ ਵਾਸਤੇ ਕੋਈ ਰਾਤ ਨਹੀਂ, ਗੁਰਸਿੱਖ ਵਾਸਤੇ ਕੋਈ ਦਿਨ ਨਹੀਂ, ਗੁਰਸਿੱਖ ਵਾਸਤੇ ਸਭ ਗੁਰੂ ਹੀ ਬਣ ਜਾਂਦਾ ਹੈ। ਫਿਰ ਦਿਨ ਦਾ ਪ੍ਰਕਾਸ਼ ਉਸਨੂੰ ਗੁਰੂ ਦਾ ਪ੍ਰਕਾਸ਼ ਦਿਸਦਾ ਹੈ। ਫਿਰ ਰਾਤ ਦਾ ਜੋ ਚੰਦਰਮਾ ਦਾ ਠੰਡਾ ਚਾਨਣ ਉਸਨੂੰ ਗੁਰੂ ਦਾ ਠੰਡਾ ਚਾਨਣ ਦਿਸਦਾ ਹੈ। ਫਿਰ ਦਿਨ ਤੇ ਰਾਤ ਦਾ ਫਰਕ ਖਤਮ ਹੋ ਜਾਂਦਾ ਹੈ, ਕਿਉਂਕਿ ਦਿਨ ਰਾਤ ਸਮੇਂ ਵਿੱਚੋਂ ਪੈਦਾ ਹੁੰਦੇ ਨੇ ਤੇ ਗੁਰਸਿੱਖ ਸਮੇਂ ਵਿੱਚੋਂ ਪਾਰ ਚਲਾ ਜਾਂਦਾ ਹੈ, ਸਮੇਂ ਵਿੱਚੋਂ ਲੰਘ ਜਾਂਦਾ ਹੈ, ਸਮੇਂ ਦਾ ਮੁਤਾਜ ਨਹੀਂ ਦਿੰਦਾ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਰਾ ਸੰਸਾਰ ਇਹ ਦਿਨ ਤੇ ਰਾਤ ਖਿਡਾਈ ਜਾਂਦੇ ਨੇ, ਫਿਰ ਗੁਰੂ ਦੇ ਸ਼ਬਦ ਨੂੰ ਜਪ ਜਪ ਕੇ ਫਿਰ ਗੁਰੂ ਦੀ ਗੋਦ ਵਿੱਚ ਗੁਰਸਿੱਖ ਖੇਡਦਾ ਹੈ। ਅੱਗੇ ਮਹਾਰਾਜ ਜੀ ਕਿਰਪਾ ਕਰਦੇ ਹਨ, ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਪਰਮੇਸ਼ਵਰ ਦੇ ਦਰ ਘਰ ਦੇ ਵਿੱਚ ਇੰਜ ਕਹਿ ਲਵੋ ਜੀ, ਜਿਸ ਥਾਂ ਦੇ ਉੱਤੇ ਰਾਜ ਹੈ ਸਿਰਫ ਧਰਮ ਦਾ, ਧਰਮ ਰਾਜ, ਉਸ ਥਾਂ ਤੇ ਜਾ ਕੇ ਫਿਰ ਚੰਗੇ ਕਰਮ ਤੇ ਮਾੜੇ ਕਰਮਾਂ ਦਾ ਲੇਖਾ ਜੋਖਾ ਹੁੰਦਾ। ਭਾਈ ਤੂੰ ਇਹ ਕੰਮ ਚੰਗੇ ਕੀਤੇ, ਇਹਦਾ ਫਲ ਇਹ ਲੈ, ਇਹ ਤੂੰ ਕਰਮ ਮਾੜੇ ਕੀਤੇ, ਇਹਦਾ ਫਲ ਆ ਲੈ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜੋ ਗੁਰਸਿੱਖ ਹੈ ਚੰਗੇ ਕਰਮ ਤੋਂ ਵੀ ਉੱਪਰ ਉੱਠ ਜਾਂਦਾ ਹੈ ਤੇ ਬੁਰੇ ਕਰਮ ਤੋਂ ਤੇ ਉੱਠਣਾ ਹੀ ਉੱਠਣਾ ਜੀ। ਫਿਰ ਧਰਮ ਰਾਜ ਇਹ ਧਰਮੀ ਬੰਦਿਆਂ ਵਾਸਤੇ ਨਹੀਂ ਹੈ। ਕਬੀਰ ਸਾਹਿਬ ਜੀ ਕਹਿੰਦੇ ਨੇ, ਕਬੀਰ ਮੇਰੀ ਬੁੱਧ ਕੋ ਜਮ ਨਾ ਕਰੈ ਤਿਸਕਾਰ, ਜਿਨੇ ਹੋ ਜਮੂਆ ਸਿਰਜਿਆ ਸੁਜਪਿਆ ਪਰਵਤਗਾਰ। ਮੇਰੇ ਪਰਮੇਸ਼ਵਰ ਜੀ ਨੇ ਇਹ ਧਰਮ ਰਾਜ ਪੈਦਾ ਕੀਤਾ, ਮੈਂ ਪਰਮੇਸ਼ਵਰ ਜੀ ਨੂੰ ਜਪਿਆ, ਹੁਣ ਇਹ ਧਰਮ ਰਾਜ ਮੇਰੇ ਸਾਹਮਣੇ ਆ ਨਹੀਂ ਸਕਦਾ, ਇਹ ਮੈਨੂੰ ਦੇਖ ਨਹੀਂ ਸਕਦਾ। ਇਸ ਕਰਕੇ ਧਰਮ ਰਾਜ ਵਾਲਾ ਮਾਰਗ ਵੱਖਰਾ ਹੈ। ਗੁਰਸਿੱਖ ਨੂੰ ਤਾਂ ਖੁਦ ਗੁਰੂ ਲੈਣ ਵਾਸਤੇ ਹੁੰਦਾ ਹੈ।
ਮਹਾਰਾਜ ਜੀ ਬਚਨ ਕਰਦੇ ਨੇ, ਚੰਗੇ ਅਤੇ ਮਾੜੇ ਕਰਮ ਰੱਬ ਦੇ ਘਰ ਦੇ ਵਿੱਚ ਵਾਚੇ ਜਾਂਦੇ ਨੇ, ਧਰਮਰਾਜ ਦੀ ਕਚਹਿਰੀ ਵਿੱਚ ਵਾਚੇ ਜਾਂਦੇ ਨੇ। ਇਸ ਕਰਕੇ ਬੰਦਾ ਕਰਮਾਂ ਪ੍ਰਤੀ ਸੁਚੇਤ ਰਵੇ। ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ। ਆਪੋ ਆਪਣੇ ਕਰਮਾਂ ਅਨੁਸਾਰ ਅਸੀਂ ਪਰਮੇਸ਼ਵਰ ਦੇ ਨੇੜੇ ਹੋ ਜਾਂਦੇ ਹਾਂ, ਅਸੀਂ ਪਰਮੇਸ਼ਵਰ ਦੇ ਦੂਰ ਹੋ ਜਾਂਦੇ ਹਾਂ। ਇਹ ਅਸੀਂ ਮਹਿਸੂਸ ਕਰਦੇ ਹਾਂ, ਪਰ ਪਰਮੇਸ਼ਵਰ ਕਦੀ ਸਾਡੇ ਤੋਂ ਦੂਰ ਗਿਆ ਹੀ ਨਹੀਂ। ਪਰਮੇਸ਼ਵਰ ਤੋਂ ਬਿਨਾਂ ਅਸੀਂ ਸਾਹ ਵੀ ਨਹੀਂ ਲੈ ਸਕਦੇ। ਉਹ ਹਮੇਸ਼ਾ ਹੀ ਸਾਡੇ ਵਿੱਚ ਸਮਾਇਆ ਹੋਇਆ, ਸਾਨੂੰ ਵੱਖ-ਵੱਖ ਰੂਪਾਂ ਵਿੱਚ ਉਹਨੇ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ। ਪਰ ਅਸੀਂ ਆਪਣੇ ਕਰਮਾਂ ਕਰਕੇ ਉਸ ਨੂੰ ਨੇੜੇ ਦੂਰ ਦੇਖਦੇ ਹਾਂ। ਤੇ ਇੱਥੇ ਦਾਸ ਬੇਨਤੀ ਕਰੇ, ਅਸੀਂ ਇਹ ਜਦੋਂ ਪੰਕਤੀ ਪੜ੍ਹਦੇ ਹਾਂ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ, ਅਸੀਂ ਕਈ ਵਾਰੀ ਕਹਿ ਦਿੰਦੇ ਹਾਂ ਕੈ ਨੇੜਾ ਕੇ ਦੂਰ। ਮਤਲਬ ਕੇ ਤੇ ਕੈ ਦੋਵੇਂ ਸ਼ਬਦਾਂ ਦਾ ਅਰਥ ਬਹੁਤ ਵੱਡਾ ਡਿਫਰੈਂਸ ਕ੍ਰੀਏਟ ਕਰਦਾ ਹੈ। ਕੈ ਸ਼ਬਦ ਕੋਈ ਹੋਰ ਅਰਥ ਲੈ ਕੇ ਬੈਠਾ ਤੇ ਕੇ ਸ਼ਬਦ ਕੋਈ ਹੋਰ ਅਰਥ ਲੈ ਕੇ ਬੈਠਾ। ਤੇ ਇਸ ਪੰਕਤੀ ਵਿੱਚ ਜਿਹੜਾ ਸ਼ਬਦ ਨਾ ਕਰਮੀ ਆਪੋ ਆਪਣੀ, ਅਣਾਣਾ ਸ਼ਬਦ ਬੋਲਣਾ ਹੈ, ਆਪਣੀ ਨਹੀਂ ਬੋਲਣਾ। ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਇੱਥੇ ਕੇ ਦਾ ਅਰਥ ਪਹਿਲਾ ਕੇ ਕਹਿੰਦਾ ਹੈ ਕਈ ਜੀਵ, ਕਈ ਮਨੁੱਖ, ਕਈ ਪ੍ਰਾਣ ਰੱਖਣ ਵਾਲੇ ਇੰਜ ਸੋਚਦੇ ਨੇ ਕਿ ਨੇੜੇ ਹੈ, ਤੇ ਕੇ ਦੂਰ, ਤੇ ਕਈ ਕਹਿੰਦੇ ਨੇ ਕਿ ਬਹੁਤ ਦੂਰ ਹੈ, ਕਈ ਕਹਿੰਦੇ ਨੇ ਬਹੁਤ ਦੂਰ ਹੈ। ਪਰ ਇਹ ਅਨੁਭਵ ਉਹਨਾਂ ਮਨੁੱਖਾਂ ਦੀ ਦ੍ਰਿਸ਼ਟੀ ਦੇ ਨਾਲ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਅੱਗੇ ਪਰਦਾ ਪੈ ਗਿਆ ਕਰਮਾਂ ਦਾ, ਉਹ ਕਹਿੰਦੇ ਦੂਰ ਹੈ, ਤੇ ਜਿਨ੍ਹਾਂ ਤੇ ਪਰਦਾ ਨਹੀਂ ਪਿਆ ਉਹ ਕਹਿੰਦੇ ਨੇੜੇ ਹੈ। ਪਰ ਜਿਹੜਾ ਬ੍ਰਹਮ ਗਿਆਨੀ ਉਹ ਕਹਿੰਦਾ ਮੈਂ ਤੇ ਉਹਦੇ ਵਿੱਚ ਸਮਾਇਆ ਹੋਇਆ ਤੇ ਉਹ ਮੇਰੇ ਵਿੱਚ ਸਮਾਇਆ ਹੋਇਆ, ਮੈਂ ਉਸੇ ਦੀ ਅੰਸ਼ ਹਾਂ। ਅਸੀਂ ਕਦੀ ਦੂਰ ਗਏ ਨਹੀਂ, ਉਹ ਸਾਡੇ ਤੋਂ ਕਦੀ ਦੂਰ ਨਹੀਂ ਗਿਆ। ਅਸੀਂ ਹੀ ਪੱਲਾ ਛਡਾ ਛਡਾ ਕੇ ਭੱਜਦੇ ਹਾਂ, ਫਿਰ ਦੁੱਖ ਪਾਉਂਦੇ ਹਾਂ। ਜਦੋਂ ਦੁੱਖ ਮਿਲਦਾ ਫਿਰ ਅਸੀਂ ਰੋਂਦੇ ਹਾਂ, ਕੁਰਲਾਉਂਦੇ ਹਾਂ। ਤੇ ਦਵਾਈ ਸਿਰਫ ਇੱਕ ਹੀ ਹੈ, ਦਵਾਈ ਪਰਮੇਸ਼ਵਰ ਦਾ ਨਾਮ ਹੈ। ਸੋ ਅੰਤਲੀਆਂ ਪੰਕਤੀਆਂ ਵਿੱਚ ਹੁਣ ਏਕ ਓੰਕਾਰ ਤੱਕ ਪਹੁੰਚਣ ਦਾ ਵਸੀਲਾ ਦੱਸਦੇ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ। ਆਓ ਪ੍ਰੇਮ ਅਕੀਦਤ ਨਾਲ ਸ਼ਰਵਣ ਕਰੀਏ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨ੍ਹਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ, ਮਹਾਰਾਜ ਜੀ ਕਹਿੰਦੇ ਨੇ ਭਾਈ ਉਹਨਾਂ ਨੇ ਬਹੁਤ ਕਰੜੀ ਘਾਲਣਾ ਘਾਲੀ, ਬਹੁਤ ਵੱਡੀ ਮਸ਼ੱਕਤ ਕੀਤੀ। ਤੇ ਕਰੜੀ ਘਾਲਣਾ ਘਾਲ ਕੇ, ਮਸ਼ੱਕਤ ਘਾਲ ਕੇ, ਮਸ਼ੱਕਤ ਕਰਕੇ ਉਹਨਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਧਿਆਇਆ। ਤੇ ਜਿਸ ਵੇਲੇ ਧਿਆਇਆ ਪਰਮੇਸ਼ਵਰ ਜੀ ਖੁਸ਼ ਹੋਏ ਤੇ ਉਹਨਾਂ ਦੀ ਘਾਲਣਾ, ਉਹਨਾਂ ਦੀ ਮਸ਼ੱਕਤ ਸਫਲੀ ਹੋ ਗਈ। ਅਸੀਂ ਇਸ ਨੂੰ ਜਦੋਂ ਪੰਕਤੀ ਦੌਰਾਨ ਪੜਾਂਗੇ ਮਸ਼ੱਕਤ ਨਹੀਂ ਕਹਿਣਾ, ਅਸੀਂ ਮਸੱਕਤ ਹੀ ਕਹਾਂਗੇ। ਪਰ ਜਦੋਂ ਵਿਆਖਿਆ ਕਰਨੀ ਹੈ ਅਸੀਂ ਇਸ ਦੀ ਵਿਆਖਿਆ ਦੌਰਾਨ ਪੰਕਤੀ ਫਿਰ ਮਸੱਕਤ ਹੀ ਪੜਾਂਗੇ, ਵਿਆਖਿਆ ਦੌਰਾਨ ਅਸੀਂ ਇਹਦਾ ਅਰਥ ਮਸ਼ੱਕਤ ਕਰ ਸਕਦੇ ਹਾਂ। ਮਤਲਬ ਇਹ ਹੈ ਕਿ ਰੱਬ ਦਾ ਨਾਮ ਧਿਆਉਣਾ ਇੱਕ ਬਹੁਤ ਵੱਡੀ ਘਾਲਣਾ ਮੰਗਦਾ ਹੈ, ਬਹੁਤ ਵੱਡੀ ਮਸ਼ੱਕਤ ਮੰਗਦਾ ਹੈ। ਤੇ ਅਸੀਂ ਹੁਣ ਕਹੀਏ ਜੀ ਵੇਖੋ ਹੁਣ ਸਾਡਾ ਜਿਹੜਾ ਮਾਈਂਡ ਸੈੱਟ ਹੈ ਨਾ ਜੀ, ਸਾਡਾ ਮਾਈਂਡ ਸੈੱਟ ਇਹ ਹੋਇਆ ਪਿਆ ਕਿ ਨਿਤਨੇਮ ਕਰਨਾ ਹੈ। ਕਿੰਨੀਆਂ ਬਾਣੀਆਂ ਦਾ ਨਿਤਨੇਮ ਕਰਨਾ ਹੈ? 7 ਬਾਣੀਆਂ ਦਾ। ਤੇ ਗੁਰਸਿੱਖ ਕੀ ਕਰਦੇ ਨੇ? 7 ਬਾਣੀਆਂ ਨਿਤਨੇਮ ਕਰਦੇ ਆ, ਬਾਅਦ ਚ ਕਹਿੰਦੇ ਆ ਨਾਓ ਆਈ ਐਮ ਟੋਟਲੀ ਫ੍ਰੀ। ਬਸ ਆਪਾਂ ਫ੍ਰੀ ਹੋ ਗਏ ਆ ਜੀ, ਮਹਾਰਾਜ ਨੇ ਫ੍ਰੀ ਕਰਤਾ। ਇਸ ਕਰਕੇ ਟਕਸਾਲਾਂ ਦੇ ਵਿੱਚ ਸਾਨੂੰ ਇਹ ਸਮਝਾਇਆ ਜਾਂਦਾ ਆ ਕਿ ਮਾਈਂਡ ਜੈਸਾ ਸੈੱਟ ਹੋ ਜਾਂਦਾ ਆ ਵੈਸਾ ਹੀ ਬੰਦਾ ਜੀਵਨ ਜਿਉਂਦਾ ਆ। ਤੇ ਗੁਰੂ ਮਹਾਰਾਜ ਵੱਲੋਂ ਹੁਕਮ ਹੁੰਦਾ ਸੀ ਕਿ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਇੱਕ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ, ਘੱਟੋ ਘੱਟ। ਤੇ ਜਿਸ ਵੇਲੇ ਪ੍ਰਸ਼ਾਦਾ ਛਕ ਲਿਆ ਫਿਰ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰੋ, ਘੱਟੋ ਘੱਟ। ਤੇ ਜਿਸ ਵੇਲੇ ਇੱਕ ਮਹਾਂਪੁਰਖ ਦਾਸ ਨੂੰ ਦਰਸ਼ਨ ਦੇਣ ਵਾਸਤੇ ਆਏ, ਉਹਨਾਂ ਨੇ ਬਹੁਤ ਕਮਾਲ ਦੀ ਗੱਲ ਕਹੀ। ਕਹਿਣ ਲੱਗੇ ਜਦੋਂ ਵੀ ਅਸੀਂ ਜਲ ਛਕੀਏ ਤੇ ਘੱਟੋ ਘੱਟ 5 ਪਾਠ ਸ਼੍ਰੀ ਚੌਪਈ ਸਾਹਿਬ ਜੀ ਦੇ ਕਰੀਏ। ਜਦੋਂ ਅਸੀਂ ਪ੍ਰਸ਼ਾਦਾ ਛਕੀਏ 5 ਪਾਠ ਸ਼੍ਰੀ ਜਪਜੀ ਸਾਹਿਬ ਦੇ ਕਰੀਏ। ਤੇ ਫਿਰ ਸਾਡਾ ਖਾਧਾ ਪੀਤਾ ਜਿਹੜਾ ਹੈ ਨਾ
ਉਹਦਾ ਅਸੀਂ ਲੇਖਾ ਜੋਖਾ ਸੰਪੂਰਨ ਦੇ ਸਕਦੇ ਹਾਂ। ਤੇ ਹੁਣ ਦਾਸ ਨੇ ਬੇਨਤੀ ਕੀਤੀ ਜੀ, ਅੱਛਾ ਜੀ ਮੰਨ ਲਓ ਤਿੰਨ ਸਮੇਂ ਬੰਦੇ ਨੇ ਛਕਿਆ, 15 ਪਾਠ ਇਹ ਹੋ ਗਏ ਸ਼੍ਰੀ ਜਪਜੀ ਸਾਹਿਬ ਜੀ ਦੇ, ਤੇ ਇੱਕ ਪਾਠ ਨਿਤਨੇਮ ਦਾ ਹੋ ਗਿਆ। ਤੇ ਉਸੇ ਵੇਲੇ ਉਹ ਮਹਾਂਪੁਰਖ ਤਰਪ ਕੇ ਬੋਲੇ, ਕਹਿੰਦੇ ਇੱਕ ਪਾਠ ਘੱਟੋ ਘੱਟ 50 ਪਾਠ ਤੇ ਚਾਹੀਦੇ, 50 ਪਾਠ ਚਾਹੀਦੇ। ਉਹ ਕਹਿੰਦੇ ਨੇ ਕਿ ਜੇਕਰ ਸਿੱਖ ਪਹਿਲਾਂ ਹੀ ਸੋਚ ਕੇ ਬੈਠੇਗਾ ਨਾ ਇੱਕ ਪਾਠ ਹੀ ਬਹੁਤ ਆ, ਇੱਕ ਪਾਠ ਨਾਲ ਹੀ ਗੱਲ ਬਣ ਜਾਣੀ ਆ। ਤੇ ਮਹਾਂਪੁਰਖਾਂ ਨੇ ਬਚਨ ਕੀਤਾ, ਕਦੀ ਕਿਸੇ ਨੇ ਇਹ ਗੱਲ ਕਹੀ ਕਿ ਮੈਂ 1 ਘੰਟਾ ਹੀ ਡਿਊਟੀ ਕਰਨੀ ਹੈ, 1 ਘੰਟਾ ਹੀ ਸੰਸਾਰ ਦਾ ਕਾਰ ਵਿਹਾਰ ਕਰਨਾ ਹੈ। ਬੱਚੀ ਦਾ ਆਨੰਦ ਕਾਰਜ ਹੋਵੇ ਤੇ 1 ਘੰਟਾ ਹੀ ਬੰਦਾ ਸ਼ੋਪਿੰਗ ਕਰਦਾ ਆ, 1 ਘੰਟੇ ਤਿਆਰੀ ਕਰਦਾ ਹੈ। ਮਹਾਂਪੁਰਖਾਂ ਦਾ ਬਚਨ ਸੀ, ਭਾਈ ਜਿੰਨਾ ਚਿਰ ਬੰਦਾ ਕੋਈ ਟਾਰਗੇਟ ਮਿੱਥਦਾ ਨਹੀਂ, ਗੋਲ ਮਿੱਥਦਾ ਨਹੀਂ, ਓਨਾ ਚਿਰ ਕਿਵੇਂ ਕਰੇਗਾ ਅਭਿਆਸ। ਇਸ ਕਰਕੇ ਹਮੇਸ਼ਾ ਗੋਲ ਵੱਡਾ ਰੱਖਣਾ ਚਾਹੀਦਾ। ਜੇ ਅਸੀਂ ਰੱਖਾਂਗੇ ਕਿ ਇੱਕ ਪਾਠ ਹੀ ਕਰਨਾ, ਅਸੀਂ ਇੱਕ ਪਾਠ ਤੇ ਅੱਗੇ ਜਾ ਹੀ ਨਹੀਂ ਸਕਦੇ। ਤੇ ਸਾਡੇ ਗੁਰਸਿੱਖ ਬੜੇ ਸਤਿਕਾਰਯੋਗ ਨੇ, ਸਾਰੇ ਧੰਤਾਯੋਗ ਨੇ। ਦਾਸ ਤੇ ਸਭ ਤੋਂ ਨੀਵਾਂ ਹੈ ਜੀ। ਸਾਨੂੰ ਮਹਾਂਪੁਰਖਾਂ ਦੇ ਪਾਸ ਸੰਗਤ ਕਰ ਕਰਕੇ ਇੰਨੀ ਸਮਝ ਲੱਗਦੀ ਹੈ ਕਿ ਅਭਿਆਸ 24 ਘੰਟੇ ਚਾਹੀਦਾ ਹੈ। ਤੇ 24 ਘੰਟੇ ਦਾ ਅਰਥ ਸਿਰਫ 24 ਘੰਟੇ ਨਹੀਂ, 24 ਘੰਟੇ ਦਾ ਅਰਥ ਕਰਨਾ ਹੈ। ਜਦੋਂ ਅਸੀਂ ਕਹਿੰਦੇ ਹਾਂ ਨਾ ਹਾਂਜੀ ਚੰਗਾ ਹੁੰਦਾ ਹੈ ਅਭਿਆਸ ਕਰਨਾ, ਉਹ ਭਾਈ ਚੰਗਾ ਤਾਂ ਹੁੰਦਾ ਜੇ ਕਰਾਂਗੇ। ਕਰਨ ਵਾਲਿਆਂ ਵਾਸਤੇ ਚੰਗਾ ਹੁੰਦਾ, ਜਿਹਨੇ ਕਰਨਾ ਕੱਖ ਨਹੀਂ ਉਹਦੇ ਵਾਸਤੇ ਤੇ ਭਾਵੇਂ ਚੰਗਾ ਹੁੰਦਾ ਭਾਵੇਂ ਮਾੜਾ ਹੁੰਦਾ, ਉਹਦੇ ਵਾਸਤੇ ਕੁਝ ਵੀ ਨਹੀਂ ਹੁੰਦਾ। ਰੱਬ ਦਾ ਨਾਮ ਚੰਗਾ ਤਾਂ ਜੇ ਜਪਿਆ ਜਾਵੇ, ਤੇ ਜੇਕਰ ਤੂੰ ਜਪਣਾ ਹੀ ਨਹੀਂ ਤੇ ਫਿਰ ਤੂੰ ਚੰਗਾ ਕਹਿ ਲੈ, ਮੰਦਾ ਕਹਿ ਲੈ, ਭਾਵੇਂ ਇਹ ਵੀ ਕਹਿ ਲੈ ਰੱਬ ਦਾ ਨਾਮ ਹੈ ਹੀ ਨਹੀਂ, ਰੱਬ ਹੈ ਹੀ ਨਹੀਂ। ਤੇ ਜਿਹਨੇ ਜਪਣਾ ਹੀ ਨਹੀਂ ਉਹਦੇ ਵਾਸਤੇ ਤਾਂ ਵਾਕਈ ਹੈ ਹੀ ਨਹੀਂ। ਗੁਰੂ ਮਹਾਰਾਜ ਜੀ ਸਾਡੇ ਜੀਵਨ ਦੀ ਜੋ ਮਹਾਨ ਪਾਵਨ ਪਵਿੱਤਰ ਜੀਵਨ ਸ਼ੈਲੀ ਹੈ, ਮਹਾਰਾਜ ਜੀ ਸਾਨੂੰ ਉਹ ਦਿੰਦੇ ਨੇ। ਤੇ ਦੇਖੋ ਆਪ ਜੀ ਸ਼੍ਰੀ ਜਪਜੀ ਸਾਹਿਬ ਜੀ ਦਾ ਪਾਠ ਅੰਮ੍ਰਿਤ ਵੇਲੇ ਉੱਠ ਕੇ ਨਾ ਕਿਤੇ 11 ਤੋਂ 21 ਪਾਠ ਡੇਲੀ ਕਰਕੇ ਦੇਖੋ, ਵੇਖੋ ਤੁਹਾਡੇ ਜੀਵਨ ਦੇ ਵਿੱਚ ਨਾ ਇੱਕ ਐਸੀ ਰੌਂ ਰੁਮਕੇਗੀ ਜੋ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਇਹ ਕਿਉਂਕਿ ਇਹ ਦਾਸ ਦੀ ਦ੍ਰਿਸ਼ਟੀ ਅਨੁਸਾਰ ਅੱਖਰ ਨਹੀਂ ਨੇ, ਇਹ ਖੁਦ ਪਰਮੇਸ਼ਵਰ ਦੀ ਸਾਖਸ਼ਾਤ ਸੱਚਖੰਡ ਦੀ ਤਾਕਤ ਧਰਤੀ ਦੇ ਉੱਤੇ ਪ੍ਰਗਟ ਕੀਤੀ। ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਇਹ ਪ੍ਰਗਟ ਕੀਤੀ। ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਲੈ ਕੇ 10ਵੇਂ ਪਾਤਸ਼ਾਹ ਜੀ ਨੇ। ਤੇ ਆਪਾਂ ਇਸ ਬਾਣੀ ਨੂੰ ਕੱਲਾ ਅੱਖਰ ਜਾਂ ਪੰਕਤੀਆਂ ਜਾਂ ਕਾਵਿ ਸ਼ੈਲੀ ਨਾ ਸਮਝੀਏ, ਅਸੀਂ ਇਸ ਨੂੰ ਸੱਚਖੰਡ ਹੀ ਸਮਝੀਏ। ਸੱਚਖੰਡ ਪੋਥੀ ਪ੍ਰਕਾਸ਼ ਹੋ ਗਈ, ਸਮਝ ਲਓ ਸੱਚਖੰਡ ਵਿੱਚ ਬੈਠ ਗਏ। ਤੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਭਾਈ ਤਿਆਰ ਹੋ। ਕਾਹਦੇ ਵਾਸਤੇ? ਨਿਤਨੇਮ ਵਾਸਤੇ। ਤੇ ਨਿਤਨੇਮ ਕਿੰਨਾ ਹੈ ਜੀ? ਨਿਤਨੇਮ 7 ਬਾਣੀਆਂ ਦਾ। ਉਹ ਤਾਂ ਕਰਨਾ ਹੀ ਕਰਨਾ ਹੈ, ਉਹਦੇ ਤੋਂ ਬਿਨਾਂ ਤੇ ਸਿੱਖ ਇੱਕ ਸਾਹ ਲਵੇ ਤੇ ਇਹਨੂੰ ਇੱਕ ਸਾਹ ਵੀ ਪਹਾੜ ਵਰਗਾ ਲੱਗਣਾ। ਗੁਰਮੁਖ ਪਿਆਰੇ ਆਏ ਸੀ, ਗੁਰਮੁਖਾਂ ਨੂੰ ਦਾਸ ਨੇ ਪੁੱਛਿਆ, ਭਾਈ ਰਹਿਰਾ ਸਾਹਿਬ ਕਰ ਲਿਆ? ਕਰ ਲਈ ਰਹਿਰਾ ਸਾਹਿਬ ਦੀ ਬਾਣੀ ਦਾ ਜਾਪ? ਕਹਿਣ ਲੱਗੇ ਹਾਂਜੀ ਕਰ ਲਿਆ। ਦਾਸ ਨੇ ਫਿਰ ਬੇਨਤੀ ਕੀਤੀ 10 ਪਾਠ ਜਪਜੀ ਸਾਹਿਬ ਦੇ ਕਰ ਲਏ। ਲੈ ਉਹ ਥੋੜਾ ਕਰੀਦੇ ਆ ਸ਼ਾਮ ਨੂੰ। ਅੱਛਾ ਸਾਹ ਲੈ ਲਈ ਦਾ ਸ਼ਾਮ ਨੂੰ? ਕਹਿੰਦੇ ਸ਼ਾਮ ਨੂੰ ਤੇ ਰਹਿਰਾ ਸਾਹਿਬ ਦੀ ਬਾਣੀ ਪੜ੍ਹੀ ਦੀ ਹੈ। ਤੇ ਦਾਸ ਜਿਸ ਵੇਲੇ ਗੁਰਮੁਖਾਂ ਦਾ ਜੀਵਨ ਦੇਖਦਾ ਹੈ ਨਾ ਜੀ, ਸ਼ਾਮ ਦਾ ਸਮਾਂ ਹੁੰਦਾ ਹੈ, ਵੈਸੇ ਚੰਗੀ ਗੱਲ ਆ। ਸ਼ਾਮ ਦੇ ਸਮੇਂ ਉਸੇ ਵੇਲੇ ਕਹਿੰਦੇ ਨੇ ਰਹਿਰਾ ਸਾਹਿਬ ਜੀ ਦਾ ਜਾਪ ਲਾ ਲਈਏ ਜੀ। ਆਪਾਂ ਉਸੇ ਵੇਲੇ ਲਾ ਲਿਆ ਜਾਂਦਾ ਹੈ ਉਹਦੇ ਵਿੱਚ, ਫੋਨ ਦੇ ਵਿੱਚ ਜਾਂ ਫਿਰ ਕਾਰ ਦੇ ਵਿੱਚ, ਜਾਂ ਫਿਰ ਅਸੀਂ ਬੈਠੇ ਹਾਂ ਮਹਾਰਾਜ ਦੀ ਬਾਣੀ ਦੀ ਸੰਥਿਆ ਕਰ ਰਹੇ ਹਾਂ, ਕਹਿੰਦੇ ਵੀ ਸ਼ਾਮ ਦਾ ਸਮਾਂ ਹੋ ਗਿਆ, ਬਾਣੀ ਦਾ ਜਾਪ ਕਰ ਲਈਏ ਸ਼੍ਰੀ ਰਹਿਰਾ ਸਾਹਿਬ। ਠੀਕ ਆ, ਕਰੋ। ਤੇ ਕਿੰਨਾ ਚੰਗਾ ਹੋਵੇ ਜਿਸ ਵੇਲੇ ਸਿੰਘ ਇਹ ਕਹਿਣ 25 ਪਾਠ ਸ਼੍ਰੀ ਜਪਜੀ ਸਾਹਿਬ ਦੇ ਕਰ ਲਈਏ, ਮਾਰੋ ਚੌਂਕੜਾ, ਤੇ ਕਿੰਨਾ ਆਨੰਦ ਆਵੇ ਜੀ। ਕਿਉਂਕਿ ਦਿਮਾਗ ਸੈੱਟ ਹੋ ਚੁੱਕਿਆ ਕਿ ਰਹਿਰਾ ਸਾਹਿਬ ਦਾ ਪਾਠ ਕਰਨਾ ਜ਼ਰੂਰੀ ਹੈ। ਉਹ ਤਾਂ ਜ਼ਰੂਰੀ ਹੈ ਹੀ, ਉਹ ਤੇ ਕਰਨਾ ਹੀ ਆ। ਤੇ ਜੇ ਅਸੀਂ ਕਹਿ ਦਈਏ ਕਿ ਚਲੋ 2 ਪਾਠ ਸ਼੍ਰੀ ਜਪਜੀ ਸਾਹਿਬ ਦੇ ਵੀ ਕਰ ਲਈਏ, ਜੇ ਸੋਚਾਂਗੇ ਤਾਂ ਹੀ ਕਰਾਂਗੇ।
ਜੇ ਸੋਚਾਂਗੇ, ਜੇ ਦ੍ਰਿੜਤਾ ਵਿੱਚ ਲਿਆਵਾਂਗੇ ਆਪਣੇ ਆਪ ਨੂੰ, ਤਾਂ ਹੀ ਕਰਾਂਗੇ। ਜੇ ਅਸੀਂ ਸੋਚਣਾ ਹੀ ਨਹੀਂ, ਜੇ ਅਸੀਂ ਮੰਨਣਾ ਹੀ ਨਹੀਂ, ਜੇ ਅਸੀਂ ਆਪਣੇ ਆਪ ਨੂੰ ਮਹਿਸੂਸ ਹੀ ਨਹੀਂ ਕਰਨਾ, ਤੇ ਫੇਰ ਤੇ ਗੱਲ ਹੋਰ ਹੈ ਜੀ। ਹਾਂ, ਜੋ ਸੱਚਖੰਡ ਦਾ ਵਾਸੀ ਹੋ ਗਿਆ, ਉਹਦਾ ਤੇ ਰਹਿਰਾਸ ਸਾਹਿਬ ਦਾ ਪਾਠ ਕੀਤਾ ਇੱਕ ਵਾਰ, ਉਹ ਕਰੋੜਾਂ ਵਾਰ ਸਮਝੋ, ਕਿਉਂਕਿ 3.5 ਕਰੋੜ ਰੋਮ ਨੇ, ਉਹ 3.5 ਕਰੋੜ ਵਾਰ ਹੋ ਗਿਆ। ਤੇ ਜਿਹੜਾ ਜੇ ਪਹੁੰਚਿਆ ਕਿਤੇ ਨਹੀਂ, ਉਹਨੂੰ ਮਿਹਨਤ ਤੇ ਕਰਨੀ ਚਾਹੀਦੀ ਹੈ ਨਾ ਜੀ, ਉਹਨੂੰ ਅਭਿਆਸ ਕਰਨਾ ਚਾਹੀਦਾ। ਚਲੋ ਜੇ ਜੋਬ ਤੇ ਹੋ, ਵਾਹਿਗੁਰੂ ਵਾਹਿਗੁਰੂ ਤੇ ਕਰ ਹੀ ਸਕਦੇ ਆ ਨਾ। ਖੈਰ, ਕਿਤੇ ਸੰਗਤ ਗੁੱਸਾ ਹੀ ਨਾ ਕਰ ਜੇ ਕਿ ਇਹ ਤਾਂ ਬਿਲਕੁਲ ਸਿੱਧਾ ਬੋਲਦਾ ਹੈ। ਅਸਲ 'ਚ ਸਿੱਧਾ ਮੈਂ ਨਹੀਂ ਬੋਲਦਾ, ਸਿੱਧਾ ਗੁਰੂ ਬੋਲਦਾ ਹੈ। ਗੁਰੂ ਮਹਾਰਾਜ ਜੀ ਬਾਣੀ ਦੇ ਵਿੱਚ ਬਚਨ ਕਰਦੇ ਨੇ ਕਿ ਨਾਮ ਬਿਨਾ ਜੇਤਾ ਬਿਵਹਾਰ, ਜਿਉ ਮਿਰਤਕ ਮਿਥਿਆ ਸੀਗਾਰ, ਨਾਮ ਬਿਨਾ ਜੋ ਪਹਿਰੈ ਖਾਏ, ਜਿਉ ਕੂਕਰ ਜੂਠਨ ਮਹਿ ਪਾਏ। ਮਹਾਰਾਜ ਜੀ ਕਹਿੰਦੇ ਨੇ, ਸੱਚੇ ਪਾਤਸ਼ਾਹ ਕਹਿੰਦੇ ਨੇ, ਤੈਨੂੰ ਮੈਂ ਰੱਬ ਬਣਾਉਣਾ ਚਾਹੁੰਦਾ, ਤੂੰ ਫਿਰ ਕੁੱਤਿਆਂ ਵਾਲਾ ਜੀਵਨ ਤੂੰ ਅਖਤਿਆਰ ਕਰਦਾ ਪਿਆ, ਕੂਕਰ ਵਾਲਾ ਜੀਵਨ, ਖਾਈ ਜਾਂਦਾ, ਖਾਈ ਜਾਂਦਾ, ਖਾਈ ਜਾਂਦਾ। ਤੇ ਜਿਹੜਾ ਜੀਵਨ ਤੈਨੂੰ ਗੁਰੂ ਦੇਣਾ ਚਾਹੁੰਦਾ, ਤੂੰ ਉਹ ਐਕਸੈਪਟ ਹੀ ਨਹੀਂ ਕਰਦਾ, ਤੇ ਫਿਰ ਬਾਅਦ ਵਿੱਚ ਤੂੰ ਰੋਵੀਂ ਨਾ, ਅਖੀਰ ਤੇ ਫਿਰ ਰੋਣਾ ਹੀ ਪੱਲੇ ਰਹਿ ਜਾਂਦਾ ਹੈ। ਮਹਾਰਾਜ ਜੀ ਕਹਿੰਦੇ ਨੇ, ਭਾਈ ਮਸ਼ੱਕਤ ਕਰਨ ਵਾਸਤੇ ਤਿਆਰ ਹੋ, ਘਾਲਣ ਵਾਸਤੇ ਤਿਆਰ ਹੋ, ਨਾਮ ਜਪਣ ਵਾਸਤੇ ਤਿਆਰ ਹੋ। ਦੇਖ ਉਹਨਾਂ ਮਹਾਂਪੁਰਖਾਂ ਨੂੰ, ਉਹਨਾਂ ਦਾ ਜੀਵਨ ਪੜ੍ਹ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੁਣ ਉਜਲੇ, ਇਸ ਨੂੰ ਉਜਲੇ ਨਹੀਂ ਕਹਿਣਾ, ਉਜਲੇ ਕਹਿਣਾ, ਉਜਲੇ। ਜੇ ਉਜਲੇ ਕਵਾਂਗੇ, ਉਜਲੇ ਇਹਦਾ ਅਰਥ ਬਣ ਜਾਂਦਾ ਹੈ ਕੋਈ ਵੀ ਚੀਜ਼ ਜਿਹੜੀ ਸੜੀ ਹੋਈ ਆ ਪਰ ਅਜੇ ਪੂਰੀ ਨਹੀਂ ਸੜੀ, ਉਸਨੂੰ ਉਜਲੇ ਕਹਿੰਦੇ ਨੇ, ਉਜਲੇ। ਤੇ ਅਦਕ ਪਏਗਾ ਉਜਲੇ। ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ, ਇਸਨੂੰ ਛੁੱਟੀ ਕਵਾਂਗੇ, ਛੁੱਟੀ। ਸੱਸੇ ਦੇ ਪੈਰ 'ਚ ਬਿੰਦੀ ਜੇ ਲੱਗੀ ਫਿਰ ਛੁੱਟੀ, ਛੁੱਟੀ। ਤੇ ਜੇ ਛੱਛਾ ਆ, ਛੁੱਟੀ। ਕੀ ਕਹਾਂਗੇ? ਛੁੱਟੀ। ਜਦੋਂ ਵੀ ਛੱਛਾ ਆਵੇ, ਤੁਸੀਂ ਛੱਲੀ ਇੱਕ ਵਾਰੀ ਬੋਲ ਕੇ ਦੇਖਿਓ, ਛੱਲੀ, ਫਿਰ ਇਹ ਛੱਛਾ ਸ਼ਬਦ ਕਲੀਅਰ ਹੋਏਗਾ। ਪਰ ਕਈ ਛੱਲੀ ਕਹਿੰਦੇ ਨੇ, ਸੱਸੇ ਦੇ ਪੈਰ 'ਚ ਬਿੰਦੀ ਲਾ ਕੇ ਕਹਿੰਦੇ ਨੇ ਛੱਲੀ। ਛੱਲੀ ਨਹੀਂ ਹੁੰਦਾ, ਛੱਲੀ ਹੁੰਦੀ ਹੈ, ਛੱਛਾ। ਇਹ ਥੋੜਾ ਜਿਹਾ ਪੇਂਡੂ ਟੱਚ ਜ਼ਿਆਦਾ ਮਿਲਦਾ ਹੈ ਇਸ ਅੱਖਰ 'ਚ, ਛੱਲੀ। ਇਸੇ ਤਰ੍ਹਾਂ ਛੁੱਟੀ। ਜਿਹੜੇ ਦਿਨ ਰਾਤ ਘਾਲਦੇ ਨੇ, ਮਿਹਨਤ ਕਰਦੇ ਨੇ, ਪਰਮੇਸ਼ਵਰ ਦਾ ਸਿਮਰਨ ਕਰਦੇ ਨੇ, ਫਿਰ ਉਹਨਾਂ ਦਾ ਆਤਮਿਕ ਜੀਵਨ, ਆਤਮਿਕ ਮੁਖ ਉਜਲਾ ਹੁੰਦਾ ਹੈ। ਤੇ ਕਹਿਣ ਲੱਗੇ, ਉਹ ਆਪ ਤੇ ਤਰਦੇ ਹੀ ਤਰਦੇ ਨੇ, ਉਹਨਾਂ ਦਾ ਜੀਵਨ ਬੰਧਨਾਂ ਤੋਂ ਹੋ ਜਾਂਦਾ ਹੈ ਆਜ਼ਾਦ। ਪਰ ਕਹਿਣ ਲੱਗੇ, ਅਨੇਕਾਂ ਲੋਕ ਐਸੇ ਹੁੰਦੇ ਨੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਨੇ ਤੇ ਉਹਨਾਂ ਦਾ ਵੀ ਪਾਰ ਉਤਾਰਾ ਹੋ ਜਾਂਦਾ। ਜਿਹੜੇ ਉਹਨਾਂ ਜੁੜੇ ਹੋਇਆਂ ਦੀ ਸੰਗਤ ਕਰਦੇ ਨੇ, ਉਹ ਵੀ ਜੁੜ ਜਾਂਦੇ ਨੇ। ਤੇ ਸੰਗਤ ਹਮੇਸ਼ਾ ਸਰੀਰ ਦੀ ਨਹੀਂ ਹੁੰਦੀ, ਸੰਗਤ ਹੁੰਦੀ ਹੈ ਬਚਨਾਂ ਦੀ। ਹੁਣ ਅਸੀਂ ਕਹੀਏ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਸਾਡਾ ਬਲੱਡ ਰਿਲੇਸ਼ਨ ਸਾਡਾ ਕੋਈ ਨਹੀਂ ਜੀ। ਹੁਣ ਸ਼੍ਰੀ ਜਪਜੀ ਸਾਹਿਬ ਜੀ ਨਾਲ ਸਾਡਾ ਕੋਈ ਬਲੱਡ ਰਿਲੇਸ਼ਨ ਹੈ? ਕੋਈ ਬਲੱਡ ਰਿਲੇਸ਼ਨ ਨਹੀਂ, ਕੋਈ ਸਾਡਾ ਰਿਸ਼ਤਾ ਨਹੀਂ ਸੰਸਾਰੀ ਤੌਰ ਤੇ ਗੂੜਾ। ਇਹ ਰਿਸ਼ਤਾ ਹੈ ਹੁਕਮ ਮੰਨਣ ਦਾ, ਇਹ ਰਿਸ਼ਤਾ ਹੈ ਬਚਨ ਮੰਨਣ ਦਾ, ਇਹ ਰਿਸ਼ਤਾ ਹੈ ਵਿਚਾਰ ਦੇ ਅੱਗੇ ਆਪਣਾ ਆਪ ਜੀਵਨ ਸਮਰਪਿਤ ਕਰਨ ਦਾ। ਸਾਡਾ ਤੇ ਗੁਰੂ ਦਾ ਰਿਸ਼ਤਾ ਸਿਰਫ ਹੁਕਮ ਵਿੱਚ ਹੈ, ਤੇ ਰਿਸ਼ਤਾ ਹੈ ਜਿਸ ਵੇਲੇ ਹੁਕਮ ਨਾ ਹੋਇਆ ਕੋਈ ਰਿਸ਼ਤਾ ਨਹੀਂ। ਫਿਰ ਮਹਾਰਾਜ ਕਹਿੰਦੇ ਨੇ, ਸਿੱਖ ਪਿਆਰਾ ਨਾ ਹੈ, ਮੈਨੂੰ ਇਹਦੇ ਨਾਲ ਕੋਈ ਪਿਆਰ ਨਹੀਂ। ਆਪਣੇ ਭਾਣੇ ਜਿਹੜੇ ਚੱਲਦੇ ਨੇ ਆਪਣੇ ਹੁਕਮ ਅਨੁਸਾਰ, ਆਪਣੀ ਮਨਮਤ ਅਨੁਸਾਰ, ਮਹਾਰਾਜ ਜੀ ਕਹਿੰਦੇ ਨੇ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਆਪਣੇ ਭਾਣੇ ਚੋਂ ਚੱਲੇ ਭਾਈ, ਵਿਛੜ ਚੋਟਾਂ ਖਾ। ਹੁਕਮ ਮੰਨਿਆ ਅਸੀਂ ਗੁਰੂ ਦੇ, ਹੁਕਮ ਨਹੀਂ ਮੰਨਿਆ ਅਸੀਂ ਗੁਰੂ ਦੇ ਨਹੀਂ ਤੇ ਗੁਰੂ ਸਾਡਾ ਨਹੀਂ। ਹੁਕਮ ਮੰਨਣ ਦੇ ਨਾਲ ਹੀ ਗੁਰੂ ਦਾ ਸਾਡੇ ਨਾਲ ਰਿਸ਼ਤਾ ਹੈ, ਗੁਰੂ ਦੀ ਸਾਡੇ ਉੱਤੇ ਮਿਹਰ ਹੈ। ਤੇ ਦਾਸ ਬੇਨਤੀ ਕਰੇ ਜੀ, ਇਹ ਸ਼ਲੋਕ ਮਾਝ ਰਾਗ ਦੇ ਵਿੱਚ ਅਸੀਂ ਧੰਨ ਸ਼੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਪੜ੍ਹਦੇ ਹਾਂ ਜੀ। ਇਹ ਦੋ ਰੂਪਾਂ ਵਿੱਚ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਆਉਂਦਾ ਹੈ। ਤੇ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਐ ਮਨਾ
ਦੇਖ ਮਹਾਂਪੁਰਖਾਂ ਨੇ ਘਾਲਣਾ ਘਾਲੀ ਬੰਦਗੀ ਕੀਤੀ, ਰੱਬ ਦੇ ਘਰ ਤੱਕ ਪਹੁੰਚ ਗਏ ਤੇ ਕਈਆਂ ਨੂੰ ਪਹੁੰਚਾ ਕੇ ਉਹ ਆਪ ਵੀ ਵਿਸ਼ੇ ਵਿਕਾਰਾਂ ਤੋਂ ਬੰਧਨਾਂ ਤੋਂ ਛੁੱਟੇ ਤੇ ਕਈਆਂ ਨੂੰ ਉਹਨਾਂ ਨੇ ਛਡਾ ਦਿੱਤਾ। ਇਸੇ ਤਰ੍ਹਾਂ ਤੂੰ ਵੀ ਐਸਾ ਜੀਵਨ ਧਾਰਨ ਕਰ, ਕਿਉਂਕਿ ਤੇਰਾ ਗੁਰੂ ਤੇਰੇ ਤੋਂ ਬੜੀ ਵੱਡੀ ਆਸ ਲਾਈ ਬੈਠਾ ਹੈ ਕਿ ਵਾਹਿਗੁਰੂ ਨਾਮ ਜਹਾਜ਼ ਕੋਈ ਵੀ ਗੁਰਸਿੱਖ ਆਪਣੇ ਜੀਵਨ ਦੇ ਵਿੱਚ ਧਾਰਨ ਕਰੇਗਾ ਤੇ ਕਈਆਂ ਨੂੰ ਉਸ ਜਹਾਜ਼ 'ਚ ਬਿਠਾ ਕੇ ਲੈ ਜਾਏਗਾ। ਤੇ ਜਿਹੜਾ ਆਪ ਹੀ ਗੁਰਸਿੱਖ ਡੁੱਬਦਾ ਪਿਆ ਹੈ, ਆਪ ਹੀ ਕਹਿ ਰਿਹਾ ਮੈਂ ਮਰ ਗਿਆ, ਮੈਂ ਲੁੱਟਿਆ ਗਿਆ, ਮੇਰੇ ਪੱਲੇ ਕੱਖ ਨਹੀਂ ਰਿਹਾ ਜੀ, ਦੇਖੋ ਮੈਂ ਡੁੱਬ ਗਿਆ, ਮੈਂ ਡੁੱਬ ਗਿਆ। ਤੇ ਦੱਸੋ ਫਿਰ ਉਹ ਗੁਰਸਿੱਖ ਜਿਹੜਾ ਆਪਣੇ ਵਾਸਤੇ ਨਹੀਂ ਜੀਂਦਾ ਪਿਆ, ਦੂਜੇ ਵਾਸਤੇ ਕਿਵੇਂ ਕੁਝ ਕਰੇਗਾ? ਸਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ। ਆਪ ਜਪ ਜਪ ਕੇ ਕਈਆਂ ਦਾ ਪਾਰ ਉਤਾਰਾ ਕਰਨ ਦੀ ਗੁਰੂ ਮਹਾਰਾਜ ਜੀ ਨੇ ਸਾਨੂੰ ਸਮਰੱਥਾ ਬਖਸ਼ੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਭਲੀ ਕਰਨ, ਸਾਡੇ ਜੀਵਨ ਦੇ ਵਿੱਚ ਪਵਿੱਤਰਤਾ ਆਵੇ। ਤੇ ਕੱਲ ਦਾਸ ਬੇਨਤੀ ਕਰੇਗਾ ਜੀ, ਕੱਲ ਦਾਸ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚੋਂ ਅਰਬੀ ਤੇ ਫਾਰਸੀ ਦੇ ਸ਼ਬਦ ਕੱਲ ਆਪ ਜੀ ਦੇ ਸਨਮੁਖ ਰੱਖੇਗਾ ਤੇ ਨਾਲ ਦੀ ਨਾਲ ਪ੍ਰਿੰਟ ਆਊਟ ਕਢਾ ਕੇ ਤੇ ਉਹ ਫਿਰ ਆਪ ਜੀ ਨੂੰ ਦਾਸ ਫਾਈਲ ਸੈਂਡ ਕਰੇਗਾ। ਆਪ ਜੀ ਉਹ ਸਾਰੇ ਪ੍ਰਿੰਟ ਆਊਟ ਕਢਾ ਕੇ ਆਪਣੇ ਘਰ ਵਿੱਚ ਰੱਖਿਓ, ਕਿਉਂਕਿ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਜਦੋਂ ਵੀ ਅਸੀਂ ਕੋਈ ਅਰਥ ਪੜ੍ਹਦੇ ਹਾਂ ਸਿੱਧੇ ਜੁੜ ਜਾਂਦੇ ਹਾਂ। ਜਦੋਂ ਵੀ ਸਾਨੂੰ ਇਹ ਪਤਾ ਲੱਗਦਾ ਹੈ ਅੱਛਾ ਇਹ ਸ਼ਬਦ ਅਰਬੀ ਦਾ, ਇਹ ਸ਼ਬਦ ਫਾਰਸੀ ਦਾ, ਇਹਦਾ ਮਤਲਬ ਮਹਾਰਾਜ ਜੀ ਨੇ ਸਾਡੀ ਝੋਲੀ ਵਿੱਚ ਬੇਅੰਤ ਭਾਸ਼ਾਵਾਂ ਦੀ ਦਾਤ ਪਾਈ ਹੈ। ਤੇ ਫਿਰ ਗੁਰਸਿੱਖ ਆਪਣੇ ਆਪ ਵਿੱਚ ਮਾਣ ਮਹਿਸੂਸ ਕਰਦਾ ਕਿ ਸਾਡੇ ਗੁਰੂ ਨੇ ਸਾਡੇ ਵਾਸਤੇ ਕਿੰਨੀ ਬਖਸ਼ਿਸ਼ ਕੀਤੀ। ਜਿੰਨੇ ਵੀ ਧਾਰਮਿਕ ਗ੍ਰੰਥ ਨੇ ਨਾ ਜੀ, ਜਿਤਨੇ ਵੀ ਵੇਦ ਸ਼ਾਸਤਰ, ਸੰਸਕ੍ਰਿਤ ਤੋਂ ਇਲਾਵਾ ਦੂਜੀ ਭਾਸ਼ਾ ਉਹਦੇ ਵਿੱਚ ਕੋਈ ਨਹੀਂ ਹੈ। ਜਿਸ ਵੇਲੇ ਆਪ ਜੀ ਦੇਖੋਗੇ ਕੁਰਾਨ ਸ਼ਰੀਫ ਨੂੰ, ਤੇ ਕੁਰਾਨ ਸ਼ਰੀਫ ਅਰਬੀ ਭਾਸ਼ਾ ਵਿੱਚ ਹੈ, ਬਾਈਬਲ ਖਾਈਬਰੂ ਵਿੱਚ ਹੈ, ਪਰ ਗੁਰੂ ਮਹਾਰਾਜ ਜੀ ਨੇ ਐਸੀ ਬਖਸ਼ਿਸ਼ ਕੀਤੀ, ਸਾਰੀ ਸ੍ਰਿਸ਼ਟੀ ਵਿੱਚ ਕੋਈ ਵੀ ਐਸਾ ਧਾਰਮਿਕ ਗ੍ਰੰਥ ਨਹੀਂ ਜਿਹਦੇ ਵਿੱਚ ਬੇਅੰਤ ਭਾਸ਼ਾਵਾਂ ਹੋਣ, ਤੇ ਕੋਈ ਐਸਾ ਗ੍ਰੰਥ ਨਹੀਂ ਜਿਹੜਾ ਗੁਰੂ ਹੋਵੇ। ਉਹ ਸਿਰਫ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹਨ, ਜਿਨ੍ਹਾਂ ਦਾ ਖਜ਼ਾਨਾ ਅਥਾਹ ਹੈ, ਅਟੁੱਟ ਹੈ, ਤੇ ਜਿਨ੍ਹਾਂ ਦੀ ਬਰਾਬਰਤਾ ਕੋਈ ਵੀ ਨਹੀਂ ਕਰ ਸਕਦਾ। ਕਿਉਂਕਿ ਬਾਕੀ ਗ੍ਰੰਥ ਰੱਬ ਦੀ ਸਿਫਤ ਕਰਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਰੱਬ ਦੀ ਸਿਫਤ ਕਰਦੇ ਕਰਦੇ ਫਿਰ ਸਾਨੂੰ ਗੁਰੂ ਦੇ ਨਾਲ, ਰੱਬ ਦੇ ਨਾਲ ਜੋੜ ਦਿੰਦੇ ਨੇ। ਫਿਰ ਬਾਣੀ ਦੀ ਸ਼ਕਤੀ ਸਾਨੂੰ ਸੱਚਖੰਡ ਲੈ ਜਾਂਦੀ ਹੈ। ਬਾਣੀ ਜਪਦੇ ਜਪਦੇ ਮਨੁੱਖ ਸੱਚਖੰਡ ਦਾ ਵਾਸੀ ਹੋ ਜਾਂਦਾ ਹੈ। ਤੇ ਹੁਣ ਆਪਾਂ ਅੱਜ ਦੀ ਗੁਰੂ ਮਹਾਰਾਜ ਜੀ ਦੀ ਇਸ ਪਾਵਨ ਪਵਿੱਤਰ ਬਾਣੀ ਦੀ ਸੰਪੂਰਨਤਾ ਤੋਂ ਬਾਅਦ ਅਸੀਂ ਹੁਣ ਇਹ ਸੋਚੀਏ ਜੀ ਫਿਰ ਅੱਜ ਦਾ ਉਪਦੇਸ਼ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੀ ਕੀਤਾ? ਬਸ ਇਹੀ ਕੀਤਾ ਕਿ ਭਾਈ ਜਿੰਨਾ ਚਿਰ ਘਾਲਣਾ ਨਹੀਂ, ਜਿੰਨਾ ਚਿਰ ਮਸ਼ੱਕਤ ਨਹੀਂ, ਜਿੰਨਾ ਚਿਰ ਬੰਦਗੀ ਨਹੀਂ, ਉਹਨਾਂ ਚਿਰ ਆਪਾਂ ਵੀ ਡੁੱਬੇ ਡੁੱਬੇ ਤੇ ਜਿਹੜੇ ਸਾਡੀ ਸੰਗਤ ਕਰਨਗੇ ਉਹ ਵੀ ਡੁੱਬਣਗੇ। ਆਪ ਡੁੱਬੇ ਚੋਹ ਬੇਦ ਮੇ ਚੇਲੇ ਦੀਏ ਬਹਾਏ। ਆਪ ਵੀ ਅਸੀਂ ਤਰ ਜਾਈਏ ਤੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਖਸ਼ਿਸ਼ ਦੇ ਨਾਲ ਬਾਕੀਆਂ ਨੂੰ ਵੀ ਤਾਰਨ ਦੇ ਸਮਰੱਥ ਹੋਈਏ। ਇਹ ਖਾਲਸੇ ਨੂੰ ਗੁਰੂ ਮਹਾਰਾਜ ਨੇ ਸਮਰੱਥਾ ਦਿੱਤੀ ਹੈ, ਖਾਲਸੇ ਨੂੰ। ਇਹ ਕਿਸੇ ਆਮ ਬੰਦੇ ਨੂੰ ਸਮਰੱਥਾ ਨਹੀਂ ਦਿੱਤੀ। ਤੇ ਖਾਲਸਾ ਉਹੀ ਹੈ ਜਿਹੜਾ ਗੁਰੂ ਦੇ ਸ਼ਬਦ ਵਿੱਚ ਅਭੇਦ ਹੋ ਜਾਵੇ ਜੀ। ਆਓ ਗੁਰੂ ਕੇ ਸ਼ਬਦ ਨੂੰ ਜਪੀਏ। ਤੇ ਸ਼ਬਦ ਨੂੰ ਜਪਣ ਦਾ ਅਰਥ ਹੁੰਦਾ ਹੈ ਹੁਕਮ ਨੂੰ ਮੰਨਣਾ। ਸਮੂਹ ਸੰਗਤ ਕਿਰਪਾ ਕਰਿਓ। ਸਮੂਹ ਸੰਗਤ ਵਾਹਿਗੁਰੂ 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 ਵਾਹਿਗੁਰੂ
ਭੁੱਲਾਂ ਦੀ ਖੇਮਾ ਜੀ। ਸਮੂਹ ਸੰਗਤ ਬਖਸ਼ ਲਿਓ। ਅਣਜਾਣ ਬੱਚਾ ਸਮਝ ਕੇ ਆਪ ਜੀ ਮਾਫ ਕਰ ਦਿਓ ਜੀ। ਆਓ ਅੰਤਲੀਆਂ ਪੰਕਤੀਆਂ ਪੜ੍ਹਦੇ ਹੋਏ ਸਮਾਪਤੀ ਕਰਨ ਦਾ ਯਤਨ ਕਰੀਏ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।